ਅੱਜ ਆਪਾਂ 317 317 ਅੰਕ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਇਹ 32ਵੀਂ ਪੌੜੀ ਹੈਗੀ ਆ, 31 ਹੋ ਗਈਆਂ, 33 ਪੌੜੀਆਂ ਹੈਗੀਆਂ। ਇਹ ਗੌੜੀ ਕੀ ਵਾਰ ਜਿਹੜੀ ਹੈਗੀ ਚੌਥੀ ਪਾਤਸ਼ਾਹੀ ਦੀ ਇਹਦੇ ਨਾਲ ਹੀ ਜਿਹੜੀ ਹੈਗੀ ਨੈਕਸਟ ਜਿਹੜੀ ਹੈਗੀ ਆ ਪੰਜਵੀਂ ਪਾਤਸ਼ਾਹੀ ਦੀ ਵਾਰ ਆਏਗੀ ਗੌੜੀ ਦੇ ਵਿੱਚ। ਸ਼ਲੋਕ ਮਹੱਲਾ ਪੰਜਵਾਂ। ਗੁਰ ਨਾਨਕ ਹਰ ਨਾਮ ਦੜਾਇਆ, ਭੰਨਣ ਘੜਨ ਸਮਰੱਥ। ਹੁਣ ਇੱਥੇ ਜੇ ਗੁਰੂ ਨਾਨਕ ਆਪਾਂ ਨੇ ਇਕੱਠਾ ਪੜ੍ਹ ਲਿਆ ਤੇ ਨਾਨਕ ਦੇ ਕੱਕੇ ਨੂੰ ਔਂਕੜ ਤਾਂ ਲੱਗੀ ਨਹੀਂ ਹੈ, ਔਰ ਜਿਹੜਾ ਹੈਗਾ ਗੁਰੂ ਦੇ ਰਾਰੇ ਨੂੰ ਵੀ ਔਂਕੜ ਨਹੀਂ ਹੈਗੀ। ਖਾਸ ਗੁਰੂ ਨਹੀਂ ਬੋਲ ਰਹੇ ਤੇ ਨਾ ਹੀ ਖਾਸ ਨਾਨਕ ਬੋਲ ਰਹੇ ਹੈ। ਜੇ ਨਾਨਕ ਗੁਰੂ ਨਾਨਕ ਨੇ ਨਾਮ ਦੜਾਇਆ ਤੇ ਫਿਰ ਨਾਨਕ ਦੇ ਕੱਕੇ ਨੂੰ ਸਿਆਰੀ ਚਾਹੀਦੀ ਹੈ। ਗੁਰ ਨਾਨਕੇ ਨਾਮ ਹਰ ਨਾਮ ਦੜਾਇਆ। ਇੱਥੇ ਭੇਤ ਕੀ ਹੈਗਾ? ਨਾਨਕ ਜਿਹੜੀ ਹੈਗੀ ਆ ਇਹ ਸਾਰੀ ਦੀ ਸਾਰੀ ਬਾਣੀ ਜਿਹੜੀ ਹੈਗੀ, ਇਹ ਸਾਰੇ ਮਹੱਲਿਆਂ ਨੇ ਜਿੰਨੀ ਵੀ ਬਾਣੀ ਉਚਾਰਨ ਕੀਤੀ ਆ ਉਹ ਸਾਰੀ ਦੀ ਸਾਰੀ ਬਾਣੀ ਨਾਨਕ ਛਾਪ ਦੇ ਅਧੀਨ ਕੀਤੀ। ਹਰੇਕ ਨੇ ਨਾਨਕ ਲਗਾਇਆ, ਆਪਣਾ ਨਾਮ ਨਹੀਂ ਲਿਖਿਆ ਕਿਸੇ ਨੇ ਵੀ। ਤੇ ਗੁਰ ਕਹਿੰਦੇ ਗੁਰੂ ਬ੍ਰਹਮ ਗਿਆਨੀ ਸਤਿਗੁਰੂ ਕਹਿੰਦੇ ਉਹ ਕੋਈ ਵੀ ਹੋ ਸਕਦਾ ਹੈ, ਜਿਹੜਾ ਵੀ ਇਹ ਪ੍ਰਕਿਰਤੀ ਦੀ ਕੈਦ 'ਚੋਂ ਆਜ਼ਾਦ ਹੋ ਗਿਆ, ਜਿਹਨੇ ਜਿਹੜਾ ਹੈਗਾ ਆਪਣੇ ਮਨ ਜੀਤੇ ਜਗ ਜੀਤ ਹੋ ਗਿਆ, ਜਿਹਨੇ ਉਹ ਜਿਹੜਾ ਹੈਗਾ ਗੁਰੂ ਹੈ। ਉਸਨੇ ਨਾਮ ਦੜਾਇਆ, ਨਾਨਕ ਛਾਪਿਆ। ਗੁਰੂ ਨੇ ਪਰਮੇਸ਼ਰ ਦਾ ਨਾਮ ਪੱਕਾ ਕਰਾ ਦਿੱਤਾ। ਬਈ ਦੇਖ, ਜੇ ਪਰਮੇਸ਼ਰ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ, ਤੇਰੇ ਅੰਦਰ ਨਾਮ ਹੈ, ਪਹਿਲਾਂ ਨਾਮ ਪ੍ਰਗਟ ਕਰਕੇ ਦਿਖਾ, ਤਾਂ ਪਤਾ ਲੱਗੇਗਾ ਤੂੰ ਜਿਹੜਾ ਹੈਗਾ, ਤੂੰ ਸੱਚਾ ਜਿਹੜਾ ਪਰਮੇਸ਼ਰ ਨੂੰ ਚਾਹੁਣ ਵਾਲਾ ਹੈਗਾ ਆ, ਜਾਂ ਕਿ ਐਵੇਂ ਝੂਠ ਹੀ ਬੋਲ ਰਹੇ ਹੈ, ਝੂਠ ਹੀ ਕਰ ਰਹੇ ਹੈ। ਪਹਿਲਾਂ ਤੂੰ ਤੇਰੇ ਅੰਦਰ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਪਹਿਲਾਂ ਉਹ ਨਾਮ ਪ੍ਰਗਟ ਕਰ। ਅਵਤਾਰ ਜੀ ਤੁਸੀਂ ਸ਼ੋਰ ਆ ਰਿਹਾ ਜੀ। ਅਸੀਂ 317 ਅੰਕ ਤੇ ਹਾਂ। ਅਵਤਾਰ ਕੌਰ ਜੀ ਤੁਹਾਡਾ ਮਾਈਕ ਬੰਦ ਕਰ ਦੇਣਾ। ਹਾਂ ਸੁਖਵਿੰਦਰ ਜੀ ਦੇਖ ਲੈਣਾ ਤੁਸੀਂ। ਹਾਂਜੀ ਹੋ ਗਿਆ। ਸ਼ਲੋਕ ਮਹੱਲਾ ਪੰਜਵਾਂ। ਗੁਰ ਨਾਨਕ ਹਰ ਨਾਮ ਦੜਾਇਆ, ਭੰਨਣ ਘੜਨ ਸਮਰੱਥ। ਨਾਮ ਦੜਾਉਣ ਦਾ ਕੀ ਮਤਲਬ ਆ? ਬਈ ਕੋਈ ਵਾਹਿਗੁਰੂ ਪੱਕਾ ਕਰਾ ਦਿੱਤਾ, ਫਿਰ ਮੁਸਲਮਾਨ ਵਿਚਾਰੇ ਕੀ ਕਰਨਗੇ, ਹਿੰਦੂ ਕੀ ਕਰਨਗੇ, ਕ੍ਰਿਸਚਨ ਕੀ ਕਰਨਗੇ? ਇੱਥੇ ਭੇਤ ਕੀ ਹੈਗਾ? ਗੁਰੂ ਨੇ ਪੱਕਾ ਕਰਾ ਦਿੱਤਾ, ਪਿਆਰਿਆ ਤੇਰੇ ਅੰਦਰ ਨਾਮ ਗੁਪਤ ਹੈਗਾ, ਤੇਰੇ ਅੰਦਰ ਨਾਮ ਗੁਪਤ ਹੈ, ਉਹਨੂੰ ਪ੍ਰਗਟ ਕਰ ਲਾ। ਜੇ ਤੂੰ ਸਹੀ ਜਿਹੜਾ ਤੇਰੇ ਅੰਦਰ ਮਾਲਕ ਪਰਮਾਤਮਾ ਨੂੰ ਮਿਲਣ ਦੀ ਤੇਰੇ ਅੰਦਰ ਜੇ ਮਾਲਕ ਪਰਮਾਤਮਾ ਉਹਨੂੰ ਦੀ ਲਿਵ ਵਾਲੀ ਆਤਮਿਕ ਯਾਤਰਾ ਕਰਨਾ ਚਾਹੁੰਦਾ ਹੈ, ਆਤਮਾ ਨੂੰ ਦੇਖਣਾ ਚਾਹੁੰਦਾ ਹੈ, ਤੇ ਆਪਣਾ ਪਹਿਲਾਂ ਨਾਮ ਪ੍ਰਗਟ ਕਰ। ਇਹ ਦੜਾ ਦਿੱਤਾ, ਪੱਕਾ ਕਰ ਦਿੱਤਾ। ਉਹ ਨਾਮ ਕਿਵੇਂ ਪ੍ਰਗਟ ਹੋਣਾ ਹੈ? ਉਹਦੇ ਵਾਸਤੇ ਕਹਿੰਦੇ ਚੁੱਪ ਹੋਣਾ ਪਊਗਾ ਤੈਨੂੰ। ਤੇਰੇ ਅੰਦਰ ਜਿਹੜਾ ਹੈਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕਿਵੇਂ ਪ੍ਰਗਟ ਹੈਗੇ? ਕਿਉਂਕਿ ਇਹਨਾਂ ਦੇ ਵਿਚਾਰ ਹੈਗੇ, ਇਹਨਾਂ ਨੂੰ ਬੰਦ ਕਰ ਦੇ ਤੇ ਆਟੋਮੈਟਿਕਲੀ ਜਿਹੜਾ ਹੈਗਾ ਉਹ ਨਾਮ ਜਿਹੜਾ ਹੈਗਾ ਉਹ ਪ੍ਰਗਟ ਹੋ ਜਾਏਗਾ। ਆ ਗੁਰੂ ਨੇ ਜਿਹੜਾ ਹੈਗਾ ਦੜਾ ਦਿੱਤਾ। ਦੜਾਉਣਾ ਕੀ ਹੈ? ਬਈ ਬਿਲਕੁਲ ਜਿਹੜਾ ਭੁੱਲੇ ਨਾ, ਦੜਾ ਦਿੱਤਾ ਬਿਲਕੁਲ, ਵੀ ਆਹ ਕੰਮ, ਬਾਕੀ ਕੰਮ ਸਾਰੇ ਭੁੱਲ ਜਾਣ, ਆਹ ਕੰਮ ਨਹੀਂ ਭੁੱਲੇ, ਇਹਨੂੰ ਕਹਿੰਦੇ ਦੜਾਉਣਾ। ਇਹ ਜੀ ਇੱਥੇ ਤਾਂ ਨਾਮ ਦੜਾਉਂਦੇ ਆ ਭਾਈ, ਪੰਜ ਪਿਆਰੇ ਨਾਮ ਦੜਾਉਣਗੇ। ਉਹ ਪਤਾ ਨਹੀਂ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਡਾਇਲੂਟ ਕਰ ਦਿੱਤੀ ਬਾਣੀ। ਪੰਜ ਪਿਆਰੇ ਜਿਹੜੇ ਹੈਗੇ ਉਹਨਾਂ ਦੇ ਤਾਬਿਆ ਆਪਾਂ ਜਿਹੜੇ ਹੈਗੇ ਆ, ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈਗੀ ਇਹਨਾਂ ਨੂੰ ਆਪਣਾ ਗਾਈਡ ਮੰਨਦੇ ਆ, ਇਹਨਾਂ ਦਾ ਗਿਆਨ ਲੈਣਾ ਆ। ਆਹ ਚੀਜ਼ ਜਿਹੜੀ ਹੈਗੀ ਆ ਉਹ ਇਹਦੀ ਬਈ ਸਿੱਖ ਬਣ ਗਏ, ਬਈ ਇਸ ਬਾਣੀ ਦੇ ਸਿੱਖ ਆ।
ਜੋ ਬਾਣੀ ਕਹੂਗੀ ਅਸੀਂ ਕਰਾਂਗੇ। ਨਾਮ ਤਾਂ ਹਾਲੇ ਜਿਹੜਾ ਹੈਗਾ, ਨਾਮ ਤਾਂ ਅੰਦਰ ਗੁਪਤ ਹੈਗਾ, ਉਹਨੂੰ ਤਾਂ ਪ੍ਰਗਟ ਕਰਨਾ ਹੈ ਭਾਈ। ਜੇ ਪਹਿਲਾਂ ਹੀ ਨਾਮ ਦੜਾ ਦਿੱਤਾ ਪੰਜਾਂ ਪਿਆਰਿਆਂ ਨੇ ਤੇ ਫਿਰ ਤਾਂ ਹੋ ਗਈ ਕੰਮ ਖਤਮ ਹੋ ਗਿਆ। ਫਿਰ ਧਿਆਨ ਸਿਮਰਨ ਦੀ ਇਹ ਜਿਹੜੀ ਵਿਚਾਰ ਬੰਦ ਕਰਨ ਦੀ ਲੋੜ ਕੀ ਹੈਗੀ? ਫਿਰ ਤਾਂ ਯਾਤਰਾ ਹੋ ਗਈ ਨਾ, ਦੜਾ ਦਿੱਤਾ ਉਹਨਾਂ ਨੇ। ਗੁਰੂ ਨਾਨਕ ਹਰ ਨਾਮ ਦੜਾਇਆ, ਭੰਨਣ ਕਰਨ ਸਮਰੱਥ। ਕਿਹਦਾ ਨਾਮ? ਉਹ ਮਾਲਕ ਦਾ, ਹਰੀ ਦਾ। ਕੌਣ ਹੈ ਹਰੀ? ਕਹਿੰਦੇ ਆਪਣੇ ਵਰਗਿਆਂ ਨੂੰ ਭੰਨਦਾ ਹੈ ਤੇ ਕੱਢ ਦਿੰਦਾ ਹੈ, ਫਿਰ ਬਣਾ ਦਿੰਦਾ ਹੈ। ਸਮਰੱਥ ਆ, ਪਾਵਰ ਆ ਉਹਦੀ, ਸਾਰੇ ਸੰਸਾਰ ਨੂੰ ਬਣਾ ਦੂਗਾ, ਤੋੜ ਦੂਗਾ, ਮਿਟਾ ਦੂਗਾ, ਫਿਰ ਬਣਾ ਦੂਗਾ। ਗੁਰੂ ਨਾਨਕ ਹਰ ਨਾਮ ਦੜਾਇਆ, ਭੰਨਣ ਕਰਨ ਸਮਰੱਥ। ਪ੍ਰਭ ਸਦਾ ਸੰਭਾਲੈ ਮਿੱਤਰ ਤੂੰ, ਦੁੱਖ ਜ਼ਬਾਇਆ ਲੱਤ। ਆ ਦੜਾ ਦਿੱਤਾ। ਅਗਲੀ ਲਾਈਨ 'ਚ ਮਹਾਰਾਜ ਨੇ ਹੋਰ ਕਲੈਰੀਫਾਈ ਕਰ ਦਿੱਤਾ, ਬਈ ਆਤਮਾ ਦੇ ਨੇੜੇ ਜਾ, ਪਰਮਾਤਮਾ ਨੂੰ ਸੰਭਾਲ। ਆਪਣੇ ਅੰਦਰ ਪਰਮਾਤਮਾ ਨੂੰ ਸੰਭਾਲ। ਤੂੰ ਮਾਇਆ ਨੂੰ ਸੰਭਾਲ ਰਿਹਾ 24 ਘੰਟੇ। ਪ੍ਰਭ ਸਦਾ ਸੰਭਾਲੈ ਮਿੱਤਰ ਤੂੰ, ਹੇ ਮੇਰੇ ਮਿੱਤਰਾ, ਹੇ ਮੇਰੇ ਮਨਾ, ਦੁੱਖ ਸਬਾਇਆ ਲੱਤ। ਤੇਰੇ ਦੁੱਖ ਸਾਰੇ ਦੇ ਸਾਰੇ ਲੱਥ ਜਾਣਗੇ ਜੇ ਤੈਨੂੰ ਆ ਨਾਮ ਦ੍ਰਿੜ ਹੋ ਜਾਏਗਾ ਤਾਂ। ਕੀ ਨਾਮ? ਪ੍ਰਭ ਸਦਾ ਸੰਭਾਲੈ ਮਿੱਤਰ ਤੂੰ, ਦੁੱਖ ਸਬਾਇਆ ਲੱਤ। ਹਾਂਜੀ ਸੁਖਵਿੰਦਰ ਜੀ। ਹਾਂਜੀ, ਉਹ ਬਿਲਕੁਲ ਠੀਕ ਹੈ ਜੀ। ਉਹ ਗੁਰੂ ਨਾਨਕ ਸਾਹਿਬ, ਮਤਲਬ ਗੁਰੂ ਨਾਨਕ ਆਪਣੇ ਆਪ ਨੂੰ ਉਹ ਜਿਹੜੇ ਪੰਜਵੀਂ ਪਾਤਸ਼ਾਹੀ ਨੇ ਸੰਬੋਧਨ ਨਾਨਕ ਛਾਪ ਦੇ ਨਾਲ ਕਹਿ ਰਹੇ ਨੇ ਕਿ ਵੀ ਇਹ ਨਾਨਕ ਮੈਨੂੰ, ਉਹ ਪੂਰੇ ਗੁਰੂ ਨੇ, ਜਿਹੜਾ ਗੁਰੂ ਸੀ ਉਹਨੇ ਮੈਨੂੰ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੱਤਾ। ਉਹ ਨਾਮ ਜਿਹੜਾ ਦ੍ਰਿੜ ਕਰਵਾ ਦਿੱਤਾ ਕਿਹਦਾ? ਕਹਿੰਦੇ ਉਹ ਜਿਹੜਾ ਭੰਨਣ ਦੇ ਸਮਰੱਥ ਹੈ, ਘੜਨ ਦੇ ਸਮਰੱਥ ਹੈ। ਉਹ ਘੜਨਾ ਕਿੱਦਾਂ? ਉਹ ਵੀ ਵਿਧੀ ਦੱਸੀ ਉਹਨਾਂ ਨੇ ਕਿ ਵੀ ਉਹ ਸਰਮਖੰਡ ਦੇ ਵਿੱਚ ਕਿੱਦਾਂ ਬੈਠਣਾ ਹੈ, ਉਹਦਾ ਭੇਦ ਦਿੱਤਾ। ਉਹ ਦੱਸਿਆ ਕਿ ਵੀ ਉਹ ਸਰਮਖੰਡ ਹੈ ਕੀ ਹੈ, ਉਹ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਜਿੱਥੇ ਸਾਰੀ ਤੇਰੀ ਮਤਲਬ ਟਰਾਂਸਫਰਮੇਸ਼ਨ ਹੋਣੀ ਹੈ। ਉਹ ਦ੍ਰਿੜਾਉਣਾ, ਵਿਸ਼ਵਾਸ ਦਵਾ ਦੇਣਾ, ਪ੍ਰੈਕਟੀਕਲ ਕਰਨਾ ਸਿਖਾ ਦਿੱਤਾ। ਜਿੱਥੇ ਮੈਂ ਨੂੰ ਕਿੱਦਾਂ ਮਾਰਨਾ ਹੈ ਉਹ ਸਿਖਾ ਦਿੱਤਾ। ਸੁਣ ਵਿੱਚ ਕਿੱਦਾਂ ਬੈਠਣਾ ਹੈ ਉਹ ਸਿਖਾ ਦਿੱਤਾ। ਸਰੀਰ ਦਾ ਬੋਧ ਕਿੱਦਾਂ ਖਤਮ ਕਰਕੇ ਗਗਨ ਮੰਡਲ ਦੇ ਵਿੱਚ ਕਿਵੇਂ ਸੁਰਤ ਨੂੰ ਲਿਜਾਣਾ ਤੇ ਟਿਕਾਉਣਾ ਉਹ ਸਿਖਾ ਦਿੱਤਾ। ਤੇ ਜਿੱਥੋਂ ਇਹ ਸਾਰਾ ਕੁਛ ਕਰਨ ਨਾਲ ਤੂੰ ਕਹਿੰਦੇ ਉਹਦੇ ਵਿੱਚ ਉਹ ਨਾਮ ਨੂੰ ਤੇਰੇ ਪ੍ਰਗਟ ਕਰਨ ਦੇ ਵਿੱਚ ਸਹਾਈ ਹੋਣਾ ਜਿਹਨੇ। ਇਹ ਸਾਰੀ ਵਿਧੀ ਗੁਰੂ ਨਾਨਕ ਸਾਹਿਬ ਨਾਨਕ ਸਾਹਿਬ ਕਹਿ ਰਹੇ ਕਿ ਮੈਨੂੰ ਮੈਂ ਉਹ ਗੁਰੂ ਤੋਂ ਸਾਰਾ ਗਿਆਨ ਜਿਹਨੇ ਪ੍ਰਮਾਤਮਾ ਨੂੰ ਮੈਨੂੰ ਮਿਲਾਇਆ ਉਹ ਤੋਂ ਲਿਆ ਹੈ ਸਾਰਾ। ਠੀਕ ਹੈ ਜੀ। ਫਿਰ ਉਹ ਕਹਿੰਦੇ ਜੀ ਉਹ ਪ੍ਰਭ ਸਦਾ ਸੰਭਾਲੈ ਮਿੱਤਰ ਤੂੰ। ਉਹ ਕਹਿੰਦੇ ਫਿਰ ਉਹ ਜਦੋਂ ਉਹਨੂੰ ਫਿਰ ਬਾਰ-ਬਾਰ ਇਹ ਕੀਤਾ ਤਾਂ ਸਾਰੇ ਦੁੱਖ ਲੈ ਜਾਣੇ। ਉਹ ਉਹਨੇ ਪੱਕਾ ਕਰਤਾ ਕਿਉਂਕਿ ਹਿਰਦੇ ਦੇ ਅੰਦਰ ਵਸਾਤਾ। ਬਿਲਕੁਲ, ਉਹਨੂੰ ਉੱਥੋਂ ਬਾਹਰ ਨਹੀਂ ਨਿਕਲ ਸਕਦਾ। ਆਪਾਂ ਮਾਇਆ ਨੂੰ ਸਦਾ ਸੰਭਾਲ ਰਹੇ ਹਾਂ, ਉਹਦੀ ਜਗ੍ਹਾ ਤੇ ਆਪਾਂ ਮਾਇਆ ਨੂੰ ਛੱਡ ਦਿੱਤਾ ਤੇ ਬਾਕੀ ਰਹਿ ਗਿਆ ਪਰਮਾਤਮਾ, ਬਾਕੀ ਰਹਿ ਗਈ ਆਪਣੀ ਆਤਮਾ ਬਸ। ਬਿਲਕੁਲ ਉਹਨੇ ਸਾਰਾ ਸਿਖਾਤਾ ਸਾਨੂੰ ਕਿੱਦਾਂ ਅਸੀਂ ਉਹਦੇ ਵਿੱਚ ਬੈਠਣਾ ਹੈ। ਹੁਣ ਇਹੀ ਦ੍ਰਿੜ ਹੈ, ਕਿੱਦਾਂ ਦ੍ਰਿੜ ਕਰਾਉਣੇ, ਸਾਰਾ ਪ੍ਰੈਕਟੀਕਲ ਕਰਾ ਕੇ। ਤੇ ਤੂੰ ਜੋ ਆਪਾਂ ਰੋਜ਼ ਕਰ ਰਹੇ ਹਾਂ, ਸਾਨੂੰ ਏਦਾਂ ਗੁਰਮੁਖਾਂ ਦੀ ਸੰਗਤ ਬਖਸ਼ੀ। ਉਹ ਕਹਿੰਦੇ ਵੀ ਉਹ ਗੁਰੂ ਨੇ ਸਾਰੀ ਇਹ ਕਿਰਪਾ ਕੀਤੀ ਆ। ਦੇਖੋ ਸਾਡੇ ਤੇ ਕਿੱਡੀ ਵੱਡੀ ਕਿਰਪਾ ਹੈ ਉਸ ਗੁਰੂ ਦੀ, ਜਿਹੜਾ ਸਾਨੂੰ ਮਤਲਬ ਇਸ ਗੁਰੂ ਗ੍ਰੰਥ ਸਾਹਿਬ ਜਿਹੜਾ ਇੰਨਾ ਜਾਗਤ ਜੋਤ, ਉਹ ਸਾਨੂੰ ਕਿੱਦਾਂ ਗਿਆਨ ਕਰਵਾ ਰਹੇ ਨੇ। ਉਹ ਸਾਰੀ ਵਿਧੀ ਦੱਸ ਰਹੇ ਨੇ, ਕੱਲਾ ਪੜ੍ਹਨ ਨਾਲ ਗੱਲ ਨਹੀਂ ਬਣਨੀ। ਹਾਂਜੀ ਅੱਗੇ ਦੇਖੋ ਹੁਣ ਜਿਹੜਾ ਹੈਗਾ ਗੁਰੂ ਨੇ ਤਾਂ ਦੜਾ ਦਿੱਤਾ, ਬਸ ਹੁਣ ਜਿਹੜਾ ਹੈਗਾ ਸ਼ੁਰੂ ਹੋ ਜਾਏ, ਬੰਦਾ ਸ਼ੁਰੂ ਹੋ ਜਾਏ ਬਈ ਜਿਹੜਾ ਹੈਗਾ ਧਿਆਨ ਸਿਮਰਨ ਕਰਨਾ, ਜਿਹੜਾ ਹੈਗਾ ਭਗਤੀ ਕਰਨੀ ਸ਼ੁਰੂ ਕਰ ਦੇ। ਮਹਾਰਾਜ ਕਹਿੰਦੇ ਨਹੀਂ, ਅਗਲਾ ਸ਼ਲੋਕ ਆ ਗਿਆ, ਹਾਲੇ ਨਹੀਂ। ਮਹੱਲਾ ਪੰਜਵਾਂ। ਖੁਦਿਆਵੰਤ ਨਾ ਜਾਣਈ, ਲਾਜ ਕੁਲਾਜ ਕੁਬੋਲ। ਨਾਨਕ ਮੰਗੈ ਨਾਮ ਹਰ, ਕਰ ਕਿਰਪਾ ਸੰਜੋਗ। ਮਾਲਕ ਪਰਮਾਤਮਾ ਨੂੰ ਕਹਿੰਦੇ ਆ ਭਾਈ, ਮਾਲਕਾ ਜਿਹਨੂੰ ਭੁੱਖ ਲੱਗੀ ਹੁੰਦੀ ਆ ਨਾ, ਉਹਨੂੰ ਕੋਈ ਸ਼ਰਮ ਨਹੀਂ ਹੁੰਦੀ। ਕਿਸੇ ਦੇ ਕੋਈ ਮਾੜੇ ਬੋਲਦਾ, ਭੱਜ ਜਾ, ਨਹੀਂ ਦਿੰਦੇ, ਜਾ ਫਿਰ ਆਏ। ਜਿਹਨੂੰ ਭੁੱਖ ਲੱਗੀ ਆ, ਕੁਬੋਲ ਮਾੜੇ ਬਚਨ, ਉਹਨੂੰ ਨਹੀਂ ਫਰਕ ਪੈਂਦੀ। ਉਹ ਕਹਿੰਦਾ ਬੀਬੀ 2 ਰੋਟੀਆਂ ਦੇ ਦੇ। ਖੁਦਿਆਵੰਤ ਨਾ ਜਾਣਈ, ਲਾਜ ਕੁਲਾਜ ਕੁਬੋਲ। ਉਸੇ ਤਰੀਕੇ ਦੇ ਨਾਲ ਮਾਲਕਾ ਮੈਨੂੰ ਨਹੀਂ ਪਤਾ
ਤੂੰ ਜੋ ਮੈਨੂੰ ਧੱਕੇ ਮਾਰ, ਚਾਹੇ ਜੋ ਮਰਜ਼ੀ ਕਰ, ਨਾਨਕ ਮੰਗੈ ਨਾਮ ਹਰ। ਇੱਥੇ ਕੱਕੇ ਨੂੰ ਔਂਕੜ ਲੱਗੀ ਹੈ। ਪੰਜਵੀਂ ਪਾਤਸ਼ਾਹੀ ਆਪਣੇ ਤੇ ਲਾ ਕੇ ਕਹਿ ਰਹੇ, ਮੈਨੂੰ ਨਾਮ ਚਾਹੀਦਾ, ਮੇਰੇ ਅੰਦਰ ਜੋ ਗੁਪਤ ਨਾਮ ਹੈ ਮੈਨੂੰ ਉਹ ਚਾਹੀਦਾ ਹੈ ਮਾਲਕਾ, ਮੈਨੂੰ ਉਹ ਚਾਹੀਦਾ ਹੈ। ਕਰ ਕਿਰਪਾ ਸੰਜੋਗ, ਕਿਰਪਾ ਕਰ ਮਾਲਕਾ, ਤੂੰ ਵੀ ਮੇਰੀ ਪਿੱਠ ਤੇ ਰਹਿ। ਮੇਰੇ ਗੁਰੂ ਨੇ ਦੱਸ ਦਿੱਤਾ ਕਿਵੇਂ ਪ੍ਰਗਟ ਹੋਣਾ ਹੈ, ਪਰ ਤੂੰ ਚਾਹੀਦਾ ਹੈ ਮੈਨੂੰ, ਤੂੰ ਮੇਰੀ ਪਿੱਠ ਤੇ ਰਹਿ, ਮੇਰੀ ਸਹਾਇਤਾ ਤੂੰ ਕਰ। ਹਾਂਜੀ ਸੁਖਵਿੰਦਰ ਜੀ। ਬੜਾ ਕਮਾਲ ਹੈ ਜੀ। ਉਹ ਕਹਿੰਦੇ ਵੀ ਦਰਸ਼ਨ ਦੀਜੈ ਖੋਲ ਕਵਾੜੋ, ਕਹਿੰਦੇ ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਕਹਿੰਦੇ ਮੈਂ ਨਹੀਂ ਹੁਣ ਤੇਰਾ ਦਰ ਛੱਡਦਾ, ਮੈਂ ਤਾਂ ਬਹਿ ਗਿਆ ਮੰਗਤੇ ਵਾਂਗੂ। ਉਹ ਕਹਿੰਦੇ ਉਹ ਜਦੋਂ ਕੋਈ ਮੰਗਤਾ ਆ ਜਾਂਦਾ ਤੇ ਆਪਾਂ ਉਹਨੂੰ ਨਾਰਮਲੀ ਲੋਕੀ ਕਹਿੰਦੇ ਚੱਲ 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 ਗਾਂ ਹੋ ਗਏ, ਅੱਗੇ ਚੱਲ ਬੀਬੀ, ਅੱਗੇ ਚੱਲ ਬਾਬਾ। ਉਹ ਕਹਿੰਦਾ ਨਹੀਂ ਬਸ 2 ਰੋਟੀਆਂ ਦੇ ਦੇ, ਕਿਉਂ ਭੁੱਖਾ ਹੈ ਉਹ ਵਿਚਾਰਾ। ਉਦਾਂ ਦੀ ਸਾਡੇ ਅੰਦਰ ਵੇਦਨ ਹੋਣੀ ਜ਼ਰੂਰੀ ਹੈ ਕਿ ਵੀ ਆਪਾਂ ਦਰ ਨਾ ਛੱਡੀਏ। ਇਹ ਗਿਆਨ ਤਾਂ ਲੈ ਲਿਆ ਮਾਲਕ ਤੋਂ, ਗੁਰੂ ਨੇ ਗਿਆਨ ਦ੍ਰਿੜ ਵੀ ਕਰਵਾਤਾ, ਸਾਰਾ ਕੁਛ ਕਰਵਾਤਾ, ਤੇ ਹੁਣ ਉੱਥੇ ਬੈਠ ਜਾਈਏ ਬਸ। ਪਰ ਇਹ ਵੀ ਨਾ ਤ੍ਰਿਸ਼ਨਾ ਰੱਖੀਏ ਕਿ ਵੀ ਮੈਨੂੰ ਪਰਮਾਤਮਾ ਮਿਲੂਗਾ। ਪਰਮਾਤਮਾ ਤ੍ਰਿਸ਼ਨਾ ਨਹੀਂ ਹੋਣੀ ਚਾਹੀਦੀ, ਬਸ ਉਹਦੀ ਇੱਕ ਤਾਂਘ ਹੋਣੀ ਚਾਹੀਦੀ ਹੈ ਕਿ ਵੀ ਬਸ ਮੈਂ ਬਹਿ ਗਿਆ ਮਾਲਕਾ, ਹੁਣ ਤੂੰ ਹੀ ਕਿਰਪਾ ਕਰ, ਮੇਰੇ ਬਸ ਕੁਛ ਨਹੀਂ। ਉਹਦੇ ਭਾਣੇ ਦੇ ਵਿੱਚ ਜੋ ਕੁਛ ਵੀ ਹੋ ਰਿਹਾ ਹੈ, ਭਾਵੇਂ ਦੁੱਖ ਆ ਰਿਹਾ, ਸੁੱਖ ਆ ਰਿਹਾ, ਜੋ ਵੀ ਆ ਰਿਹਾ ਹੈ, ਬਸ ਡਰ ਨਹੀਂ ਛੱਡਣਾ। ਹਾਂਜੀ ਜੀ ਜੀ, ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ, ਦਰ ਕਦੇ ਨਾ ਛੋੜੇ। ਜੀ ਜੀ। ਤੇ ਇਸ ਤੋਂ ਅੱਗੇ ਜਿਹੜੀ ਆ ਪੌੜੀ ਆ ਗਈ। ਪੌੜੀ ਜਿਵੇਂ ਕਰਮ ਕਮਾਉਂਦਾ ਤੇ ਵੇਹ ਫਲ ਤੇ। ਬਸ ਦੇਖੋ ਬਿਲਕੁਲ ਕ੍ਰਿਸਟਲ ਕਲੀਅਰ ਜਿਹੜੀ ਹੈਗੀ ਚੌਥੀ ਪਾਤਸ਼ਾਹੀ ਦੀ ਪੌੜੀ ਹੈਗੀ। ਕਹਿੰਦੇ ਪਿਆਰਿਆ ਜਿਹੜੇ ਵੀ ਕਰਮ ਕਰੇਗਾ ਨਾ, ਜੋ ਤੂੰ ਕਰੇਗਾ ਨਾ ਪਿਆਰਿਆ, ਉਹਦੇ ਵਿੱਚ ਹੀ ਆਊਟਪੁੱਟ ਆਏਗੀ। ਬਸ ਜੋ ਕੁਛ ਵੀ ਕਰਮ ਕਰੇਗਾ, ਦੁਨੀਆ ਦੀ ਚੜ੍ਹਾਈ ਚਾਹੀਦੀ, ਦੁਨੀਆ ਦੇ ਵਿੱਚ ਕੋਈ ਤੈਨੂੰ ਕੋਈ ਐਗਜ਼ਾਮ, ਕੋਈ ਡਿਗਰੀ ਕੁਛ ਕਰਨਾ ਹੈ, ਤੂੰ ਉਹਦੇ ਵਾਸਤੇ ਪੂਰਾ ਆਪਣਾ ਯੋਗਦਾਨ ਪਾ। ਆਪਣੇ ਆਪ ਮਾਲਕ ਪਰਮਾਤਮਾ ਜਿਹੜਾ ਹੈਗਾ ਮਿਹਰ ਕਰੇਗਾ, ਮਿਹਰ ਉਹਦੀ ਕਰੇਗਾ। ਮਾਲਕ ਉਹਦੀ ਕਰਦਾ ਹੈ ਜਿਹੜਾ ਉਹਦੇ ਵਾਸਤੇ ਸਮਰਪਿਤ ਹੁੰਦਾ ਹੈ, ਆਪਣੇ ਵੱਲੋਂ ਪੂਰਾ ਲਗਾ ਦਿੰਦਾ। ਜੇ ਵੇਹ ਕਰਮ ਕਮਾਉਂਦਾ ਤੇ ਵੇਹ ਫਲ ਤੇ, ਉਹੀ ਜਿਹਾ ਫਲ ਮਿਲਦਾ ਹੈ ਭਾਈ, ਉਹੀ ਜਿਹੀ ਫਲੀਭੂਤ ਹੁੰਦੇ ਆ। ਚੱਬੇ ਤੱਤਾ ਲੋਹਜ਼ਾਰ ਵਿੱਚ ਸੰਗੇ ਪਲਤੇ। ਕੋਈ ਜਿਹੜਾ ਹੈਗਾ ਇੰਨਾ ਲੋਹਾ, ਜਿਹੜਾ ਹਾਰਡ ਲੋਹਾ ਜਿਹੜਾ ਹੈਗਾ, ਉਹ ਤੱਤਾ ਲੋਹਾ ਜੇ ਚੱਬੂਗਾ ਤੇ ਤੱਤੇ ਨੇ ਤਾਂ ਵੈਸੇ ਹੀ ਗਲ ਦੇ ਵਿੱਚ ਜਿਹੜਾ ਹੈਗਾ ਕਿਤੇ ਨਾ ਕਿਤੇ ਜਾ ਕੇ ਮੋਰੀ ਕਰਕੇ ਵਿੱਚ ਬਹਿ ਜਾਣਾ ਹੈ ਭਾਈ, ਸੰਗੇ ਦੇ ਵਿੱਚ ਫਸ ਜਾਣਾ ਹੈ ਉਹਨੇ। ਘੱਤ ਗਲਾਵਾਂ ਚਾਲਿਆ ਤਿਨੇ ਦੂਤ ਅਮਲ ਤੇ। ਔਰ ਜਦ ਫਿਰ ਜਿਹੜਾ ਹੈਗਾ ਟਾਈਮ ਖਤਮ ਹੋ ਜਾਂਦਾ ਹੈ ਤੇ ਜੋ ਕਰਮ ਕੀਤੇ ਹੁੰਦੇ ਆ ਉਸੇ ਹਿਸਾਬ ਦੇ ਨਾਲ ਜੋ ਅਮਲ ਕੀਤੇ ਹੁੰਦੇ ਆ, ਤੇ ਉਹ ਦੂਤ ਜਿਹੜੇ ਹੈਗੇ ਗਲੇ ਨੂੰ ਜਿਹੜਾ ਹੈਗਾ ਫੜ ਕੇ ਗਲੇ ਦੇ ਵਿੱਚ ਫੜ ਕੇ ਰੱਸੀ ਪਾ ਕੇ ਲੈ ਜਾਂਦੇ ਆ ਭਾਈ। ਘੱਤ ਗਲਾਵਾਂ ਚਾਲਿਆ ਤਿਨੇ ਦੂਤ ਅਮਲ ਤੇ, ਅਮਲ ਕੀਤੇ ਆ ਇਸ ਕਰਕੇ ਲੇਖੇ ਦੇ ਵਾਸਤੇ। ਕਾਈ ਆਸ ਨਾ ਪੁੰਨੀਆਂ ਨਿਤ ਪਰਮਲ ਹਿਰਤੇ। ਕਹਿੰਦੇ ਕੋਈ ਆਸ ਪੂਰੀ ਨਹੀਂ ਹੋਈ, ਸਾਰਾ ਕੁਝ ਜੋ ਕੁਝ ਵੀ ਕੀਤਾ ਹੈ, ਜੋ ਕੁਝ ਖੱਟਿਆ ਕੁੱਟਿਆ, ਜੋ ਵੀ ਬੈਂਕ ਬੈਲੈਂਸ ਸਾਰਾ ਇੱਥੇ ਦੇ ਇੱਥੇ ਰਹਿ ਗਿਆ। ਉਹ ਕੀ ਹੈ? ਉਹ ਪਰਮਲ ਹਿਰਤੇ। ਮਹਾਰਾਜ ਤਾਂ ਉਹਨੂੰ ਜਿਹੜੇ ਹੈਗੇ ਪਰਾਈ ਮਲ ਕਹਿ ਰਹੇ ਆ। ਮਲ ਗੰਦਗੀ, ਇਹ ਮਾਇਆ ਜਿਹੜੀ ਵਿਸ਼ੇ, ਇਹ ਜਿਹੜਾ ਹੈਗਾ ਵਿਸ਼ ਹੈਗੀ, ਜ਼ਹਿਰ ਹੈਗੀ ਆ ਇਹ। ਕਹਿੰਦੇ ਇਸੇ ਨੂੰ ਹਿਰਦੇ ਹੋਏ, ਇਸੇ ਨੂੰ ਲੋਕਾਂ ਨੂੰ, ਦੂਸਰਿਆਂ ਨੂੰ, ਪਰਾਇਆ ਧਨ ਨੂੰ, ਪਰਾਏ ਚੀਜ਼ ਨੂੰ ਇਕੱਠੀ ਕਰਦੇ ਹੋਏ ਤੇਰਾ ਜਨਮ ਖਤਮ ਹੋ ਗਿਆ। ਤੇਰੇ ਪੱਲੇ ਕੀ ਆ ਹੁਣ ਦੱਸ? ਇਸ ਵੇਲੇ ਤੇਰੇ ਪੱਲੇ ਕੀ ਆ? ਕਾਈ ਆਸ ਨਾ ਪੁੰਨੀਆਂ, ਕੋਈ ਆਸ ਤਾਂ ਤੇਰੀ ਪੂਰੀ ਨਹੀਂ ਹੋਈ। ਉਸੇ ਤਰ੍ਹਾਂ ਕਾਮ, ਉਸੇ ਤਰ੍ਹਾਂ ਕ੍ਰੋਧ, ਉਸੇ ਤਰ੍ਹਾਂ ਲੋਭ, ਉਸੇ ਤਰ੍ਹਾਂ ਮੋਹ, ਸਾਰਾ ਦੇ ਸਾਰੇ ਬਰਕਰਾਰ ਰਹਿ ਗਏ। ਤੂੰ ਆਪ ਉੱਠ ਗਿਆ ਹੁਣ। ਕਾਈ ਆਸ ਨਾ ਪੁੰਨੀਆਂ ਨਿਤ ਪਰਮਲ ਹਿਰਤੇ। ਨਿਤ ਦਾ ਤੇਰਾ ਆਹੀ ਕੰਮ ਹੈਗਾ ਭਾਈ। ਕੀਆ ਨਾ ਜਾਣੇ ਅਕਿਰਤ ਕਣ ਵਿੱਚ ਜੋਨੀ ਫਿਰਤੇ। ਔਰ ਮਾਲਕ ਪਰਮਾਤਮਾ ਜੀ ਨੇ ਸਾਰਾ ਕੁਝ ਦਿੱਤਾ ਆ ਔਰ ਦੇ ਰਿਹਾ ਆ, ਔਰ ਸਵਾਸ 24 ਘੰਟੇ ਜਿਹੜਾ ਹੈਗੇ ਉਹ ਮਾਲਕ ਪਰਮਾਤਮਾ ਪੂਰੀ ਤਰ੍ਹਾਂ ਆਪਣੀ ਪਿੱਠ 'ਤੇ ਹਰ ਚੀਜ਼ ਅਵੇਲੇਬਲ ਕਰ ਰਿਹਾ ਹੈ। ਔਰ ਪਾਣੀ, ਹਵਾ, ਖਾਣ ਨੂੰ, ਪਦਾਰਥ ਭੋਗਣ ਨੂੰ, ਹਰ ਚੀਜ਼ ਰਹਿਣ ਨੂੰ, ਹਰ ਚੀਜ਼ ਦੇ ਰਿਹਾ ਹੈ ਮਾਲਕ। ਫਿਰ ਆਪਾਂ ਨਹੀਂ ਉਹਦਾ ਕੀਤੇ ਨੂੰ ਜਾਣਦੇ ਨਹੀਂ, ਸਿਆਣਦੇ ਹੀ ਨਹੀਂ। ਕੀਆ ਨਾ ਜਾਣੇ ਅਕਿਰਤ ਕਣ ਆ ਆਪਾਂ।
ਵਿੱਚ ਜੋਨੀ ਫਿਰਤੇ, ਫਿਰ ਤਾਂ ਭਾਈ ਜੂਨਾਂ ਦੇ ਵਿੱਚ ਤਾਂ ਜਾਣਾ ਪਊਗਾ ਭਾਈ। ਆਈ ਚਾਰਜ ਲੱਗਣਾ ਹੈ ਉੱਥੇ। ਕੀ ਆ ਨਾ ਜਾਣੇ ਭਾਈ, ਮਾਲਕ ਨੇ ਸਾਰਾ ਤੈਨੂੰ ਭੇਜਿਆ ਸੀਗਾ, ਤੈਨੂੰ ਜਿਹੜਾ ਹੈਗਾ ਇੱਥੇ ਵਣਜ ਕਰਨ ਵਾਸਤੇ ਭੇਜਿਆ ਸੀਗਾ। ਤੂੰ ਦੱਸ ਮਿੱਤਰਾ ਬਈ, ਮਾਲਕ ਪਰਮਾਤਮਾ ਨੇ ਕਿਹਾ ਸੀਗਾ ਬਈ ਤੈਨੂੰ ਨਾਮ ਛੁਪਾ ਕੇ ਗੁਪਤ ਤੇਰੀ ਦੇਹੀ ਅੰਦਰ ਹੈਗਾ, ਉਹਨੂੰ ਲੱਭਣਾ ਸੀਗਾ। ਉਹ ਕੰਮ ਕੀਤਾ ਹੈ, ਦੱਸ ਦੇ ਤੂੰ। ਉੱਥੇ ਆਪਾਂ ਜਿਹੜੇ ਹੈਗੇ ਆ ਚਾਰਜਸ ਉਹਦੇ ਕ੍ਰਿਮੀਨਲ ਹੋ ਜਾਂਦੇ ਆਪਾਂ। ਕੀਆ ਨਾ ਜਾਣਿਆ ਕਿਰਤ ਕਣ ਵਿੱਚ ਜੋਨੀ ਫਿਰਤੇ, ਸਭੇ ਧਿਰਾਂ ਨਿਖੁਟਿਅਸ ਹਿਰ ਲਈਅਸ ਧਰਤੇ। ਔਰ ਸਾਰੇ ਦੇ ਸਾਰੇ ਜੋ ਕੁਛ ਵੀ ਕਰ ਰਿਹਾ ਸੀਗਾ, ਸਾਰੇ ਜੋ ਵੀ ਜਿਹੜੇ ਵੀ ਆਸਰੇ ਜੋ ਵੀ ਕੁਛ ਕਰ ਰਿਹਾ ਸੀ, ਸਾਰੇ ਨਿਖੁੱਟ ਹੋ ਗਏ, ਇਹਦੇ ਸਵਾਸ ਹੀ ਮੁੱਕ ਗਏ। ਹਿਰ ਲਈਅਸ ਧਰਤੇ, ਔਰ ਮਾਲਕ ਨੇ ਜਿਹੜਾ ਹੈਗਾ ਉਹ ਚੁੱਕ ਲਿਆ ਧਰਤੀ ਤੋਂ। ਵਿਜਣ ਕਲਾ ਨਾ ਦੇਮ ਦਾ ਤਾਂ ਲਿਆ ਕਰਤੇ। ਔਰ ਕਈ ਐਸੇ ਵੀ ਹੈਗੇ ਆ ਜਿਹੜੇ ਹੈਗੇ ਐਸੇ ਦੁਨੀਆ ਦੇ ਵਿੱਚ ਆ ਕੇ ਲੋਕਾਂ ਨੂੰ ਤੰਗ ਕਰਦੇ ਆ। ਵਿਜਣ ਕਹਿੰਦੇ ਆ, ਬੰਦ ਹੀ ਨਹੀਂ ਕਰਦੇ ਆਪਣਾ ਜਿਹੜਾ ਹੈਗਾ, ਆਪਣੀ ਜਿਹੜੀ ਹੈਗੀ ਜੋ ਮਾਲਕ ਨੇ ਜੋ ਪਾਵਰ ਦਿੱਤੀ ਹੈ, ਜੋ ਪਿਛਲੀ ਕਮਾਈ ਹੈਗੀ, ਔਰ ਇੱਥੇ ਆ ਕੇ ਜਿਹੜੇ ਹੈਗੇ ਲੋਕਾਂ ਨੂੰ ਜਿਹੜੇ ਹੈਗੇ ਦੁਨੀਆ ਨੂੰ ਜਿਹੜੇ ਹੈਗੇ ਤਕਲੀਫ ਦਿੰਦੇ ਆ। ਵਿਜਣ ਕਲਾ ਜਿਹੜੀ ਹੈਗੀ ਉਹਨੂੰ ਬੰਦ ਹੀ ਨਹੀਂ ਕਰਦਾ, ਹਟਦਾ ਹੀ ਨਹੀਂ ਹੈ। ਤਾਂ ਲਿਆ ਕਰਤੇ, ਤਾਂ ਫਿਰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਪਹਿਲਾਂ ਹੀ ਚੁੱਕ ਲੈਂਦਾ। ਵਿਜਣ ਕਲਾ ਨਾ ਦੇਮਦਾ ਤਾਂ ਲਿਆ ਕਰਤੇ, ਜੋ ਕਰਤੇ ਅਹੰ ਮੇਵ ਚੜ ਧਰਤੀ ਪੜਤੇ। ਜਿਹੜੇ ਵੀ ਆਪਣੇ ਉੱਤੇ ਆਪਣੀ ਪਾਵਰ, ਆਪਣੀ ਸਰੀਰ 'ਤੇ, ਆਪਣੀ ਮਾਇਆ 'ਤੇ, ਆਪਣੇ ਪਦਾਰਥਾਂ 'ਤੇ, ਆਪਣੇ ਬਾਹੂਬਲ 'ਤੇ ਜੋ ਵੀ ਕੁਛ ਹੈਗਾ ਇੱਥੇ ਦੁਨੀਆ ਦੇ ਵਿੱਚ, ਜਿਹੜੇ ਵੀ ਉਹ 'ਤੇ ਹੰਕਾਰ ਕਰਦੇ ਆ, ਚੜ ਧਰਤੀ ਪੜਤੇ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਹੰਕਾਰ ਨਹੀਂ ਚੰਗਾ ਲੱਗਦਾ ਭਾਈ, ਉਹ ਚੜ ਜਾਂਦੇ ਆ, ਉਹ ਆਤਮਿਕ ਮੌਤ ਮਾਰੇ ਜਾਂਦੇ ਆ, ਆਪਣੀ ਮਨੁੱਖ ਜੂਨ ਗਵਾ ਦਿੰਦੇ ਆ। ਹਾਂਜੀ ਸੁਖਵਿੰਦਰ ਜੀ। ਹਾਂਜੀ, ਬਿਲਕੁਲ ਕਮਾਲ ਦੀ ਪੌੜੀ ਹੈ ਜੀ। ਉਹ ਕਹਿੰਦੇ ਜੀ ਜਿੱਦਾਂ ਦੇ ਕਰਮ ਕਰੋਗੇ ਉਦਾਂ ਦਾ ਤੁਹਾਨੂੰ ਵੱਢਣਾ ਪੈਣਾ। ਹਾਂ, ਇਹ ਭੁੱਲ ਜਾਓ ਕਿ ਵੀ ਮੈਂ ਕਰ ਲਿਆ ਤੇ ਬਸ ਇਹ ਤਾਂ ਬਸ ਨਿਬੜ ਗਿਆ। ਭੁੱਲ ਕਿਉਂਕਿ ਬੰਦਾ ਕੀ ਕਰਦਾ ਹੈ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਉਹ ਮਤਲਬ ਅੰਦਰੋਂ ਦੁਖੀ ਬਹੁਤ ਹੈ, ਪਰ ਉਹਨੂੰ ਨਾ ਉਹ ਤਲ ਤੇ ਰੱਖਣਾ ਚਾਹੁੰਦਾ ਵੀ ਯਾਰ ਇਹ ਬੀਜ ਐਸਾ ਬੀਜਿਆ ਗਿਆ, ਹੁਣ ਇਹ ਨਾ ਮੇਰੇ ਯਾਦ ਆਵੇ, ਬਸ ਕਰ ਲਿਆ ਬਸ। ਤੇ ਉਹ ਕਹਿੰਦੇ ਜਿਹਾ ਬੀਜਿਆ ਤੇਹਾ ਲੁਣੇ ਕਰਮਾ ਸੰਦਰਾ ਖੇਤ। ਇਹ ਤਾਂ ਤੈਨੂੰ ਦੇਣਾ ਪੈਣਾ ਲੇਖਾ। ਦੂਜੀ ਗੱਲ ਇਹ ਵੀ ਕਹਿ ਰਹੇ ਨਾਲ ਕਿ ਬਈ ਜੇ ਤੂੰ ਲੋਹੇ ਨੂੰ ਚੱਬੇਗਾ ਤੇ ਉਹ ਕੰਡਾ ਤਾਂ ਤੇਰੇ ਚੁਭੂਗਾ, ਇਹਨੂੰ ਕਿੱਦਾਂ ਹਜਮ ਹੋ ਜਾਊਗਾ ਤੇਰੀ? ਹਾਂ, ਉਹਨੇ ਤਾਂ ਚੁਭਣਾ ਹੀ ਹੈ, ਉਹਦਾ ਕੰਮ ਹੈ। ਜੋ ਤੇਰੀ ਉਨੀ ਕੈਪੈਸਿਟੀ ਨਹੀਂ ਹੈ ਲੋਹਾ ਚੱਬਣ ਦੀ। ਤੇ ਉਹ ਕਹਿੰਦੇ ਵੀ ਤੂੰ ਦੂਜੀ ਇੱਕ ਨਾਲ ਕਹਿੰਦੇ ਕਿ ਵੀ ਜੇ ਤੂੰ ਆਪ ਕਹਿੰਦੇ, ਉਹ ਪ੍ਰਮਾਤਮਾ ਵੀ ਉਹਨਾਂ ਦੀ ਹੈਲਪ ਕਰਦਾ ਨਾ ਜਿਹੜੇ ਹੂ ਹੈਲਪ ਦੈਮਸੈਲਵਸ। ਇੱਛਾ ਤਾਂ ਤੂੰ ਕਰਨੀ ਹੈ, ਕਰਮ ਤੂੰ ਆਪ ਬਣਾਣੇ, ਫਿਰ ਉਹਦੀ ਨਜ਼ਰ ਦਾ ਪਾਤਰ ਤਾਂ ਬਣੇਗਾ। ਬਿਲਕੁਲ, ਅਦਰਵਾਈਜ਼ ਤਾਂ ਪੋਸੀਬਲ ਹੀ ਨਹੀਂ ਹੈ। ਤੇ ਕਿਉਂਕਿ ਜਿਸ ਤਰ੍ਹਾਂ ਜੇ ਤੂੰ ਉਲਟੇ ਪੁਲਟੇ ਕਰਮ ਕੀਤੇ ਆ ਤੇ ਉਹ ਕਲਾਮੇ 'ਚ ਪੈ ਹੀ ਜਾਣਾ, ਉਹ ਤਾਂ ਰੱਸਾ ਤਾਂ ਪੈ ਹੀ ਜਾਣਾ, ਉਹ ਤਾਂ ਪਿਆ ਹੀ ਹੋਇਆ, ਰੋਜ਼ ਹੀ ਪਿਆ ਹੋਇਆ। ਬਿਲਕੁਲ। ਤੇ ਉਹ ਨਾਲ ਫਿਰ ਕਹਿੰਦੇ ਫਿਰ ਇਹਦੇ ਨਾਲ ਤੇਰਾ ਹੋਣਾ ਕੀ ਹੈ? ਤੈਨੂੰ ਕੁਛ ਮਿਲਣਾ ਤਾਂ ਕੁਛ ਹੈ ਨਹੀਂ, ਤੇਰੀ ਕੋਈ ਆਸ ਪੂਰੀ ਕੀ ਹੋਣੀ ਹੈ? ਤੂੰ ਨਾਲ ਜੇ ਤੂੰ ਏਦਾਂ ਦਾ ਪਰਾਇਆ ਮਲ ਜਿਹੜਾ ਇਕੱਠਾ ਕਰ ਲਿਆ, ਤੈਨੂੰ ਮਿਲਿਆ ਤਾਂ ਕੁਛ ਹੈ ਨਹੀਂ। ਚੱਲਿਆ ਕੀ ਹੈ? ਤੂੰ ਜਨਮ ਮਰਨ ਦੇ ਗੇੜ 'ਚ ਪਏਗਾ ਜਦੋਂ, ਤੇ ਨਾਲ ਕੀ ਜਾਣੀ ਹੈ ਤੇਰੀ ਜਿਹੜੀ ਤ੍ਰਿਸ਼ਨਾ ਅਧੂਰੀ ਹੈ। ਤਰਲੋਚਨ ਜੀ ਦਾ ਸ਼ਬਦ ਆਉਂਦਾ ਨਾ ਕਿ ਵੀ ਉਹ ਐਸੀ ਚਿੰਤਾ ਮੇ ਜਾਂ ਮਰੋ, ਜਿਹੜੀ ਲੈ ਜਾਏਗਾ ਨਾਲ ਉਹ ਜਿਹਾ ਕੁਛ ਹੀ ਹੋ ਜਾਣਾ ਤੇਰੇ ਨਾਲ। ਬਿਲਕੁਲ ਕੁੰਡਲੀ ਮਾਰ ਕੇ ਇਸ ਮਾਇਆ ਦਾ ਜਿਹੜਾ ਤੂੰ ਲੈ ਕੇ ਨਾਲ ਤ੍ਰਿਸ਼ਨਾ ਲੈ ਕੇ ਤੂੰ ਜਾਂ ਪ੍ਰੇਤ ਜੂਨ 'ਚ ਭਟਕੀ ਜਾਈ ਜਾਂ ਵੇਸਵਾ ਜੂਨ 'ਚ ਤੁਰਿਆ ਫਿਰੀ, ਸੂਰੀ ਦੇ ਜੂਨ 'ਚ ਤੁਰਿਆ ਫਿਰੀ। ਉਹ ਕਹਿੰਦੇ ਜੋ ਤੂੰ ਜਿਸ ਤਰ੍ਹਾਂ ਦਾ ਕਰੇਗਾ ਨਾ ਉਹ ਤੈਨੂੰ ਭੁਗਤਣਾ ਤਾਂ ਪੈਣਾ ਹੀ ਹੈ। ਕਿਉਂਕਿ ਅਦਰਵਾਈਜ਼ ਅਕਿਰਤਗਣ, ਹੁਣ ਅਕਿਰਤਗਣ ਕੌਣ ਹੈ? ਜਿਹੜਾ ਖਾ ਕੇ ਮੁੱਕਰ ਪਾਏ, ਲੈ ਮੁੱਕਰ ਪਾਏ। ਬਿਲਕੁਲ, ਉਹ ਸਾਰਾ ਕੁਛ ਉਹ ਦੇ ਰਿਹਾ ਹੈ, ਤੂੰ ਉਹਦਾ ਧੰਨਵਾਦ ਵੀ ਨਹੀਂ ਕੀਤਾ, ਉਹਦਾ ਅਨੁਭਵ ਨਹੀਂ ਕੀਤਾ ਕਿ ਮੈਨੂੰ ਜਿਸ ਕੰਮ ਲਈ ਭੇਜਿਆ ਸੀ ਮੈਂ ਕੌਣ ਆ, ਮੈਂ ਕੀ ਕਰਨ ਆਇਆ ਇੱਥੇ, ਕਦੇ ਤਾਂ ਯਾਦ ਕਰਾਂ ਨਾ। ਬਸ ਮੈਂ ਮੇਰੀ ਮੇਰਾ ਮੈਂ ਉਹ ਕਰਤਾ ਤੇ ਕਿੱਦਾਂ ਨਿਕਲੂਗਾ ਫਿਰ? ਉਹ ਕਹਿੰਦੇ ਉਹਨੂੰ
ਧਰਤੀ ਤੋਂ ਚੁੱਕ ਲੈਂਦਾ ਮਾਲਕ। ਉਹ ਕਹਿੰਦਾ ਛੱਡ, ਤੂੰ ਕਰੀ ਜਾਂਦਾ ਨਾ, ਮਨ ਵੀ ਮੈਂ ਹੀ ਆ, ਤੂੰ ਆਪਣਾ ਹੀ ਗੁਣਗਾਨ ਕਰੀ ਜਾ ਰਿਹਾ ਤੇ ਚੱਲ ਤੂੰ ਚੱਲ ਹੁਣ ਅੱਗੇ, ਫਿਰ ਤੂੰ ਹੁਣ ਮੈਂ ਹੁਣ ਨਾਲ ਅੱਗੇ, ਤੂੰ ਹੋਰ ਕਿਤੇ ਕੰਮ ਲਾਈਏ ਤੈਨੂੰ, ਇੱਥੇ ਤੇਰਾ ਕੰਮ ਖਤਮ ਹੋ ਗਿਆ, ਤੇਰੇ ਕਰਮ ਜਿਹੜੇ ਆ ਉਹ ਪਿਛਲਾ ਉਹ ਤੇਰਾ ਇੱਥੇ ਨਿਬੜ ਗਿਆ ਤੇ ਚੱਲ ਹੁਣ ਅੱਗੇ। ਉਹ ਲੈ ਜਾਂਦਾ ਜੀ। ਉਹ ਬਾਕੀ ਦੂਜੀ ਗੱਲ ਤਾਂ ਉਹ ਹੈ ਹੀ ਹੈ, ਜਿਹੜੇ ਇੱਥੇ ਰੋਜ਼ ਝਗੜਾ ਕਰਦੇ ਆ ਜਿੱਦਾਂ, ਤੇ ਉਹ ਨਿੰਦਾ ਕਰਦੇ ਆ, ਹੋਂ ਕਰਦੇ ਫਿਰਦੇ ਆ, ਉਹ ਤਾਂ ਪ੍ਰਮਾਤਮਾ ਤਾਂ ਉਹ ਕਹਿੰਦੇ ਆ ਵੀ ਜੇ ਉਹਦੀ ਖੇਡ ਹੈ ਇਹ, ਉਹ ਧਰਤੀ ਤੇ ਆਕਾਸ਼ ਚੜਾਵੇ, ਉਹ ਚੜੇ ਆਕਾਸ਼ ਗਿਰਾਵੇ। ਬਿਲਕੁਲ, ਜਿੱਥੇ ਤੱਕ ਜਿਹੜਾ ਹੈਗਾ, ਜਿੱਥੇ ਤੱਕ ਮਾਲਕ ਪਰਮਾਤਮਾ ਨੇ ਲਿਮਿਟ ਰੱਖੀ ਹੋਈ ਹੈ, ਜਿਹੜਾ ਲਿਮਿਟ ਕ੍ਰਾਸ ਕਰ ਜਾਂਦਾ ਹੈ ਉਹਦੀ ਖੇਡ ਦੇ ਵਿੱਚ ਦੂਸਰਿਆਂ ਨੂੰ ਤਕਲੀਫ ਦਿੰਦਾ ਹੈ, ਉਹ ਫਿਰ ਉਹਨੂੰ ਚੁੱਕ ਲੈਂਦਾ, ਉਹਨੂੰ ਹਟਾ ਦਿੰਦਾ ਹੈ। ਬਿਲਕੁਲ ਠੀਕ ਹੈ ਜੀ। ਹਾਂਜੀ ਹਾਂਜੀ। ਤੇ ਅੱਗੇ ਅਗਲੀ ਆਖਰੀ ਪੌੜੀ ਦੇ ਸ਼ਲੋਕ ਮਹਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ। ਕਹਿੰਦੇ ਗੁਰੂ ਤੋਂ, ਬ੍ਰਹਮ ਗਿਆਨੀਆਂ ਤੋਂ ਕੀ ਮਿਲਦਾ ਹੈ ਆਪਾਂ ਨੂੰ? ਬ੍ਰਹਮ ਗਿਆਨੀਆਂ ਤੋਂ ਆਪਾਂ ਨੂੰ ਕਹਿੰਦੇ ਆ ਵਿਵੇਕ ਬੁੱਧੀ ਮਿਲਦੀ ਹੈ, ਵਿਚਾਰਨ ਦੀ ਬੁੱਧੀ ਮਿਲਦੀ ਹੈ, ਸਹੀ ਔਰ ਝੂਠ ਦੀ ਪਰਖ ਕਰਨ ਦੀ ਬੁੱਧੀ ਮਿਲਦੀ ਹੈ, ਆਹ ਬੁੱਧੀ ਮਿਲਦੀ ਹੈ ਭਾਈ। ਗੁਰਮੁਖੇ ਗਿਆਨ ਵਿਵੇਕ ਬੁੱਧ ਹੋਏ। ਗੁਰੂਆਂ ਕੋਲੋਂ, ਗੁਰੂ ਦੇ ਮੁਖ ਤੋਂ ਕੀ ਮਿਲਦਾ ਹੈ ਸਾਨੂੰ? ਉਹਨਾਂ ਨੇ ਗਿਆਨ ਦੇਣਾ ਹੈ, ਵਿਵੇਕ ਬੁੱਧੀ ਦੇਣੀ ਹੈ, ਵਿਵੇਕ ਬ੍ਰਹਮ ਗਿਆਨ ਦੇਣਾ ਹੈ ਉਹਨਾਂ ਨੇ, ਜਿਹੜਾ ਹੈਗਾ ਜੋ ਉਹਨਾਂ ਨੇ ਜੋ ਨਿਚੋੜਿਆ ਉਹਨਾਂ ਦੇ ਕੋਲ, ਉਹ ਦੇਣਾ ਉਹਨਾਂ ਨੇ ਉਹ ਦੀਵਾ ਆ, ਉਹ ਪ੍ਰਕਾਸ਼ ਹੈ, ਉਹਦੇ ਪ੍ਰਕਾਸ਼ 'ਚ ਆਪਾਂ ਨੇ ਉਹ ਰਸਤੇ ਤੇ ਤੁਰਨਾ ਹੈਗਾ। ਹਾਲੇ ਕਾਰਵਾਈ ਬਾਕੀ ਹੈ, ਤੁਰਨਾ ਬਾਕੀ ਹੈਗਾ। ਗੁਰਮੁਖੇ ਗਿਆਨ ਵਿਵੇਕ ਬੁੱਧ ਹੋਏ, ਹਰ ਗੁਣ ਗਾਵੇ ਹਿਰਦੇ ਹਾਰ ਪਰੋਏ। ਫਿਰ ਇਨਸਾਨ ਜਿਹੜਾ ਹੈਗਾ ਉਹ ਪਰਮੇਸ਼ਰ ਦੀ ਭਗਤੀ ਕਰਦਾ ਹੈ, ਆਪਣੇ ਅੰਦਰ ਬੈਠਦਾ ਹੈ, ਔਰ ਉਹ ਗੁਣ ਜਿਹੜੇ ਹੈਗੇ ਆਟੋਮੈਟਿਕਲੀ ਉਹਦੇ ਅੰਦਰ ਜਿਹੜੇ ਹੈਗੇ ਗੁਣਾਂ ਦਾ ਧਾਰਨੀ ਹੋ ਜਾਂਦਾ, ਕਿਉਂਕਿ ਉਹ ਸੱਚ ਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਗੁਣਾਂ ਦਾ ਹਾਰ ਪਰੋਏ ਮਤਲਬ ਉਹਦੇ ਜੀਵਨ ਦੇ ਵਿੱਚ ਗੁਣ ਆ ਜਾਂਦੇ ਆ, ਅਵਗੁਣ ਘਟ ਜਾਂਦੇ ਆ। ਜਦੋਂ ਹਰ ਗੁਣ ਗਾਵੇ, ਜਦੋਂ ਇਹ ਭਗਤੀ ਕਰਦਾ ਹੈ, ਪ੍ਰੇਮਾ ਭਗਤੀ, ਜਦ ਧਿਆਨ ਸਿਮਰਨ, ਕਿਉਂਕਿ ਗੁਣ ਅਵਗੁਣ ਦੋਨੋਂ ਹੀ ਆਪਣੇ ਅੰਦਰ ਹੈਗੇ ਆ। ਬਸ ਆਪਾਂ ਨੇ ਕੀ ਕਰਨਾ ਹੈ, ਆਪਾਂ ਨੇ ਜਿਹੜਾ ਹੈਗੇ ਜਿਹੜੇ ਅਵਗੁਣ ਛੱਡ ਦੇਣੇ ਤੇ ਗੁਣ ਆਟੋਮੈਟਿਕਲੀ ਰਹਿ ਗਏ ਭਾਈ। ਗੁਣ ਆ ਗਏ ਤੇ ਅਵਗੁਣ ਚਲੇ ਜਾਣਗੇ, ਇਹ ਦੋਨੋਂ ਵਾਈਸ ਵਰਸਾ ਹੈਗੇ ਭਾਈ। ਪਤਿਤ ਪਾਵਨ ਪਰਮ ਵਿਚਾਰੀ, ਪਤਿਤ ਪਾਵਨ ਪਰਮ ਵਿਚਾਰੀ, ਪਤਿਤ ਨੂੰ ਪਵਿੱਤਰ ਕਰਨ ਵਾਲੇ ਪਰਮ ਵਿਚਾਰੀ। ਜੇ ਉਸ ਮਿਲੇ ਤਿਸ ਪਾਰ ਉਤਾਰੀ। ਤੇ ਜਿਹੜਾ ਵੀ ਉਹਨਾਂ ਨੂੰ ਮਿਲੂਗਾ, ਆਇਆ ਦੇਖੋ ਪਤਿਤ ਪਾਵਨ ਪਰਮ ਵਿਚਾਰੀ, ਉਹ ਪਰਮ ਪਰਮਾਤਮਾ ਨੂੰ ਉਹਨੂੰ ਵਿਚਾਰਦੇ ਆ। ਉਹ ਪਤਿਤ ਪਾਵਨ ਆ, ਪਵਿੱਤ ਪਾਵਨ ਬਿਲਕੁਲ ਪਵਿੱਤਰ ਹੋ ਜਾਂਦਾ ਹੈ, ਅਵਗੁਣ ਨਿਕਲ ਜਾਂਦੇ ਆ, ਪਵਿੱਤਰ ਹੋ ਜਾਂਦਾ ਹੈ। ਜਿਹੜਾ ਵੀ ਇਸ ਤਰੀਕੇ ਦੇ ਨਾਲ, ਜਿਹੜਾ ਵੀ ਗੁਰੂ ਤੋਂ ਗਿਆਨ ਲੈਂਦਾ ਹੈ, ਵਿਵੇਕ ਬੁੱਧੀ ਹੋ ਜਾਂਦੀ ਹੈ, ਮਿਲ ਜਾਂਦੀ ਹੈ, ਤੇ ਪਰਮੇਸ਼ਰ ਦੀ ਭਗਤੀ ਕਰਦਾ ਹੈ ਔਰ ਗੁਣ ਆ ਜਾਂਦੇ ਆ, ਤੇ ਉਹ ਪਵਿੱਤ ਪਾਵਨ ਪਰਮ ਵਿਚਾਰੀ ਹੋ ਜਾਂਦਾ ਹੈ। ਜੇ ਉਸ ਮਿਲੇ ਤਿਸ ਪਾਰ ਉਤਾਰੀ। ਲਓ ਦੇਖੋ, ਕਹਿੰਦੇ ਜਿਹੜਾ ਵੀ ਉਹਦੀ ਸੰਗਤ ਕਰੂਗਾ, ਜਿਹੜਾ ਵੀ ਕੋਈ ਵੀ, ਕਹਿੰਦੇ ਉਹਨੂੰ ਵੀ ਪਾਰ ਲੈ ਜਾਊਗਾ। ਜੇ ਕੋਈ ਉਹਦੀ ਸੰਗਤ ਕਰੂਗਾ, ਉਹਦੇ ਹਿਸਾਬ ਦੇ ਨਾਲ ਚੱਲੂਗਾ। ਤੇ ਅੰਤਰ ਹਰ ਨਾਮ ਵਾਸਨਾ ਸਮਾਣੀ, ਉਹਦੇ ਅੰਦਰ ਤਾਂ ਖੁਸ਼ਬੂ ਆ ਰਹੀ ਹੈ ਭਾਈ ਪਰਮੇਸ਼ਰ ਦੇ ਨਾਮ ਦੀ। ਉਹ ਵਾਸਨਾ ਮਤਲਬ ਖੁਸ਼ਬੂ। ਅੰਤਰ ਹਰ ਨਾਮ, ਪਰਮੇਸ਼ਰ ਦਾ ਨਾਮ ਅੰਦਰ ਆ ਗਿਆ ਪਾਏ। ਅੰਤਰ ਮੁਸ਼ਕ ਚ ਘੋਲਿਆ, ਸਭ ਜਨਮ ਧਨ ਧੰਨਾ। ਹਰ ਦਰ ਸੋਭਾ ਮਹਾ ਉੱਤਮ ਬਾਣੀ, ਪਰਮੇਸ਼ਰ ਦੇ ਦਰ ਤੇ ਉਹਦੀ ਸੋਭਾ ਹੋ ਗਈ ਭਾਈ, ਔਰ ਉਹਦੀ ਬਾਣੀ ਮਹਾ ਉੱਤਮ ਹੋ ਗਈ। ਉਹ ਸਭ ਬਿਲਕੁਲ ਜਿਹੜਾ ਹੈਗਾ ਚੌਥੇ ਪਦ 'ਚ ਚਲਾ ਗਿਆ, ਬਣ ਗਿਆ ਮਹਾ ਉੱਤਮ ਬਾਣੀ। ਉਹਦੀ ਜੀਵਨ ਸ਼ੈਲੀ ਜਿਹੜੀ ਹੈਗੀ ਮਹਾ ਉੱਤਮ ਹੈ, ਉਹਨੂੰ ਮਹਾ ਉੱਤਮ ਬਣਾ ਦਿੱਤਾ। ਜੇ ਪੁਰਖ ਸੁਣੇ ਸੋ ਹੋਏ ਨਿਹਾਲ, ਜਿਹੜਾ ਵੀ ਉਹਨਾਂ ਦੀ ਗੱਲ ਸੁਣੇਗਾ ਤੇ ਉਹ ਭਾਈ ਨਿਹਾਲੋ ਨਿਹਾਲ ਹੋ ਜਾਏਗਾ। ਉਹ ਵੀ ਜਿਹੜਾ ਹੈਗਾ ਉਹਦੇ ਜੀਵਨ ਦੇ ਵਿੱਚ ਵੀ ਖੁਸ਼ਹਾਲੀ ਆਏਗੀ। ਨਾਨਕ ਸਤਿਗੁਰ ਮਿਲੈ ਪਾਇਆ ਨਾਮ ਧਨ ਮਾਲ,
ਆਇਆ ਪੈਂਦੇ ਕਹਿੰਦੇ ਬ੍ਰਹਮ ਗਿਆਨੀ ਸਤਿਗੁਰੂ ਉਹਨਾਂ ਨੂੰ ਮਿਲਣ ਦੇ ਨਾਲ ਆ ਨਾਮ ਧਨ ਪ੍ਰਾਪਤ ਹੋ ਜਾਂਦਾ ਹੈ। ਅਲਟੀਮੇਟਲੀ ਸਤਿਗੁਰੂ ਦੀ ਮੱਤ ਲੈਣ ਦੇ ਨਾਲ ਇਹ ਨਾਮ ਧਨ ਪ੍ਰਾਪਤ ਹੋ ਜਾਂਦਾ ਹੈ, ਮਾਲੋ ਮਾਲ ਹੋ ਜਾਂਦਾ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਹਾਂਜੀ, ਹੁਣ ਇਹਦੇ ਚ ਉਹ ਇਹੀ ਕਹਿ ਰਹੇ ਨੇ ਕਿ ਵੀ ਉਹ ਨਾਮ ਤੇਰੇ ਅੰਦਰ ਕਿੱਦਾਂ ਨਾਮ ਧਨ ਆਣਾ ਹੈ, ਉਹ ਕਿੱਦਾਂ ਆਉਣਾ ਹੈ। ਉਹ ਕਹਿੰਦੇ ਸਾਰਿਆਂ ਤੋਂ ਪਹਿਲਾਂ ਤਾਂ ਜਦੋਂ ਗੁਰੂ ਦੀ ਜਿਹੜੀ ਵਿਧੀ ਦੱਸੀ ਅਨੁਸਾਰ, ਜੋ ਬ੍ਰਹਮ ਗਿਆਨੀਆਂ ਨੇ, ਜੋ ਜਿਨ੍ਹਾਂ ਨੇ ਇੱਕ ਯਾਤਰਾ ਕੀਤੀ, ਉਹਨਾਂ ਤੋਂ ਲਿਆ ਨਾ ਤੂੰ ਗੁਰ ਜਾਂ ਇਹ ਵਿਧੀ ਲਈ, ਉਹਦੇ ਅਨੁਸਾਰ ਯਾਤਰਾ ਕੀਤੀ ਤੇ ਉਹਦੇ ਨਾਲ ਸ਼ੁਰੂ ਕੀਤੀ, ਜਦੋਂ ਉਹਦੇ ਨਾਲ ਸਭ ਤੋਂ ਪਹਿਲਾਂ ਤੇਰੀ ਕੀ ਹੋਏਗੀ? ਡਾਇਰੈਕਟ ਕਮਿਊਨੀਕੇਸ਼ਨ। ਜਿਹੜਾ ਆਪਣੀ ਮੱਤ ਨਾਲ ਨਹੀਂ ਤੂੰ ਉਹਨੂੰ ਕੋਈ ਮੈਚ ਕਰੇਗਾ, ਉਹ ਇਨਸਾਨ, ਉਹ ਕੀ ਹੋਏਗਾ? ਵਿਵੇਕ ਬੁੱਧੀ ਆ ਜਾਏਗੀ ਉਹਨੂੰ। ਜੋ ਚੰਗੇ ਮਾੜੇ, ਜੋ ਪ੍ਰਮਾਤਮਾ ਦੇ ਬੋਲ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ, ਤੇ ਉਹ ਡਾਇਰੈਕਟ ਕਮਿਊਨੀਕੇਸ਼ਨ ਤੋਂ ਜੋ ਆਏਗੀ ਨਾ ਚੀਜ਼, ਕਿਉਂਕਿ ਉਹਦੀ ਬੁੱਧੀ ਤੋਂ ਨਹੀਂ ਆ ਰਿਹਾ, ਉਹ ਬ੍ਰਹਮ ਚੋਂ ਆ ਰਹੀ ਹੈ ਆਵਾਜ਼। ਤੇ ਉਹ ਹੁੰਦਾ ਕੀ ਉਹਦੇ ਨਾਲ? ਉਹ ਹੋਏਗਾ ਕਿੱਦਾਂ ਇਹ ਕਿ ਔਗਣਾਂ ਦੀ ਜਿਹੜੀ ਹੈ ਨਾ, ਉਹ ਰਿਪਲੇਸਮੈਂਟ, ਔਗਣ ਦੇ ਅੰਦਰ ਹੀ ਹੈ ਗੁਣ, ਵੀ ਗੁਣ ਪ੍ਰਮਾਤਮਾ ਹੈ ਤੇ ਔਗਣ ਜਿਹੜੇ ਆ ਸੰਸਾਰ ਦੇ ਵਿੱਚ ਹੈ। ਉਹ ਜਿੱਦਾਂ ਹੀ ਰਿਪਲੇਸਮੈਂਟ ਹੋਈ ਤਾਂ ਉਹ ਟੋਟਲ ਟਰਾਂਸਫਰਮੇਸ਼ਨ ਹੋ ਜਾਏਗੀ ਜਦੋਂ ਉਹ ਪ੍ਰਮਾਤਮਾ ਪ੍ਰਗਟ ਹੋਏਗਾ। ਨਾਮ ਧਨ ਜਿਹੜਾ ਜਦੋਂ ਆਉਣਾ ਸ਼ੁਰੂ ਹੋਏਗਾ ਤਾਂ ਔਗਣਾਂ ਦੀ ਰਿਪਲੇਸਮੈਂਟ ਹੋ ਜਾਣੀ ਹੈ ਤੇ ਉਹ ਭੈੜੀ ਮੱਤ ਤੋਂ ਕੀ ਹੋ ਜਾਣਾ? ਉਹਨੇ ਵਿਵੇਕ ਬੁੱਧੀ ਵਾਲਾ ਹੋ ਜਾਣਾ। ਇਸ ਕਰਕੇ ਉਹ ਕਹਿੰਦੇ ਕਿ ਉਹ ਫਿਰ ਕੀ ਉਹਦੇ ਹਿਰਦੇ ਹੋਏਗਾ ਕਿੱਦਾਂ? ਉਹ ਕਹਿੰਦੇ ਉਹ ਹਰੀ ਦੇ ਗੁਣ ਗਾਉਂਦਾ ਰਹੇਗਾ, ਹਿਰਦੇ ਚੋਂ ਹਾਰ ਪੈ ਜਾਏਗਾ। ਉਹਦਾ ਹਾਰ ਪਰੋਣਾ ਮਤਲਬ ਉਹਦੇ ਅੰਦਰ ਜਾਪ ਚੱਲ ਪਏਗਾ। ਜਿਵੇਂ ਗੁਰਬਾਣੀ ਦੇ ਅੰਦਰ ਦੱਸਿਆ ਕਿ ਵੀ ਉਹ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਇਹੀ ਸਾਡਾ ਸਿਧਾਂਤ ਹੈ ਨਾ, ਕਿ ਵੀ ਉਹ ਪਹਿਲਾਂ ਤੁਸੀਂ ਜੀਭ ਨਾਲ, ਰਸਨਾ ਨਾਲ, ਫਿਰ ਅੰਦਰ ਹੌਲੀ ਹੌਲੀ ਹਿਰਦੇ ਚੋਂ, ਕੰਠ ਚੋਂ ਹਿਰਦੇ ਤੋਂ ਤੇਰੇ ਅੰਦਰ, ਤੇਰੇ ਸਰੀਰ ਮਤਲਬ ਅਜਪਾ ਜਾਪ ਦੇ ਅੰਦਰ, ਫਿਰ ਉਹ ਅਨੰਦ ਨਾਦ ਦੇ ਅੰਦਰ, ਤੇ ਅੱਗੇ ਗਗਨ ਮੰਡਲ ਦੇ ਅੰਦਰ ਉਹ ਤੇਰੀ ਸੁਰਤ ਜਿਹੜੀ ਹੈ ਜਾ ਕੇ ਉਹ ਲੀਨ ਹੋ ਜਾਏਗੀ ਉਸ ਪ੍ਰਮਾਤਮਾ ਦੇ ਅੰਦਰ। ਉਹ ਇੱਕ ਐਸਾ ਅਹਿਸਾਸ ਹੈ ਤੇ ਉਹ ਹਿਰਦੇ 'ਚ ਪਰੋਇਆ ਜਾਏਗਾ। ਤੇ ਫਿਰ ਕੀ ਹੋਏਗਾ ਕਿ ਉਹ ਬੰਦਾ, ਮਤਲਬ ਉਹ ਜਿਹੜਾ ਇਨਸਾਨ ਹੈ, ਉਹ ਕਿ ਉਹ ਉੱਚੀ ਮੱਤ ਵਾਲਾ, ਪਵਿੱਤ ਪਾਵਨ ਪਰਮ ਵਿਚਾਰੀ, ਉਹਦਾ ਹੀ ਰੂਪ ਹੋ ਜਾਏਗਾ, ਸੱਚ ਦਾ ਹੀ ਰੂਪ ਹੋ ਜਾਏਗਾ ਵੀਰ ਜੀ। ਔਰ ਜਿਹੜਾ ਵੀ ਉਹਦੀ ਕਹਿੰਦੇ ਸੰਗਤ ਕਰੇਗਾ, ਉਹਦੀ ਉਹ ਜਿੱਦਾਂ ਫੁੱਲ ਦੀ ਖੁਸ਼ਬੂ ਹੈ, ਕੋਈ ਟਲ ਥੋੜੀ ਕੋਈ ਇਹ ਥੋੜੀ ਕਹਿੰਦਾ ਮੈਨੂੰ ਨਾ ਦੇ ਬਈ, ਉਹ ਤਾਂ ਸਭ ਨੂੰ ਦਿੰਦਾ ਖੁਸ਼ਬੂ। ਉਹਦੀ ਖੁਸ਼ਬੂ ਜਾਏਗੀ, ਫੈਲੇਗੀ ਉਹਦੀ ਖੁਸ਼ਬੂ, ਔਰ ਉਹਦੀ ਮਹਿਕ ਜਾਏਗੀ। ਉਹਦੀ ਇਹ ਗਰੰਟੀ ਦੇ ਰਹੇ ਨੇ ਗੁਰੂ ਸਾਹਿਬ। ਤੇ ਉਹ ਕਹਿੰਦੇ ਫਿਰ ਉਹਨੂੰ ਜਿਹੜਾ ਵੀ ਸੁਣੇਗਾ, ਉਹ ਸੁਣੀਏ ਮੰਨੀਏ ਮਨ ਰੱਖੀਏ ਭਾਉ ਦੁੱਖ ਪਰ ਸੁੱਖ ਕਰ ਲੈ ਜਾਏ। ਉਹ ਜਿਹੜਾ ਵੀ ਉਹਨੂੰ ਸੁਣੇਗਾ, ਜਿਹੜਾ ਉਹਨੂੰ ਮਿਲੇਗਾ, ਫਿਰ ਮਤਲਬ ਉਹਨੂੰ ਸੁਣੇਗਾ, ਤੇ ਉਹ ਫਿਰ ਉਹ ਨਿਹਾਲੋ ਨਿਹਾਲ ਹੋ ਜਾਏਗਾ। ਤੇ ਉਹਦੇ ਨਾਲ ਉਹ ਨਾਮ ਧਨ ਦਾ ਮਾਲੋ ਮਾਲ ਹੋ ਜਾਏਗਾ। ਉਹਦੇ ਨਾਲ ਐਸਾ ਮਤਲਬ ਮਾਲਕ ਦੀ ਕਿਰਪਾ ਵਰਸੇਗੀ ਉਹਦੇ ਨਾਲ ਜੀ ਵੀ। ਅੱਗੇ ਚੌਥੀ ਪਾਤਸ਼ਾਹੀ ਜਿਹੜੀ ਹੈਗੀ, ਹੋਰ ਇਸ ਨੂੰ ਹੋਰ ਖੁਲਾਸਾ ਕਰਦੇ ਆ ਇਹਦਾ, ਬਈ ਗੁਰੂ ਨੂੰ ਮਿਲਣ ਦੇ ਨਾਲ ਜਿਹੜਾ ਹੈਗਾ ਯਾਤਰਾ ਕਿਵੇਂ ਹੁੰਦੀ ਆ, ਉਹਦੇ ਬਾਰੇ ਆਪਾਂ ਨੂੰ ਜਿਹੜੇ ਚੌਥੀ ਪਾਤਸ਼ਾਹੀ ਗਿਆਨ ਦੇ ਰਹੇ। सतगुर के जी की सार ना जापै, के पूरे सतगुरे भावै। सतगुर के जी की सार ना जापै, के पूरे सतगुर भावै। कहते नहीं पता लगता भाई, ये ब्रह्म ਗਿਆਨੀ ਹੈਗੇ, ਮਾਲਕ ਦੇ ਨਾਲ ਚੌਥੇ ਪਦ 'ਚ ਬੈਠੇ ਹੋਏ ਆ। ਉਹਨਾਂ ਦੀ ਸਾਰ ਮਾਲਕ ਪਰਮਾਤਮਾ ਦੇ, ਉਹ ਤਾਂ ਮਾਲਕ ਪਰਮਾਤਮਾ ਦਾ ਰੂਪ ਹੋ ਗਏ ਆ। ਉਹਨਾਂ ਦੀ ਸਾਰ ਕਿਹੜਾ ਜਾਣ ਸਕਦਾ ਹੈ ਭਾਈ, ਬਈ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਆ, ਉਹਨਾਂ ਦੇ ਅੰਦਰ ਕੀ ਹੈਗਾ। सतगुर के जी की सार ना जापै, के पूरे सतगुर भावै। की पूरे सतगुरु नूं की चंगा लगता है, पूरे सतगुरु नूं कहंदे नहीं पता लगता भाई। सतगुर के जी की सार ना जापै, के पूरे, क्योंकि आपां तो लेवल बहुत डिफरेंस है। वो चौथे पद 'ਚ हैगे, आपां जिहड़ी त्रिगुणी माया दे विच बैठे होए, असीं तां जिहड़े हैगे बिल्कुल साडी बुद्धि तां हनेरे दे विच बैठे हैं। किवें आ असीं जिहड़े हैगे ब्रह्म ज्ञानी दे जी दी सार जान सकते हैं। सतगुर के जी की सार ना जापै, के पूरे सतगुर भावै। गुर सिखां अंदर सतगुरु वरतै, जो सिखां नूं लोचै, सो गुर खुशी आवे। हाँ, एक चीज़ हैगी, ਜਿਹੜੇ ਗੁਰਸਿੱਖ ਹੈਗੇ, ਗੁਰੂ ਦੇ ਸਿੱਖ ਹੈਗੇ, ਉਹਨਾਂ ਦੇ ਅੰਦਰ ਜਿਹੜਾ ਹੈਗੇ ਸਤਿਗੁਰੂ ਵਰਤਦਾ ਹੈ। ਉਹਨਾਂ ਦੀ ਸੰਗਤ ਕਰ ਲਵਾਂਗੇ ਤੇ ਭਾਈ ਉਹ ਗੁਰੂ ਦੀ ਖੁਸ਼ੀ ਆ ਜਾਏਗੀ। ਉਹਨਾਂ ਦੀ ਸੰਗਤ ਕਰਨ ਦੇ ਨਾਲ ਵੀ ਗੁਰੂ ਦੀ ਖੁਸ਼ੀ ਆ ਜਾਏਗੀ, ਕਿਉਂਕਿ ਉਹ
ਉਹਨਾਂ ਨੇ ਯਾਤਰਾ ਕੀਤੀ ਹੈ ਔਰ ਉਹ ਜਿਹੜੇ ਹੈਗੇ ਉਸ ਰਸਤੇ ਤੇ ਉਹ ਜਿਹੜੇ ਹੈਗੇ ਉਹ ਕੰਮ ਕਰ ਰਹੇ ਆ ਜੋ ਗੁਰੂ ਚਾਹੁੰਦਾ ਹੈ, ਜੋ ਪੂਰੇ ਗੁਰੂ ਨੂੰ, ਪੂਰੇ ਸਤਿਗੁਰੂ ਨੂੰ ਜੋ ਭਾਉਂਦਾ ਆ ਉਹ ਕੰਮ ਗੁਰਸਿੱਖ ਕਰ ਰਹੇ ਆ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਜਿਹੜਾ ਵੀ ਉਹਨਾਂ ਸਿੱਖਾਂ ਨੂੰ ਉਹਨਾਂ ਦੀ ਸੰਗਤ ਕਰਦਾ ਹੈ, ਉਹਨਾਂ ਦੀ ਸੰਗਤ ਲੋਚਦਾ ਹੈ, ਉਹਨਾਂ ਦੇ ਅਨੁਸਾਰ ਜਿਹੜਾ ਹੈਗਾ ਜੋ ਵੀ ਉਹ ਵੀ ਚੱਲ ਪੈਂਦਾ ਹੈ ਤੇ ਗੁਰੂ ਨੂੰ ਖੁਸ਼ੀ ਆ ਜਾਂਦੀ ਹੈ। ਸਤਿਗੁਰ ਆਖੇ ਸੋ ਕਾਰ ਕਮਾਵਨ, ਸੋ ਜਪ ਕਮਾਵਨ ਕਮਾਵੈ, ਗੁਰਸਿੱਖਾਂ ਕੀ ਕਾਲ ਸੱਚਾ ਥਾਂ ਪਾਵੈ। ਕਹਿੰਦੇ ਉਹ ਕੀ ਕਰਦੇ ਆ ਗੁਰਸਿੱਖ? ਕਹਿੰਦੇ ਜੋ ਗੁਰੂ ਕਹਿੰਦੇ ਆ, ਬ੍ਰਹਮ ਗਿਆਨੀ ਕਹਿੰਦੇ ਆ, ਜੋ ਸਤਿਗੁਰੂ ਕਹਿੰਦੇ ਆ ਉਹ ਕੰਮ ਕਰਦੇ ਆ, ਉਹ ਐਕਸ਼ਨ ਕਰਦੇ ਆ, ਉਹ ਪ੍ਰੈਕਟੀਕਲ ਕਰਦੇ ਆ, ਉਹ ਜਪ ਕਰਦੇ ਆ, ਉਹ ਕਾਲ ਕਰਦੇ ਆ, ਮਿਹਨਤ ਕਰਦੇ ਆ ਤੇ ਮਾਲਕ ਪਰਮਾਤਮਾ ਗੁਰਸਿੱਖਾਂ ਦੀ ਕਾਲ ਉਹ ਸੱਚਾ ਥਾਂ ਪਾਉਂਦਾ ਹੈ, ਪਾਏ ਫਲ ਦਿੰਦਾ ਹੈ। ਵਿਣ ਸਤਿਗੁਰ ਕੇ ਹੁਕਮ ਹੈ, ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਨੇੜ ਨਾ ਆਵੈ। ਵਿਣ ਸਤਿਗੁਰ ਕੇ ਹੁਕਮ ਹੈ, ਜੇ ਕੋਈ ਕਹੇ ਗੁਰੂ ਦੇ ਹੁਕਮ ਤੋਂ ਇਲਾਵਾ ਬਈ ਗੁਰਸਿੱਖਾਂ ਦੇ ਕੋਲੋਂ ਕੰਮ ਕਰਾਇਆ ਜਾਏ, ਕਹਿੰਦੇ ਨਹੀਂ ਭਾਈ ਨਹੀਂ, ਗੁਰਸਿੱਖ ਨੇੜੇ ਨਹੀਂ ਆਏਗਾ ਉਹਦੇ। ਵਿਣ ਸਤਿਗੁਰ ਕੇ ਹੁਕਮ ਹੈ, ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਨੇੜ ਨਾ ਆਵੇ, ਉਹਦੇ ਨੇੜੇ ਨਹੀਂ ਆਏਗਾ ਭਾਈ। ਗੁਰੂ ਤੋਂ ਉਲਟ ਜੇ ਕੋਈ ਚਾਹੁੰਦਾ ਹੈ ਬਈ ਗੁਰਸਿੱਖ ਤੋਂ ਗੁਰੂ ਤੋਂ ਉਲਟ ਕੰਮ ਕਰਵਾ ਲਿਆ ਜਾਏ, ਕਹਿੰਦੇ ਨਹੀਂ, ਐਸੇ ਬੰਦੇ ਦੀ ਸੰਗਤ ਨਹੀਂ ਕਰੇਗਾ ਗੁਰਸਿੱਖ। ਗੁਰ ਸਤਿਗੁਰ ਅੱਗੇ ਕੋ ਜਿਉ ਲਾਇਕ ਹਾਲ ਹੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੈ। ਕਹਿੰਦੇ ਜਿਹੜਾ ਵੀ ਗੁਰੂ ਦੇ ਅੱਗੇ, ਗੁਰੂ ਸਤਿਗੁਰੂ ਦੇ ਅੱਗੇ ਜਿਹੜਾ ਆਪਣੇ ਅੰਦਰੋਂ ਜਿਹੜੀ ਹੈਗੀ ਜਿਉ ਤੋਂ, ਆਤਮਾ ਤੋਂ ਜਿਹੜਾ ਹੈਗਾ ਜੀ ਲਗਾ ਕੇ ਕੰਮ ਕਰਦਾ ਹੈ, ਘਾਲਨਾ ਕਰਦਾ ਹੈ, ਉਹਦੇ ਅੱਗੇ ਗੁਰੂ ਦਾ ਸਿੱਖ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਉਹਦਾ ਹੁਕਮ ਮੰਨਦਾ ਹੈ ਗੁਰੂ ਦਾ ਸਿੱਖ। ਤਿਸ ਅੱਗੇ ਗੁਰਸਿੱਖ ਕਾਰ ਕਮਾਵੈ। ਜੇ ਠੱਗੀ ਆਵੈ, ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੈ। ਕਹਿੰਦੇ ਜਿਹੜੇ ਸੰਗਤ ਦੇ ਵਿੱਚ ਆਉਂਦੇ ਆ, ਸੰਗਤ ਦੇ ਵਿੱਚ ਆ ਕੇ ਗੁਰਸਿੱਖ ਬਾਣਾ ਸਾਰਾ ਕੁਝ ਗੁਰਸਿੱਖ ਬਣੇ ਹੋਏ ਆ, ਪਰ ਹੈ ਠੱਗੀ ਅੰਦਰ, ਠੱਗੀ ਦੇ ਨਾਲ ਹੀ ਆਉਂਦੇ ਆ, ਠੱਗੀ ਦੇ ਨਾਲ ਹੀ ਉੱਠ ਕੇ ਜਾਂਦੇ ਆ। ਕਹਿੰਦੇ ਉਹਨਾਂ ਦੇ ਨੇੜੇ ਗੁਰਸਿੱਖ ਮੂਲ ਨਹੀਂ ਆਉਂਦਾ, ਗੁਰਸਿੱਖ ਮੂਲ ਨਾ ਆਵੈ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ, ਆਇਆ ਬ੍ਰਹਮ ਵਿਚਾਰ ਪਾਏ। ਨਾਨਕ ਇਹ ਜਿਹੜੀ ਚੌਥੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਇਹ ਬ੍ਰਹਮ ਵਿਚਾਰ ਦੱਸ ਦਿੱਤਾ ਪਰਮਾਤਮਾ ਦਾ, ਪਰਮਾਤਮਾ ਦੀ ਮੱਤ, ਪਰਮਾਤਮਾ ਦਾ ਗਿਆਨ ਜਿਹੜਾ ਹੈਗਾ ਬ੍ਰਹਮ ਗਿਆਨ ਆਖ ਕੇ ਸੁਣਾ ਦਿੱਤਾ ਹੈ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ, ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾ ਦੁਖ ਪਾਵੇ। ਕਹਿੰਦੇ ਭਾਈ ਜੋ ਗੁਰੂ ਕਹਿ ਰਹੇ, ਜੋ ਬ੍ਰਹਮ ਗਿਆਨੀ ਕਹਿ ਰਹੇ ਆ, ਜੋ ਉਹ ਕੰਮ ਕਰਨ ਨੂੰ ਕਹਿ ਰਹੇ ਆ, ਉਸ ਤੋਂ ਇਲਾਵਾ ਜਿਹੜਾ ਵੀ ਕੋਈ ਇਨਸਾਨ ਉਸ ਤੋਂ ਉਲਟ ਕਰੇਗਾ, ਉਸ ਨੂੰ ਡਾਇਲੂਟ ਕਰੇਗਾ, ਉਹ ਮਹਾ ਦੁੱਖ ਪਾਊਗਾ ਭਾਈ, ਮਹਾ ਦੁੱਖ ਪਾਊਗਾ, ਉਹ ਜੂਨਾਂ ਦੇ ਵਿੱਚ ਘੁੰਮੇਗਾ। ਹਾਂਜੀ ਸੁਖਿੰਦਰ ਜੀ। ਬਿਲਕੁਲ ਠੀਕ ਹੈ ਜੀ। ਉਹ ਦੇਖੋ ਗੁਰਸਿੱਖ ਦਾ ਕਿੰਨਾ ਸੋਹਣਾ ਚਿੱਤਰਨ ਕੀਤਾ ਹੈ ਗੁਰੂ ਸਾਹਿਬ ਨੇ ਵੀ ਉਹ ਗੁਰਸਿੱਖ ਜਿਹੜਾ ਹੈਗਾ ਉਹ ਕਰਦਾ ਕੀ ਹੈ। ਨਿੱਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵੀਰ ਜੀ, ਵਾਹਿਗੁਰੂ ਜੀ ਕੀ ਫਤਿਹ। ਆਜੋ ਵੀਰ ਜੀ। ਮੈਂ 2 ਮਿੰਟ ਮੈਂ ਲੈ ਲਾ, ਮੈਂ ਤੁਸੀਂ ਧਿਆਨ ਨਹੀਂ ਮਾਰਿਆ, ਫਿਰ ਮੈਨੂੰ ਬੋਲਣਾ ਪਿਆ। ਨਹੀਂ ਮੈਂ ਨਹੀਂ ਦੇਖਿਆ, ਮੈਂ ਨਹੀਂ ਦੇਖਿਆ। ਓਹ ਵੈਰੀ ਸੌਰੀ ਵੀਰ ਜੀ। ਕੋਈ ਗੱਲ ਨਹੀਂ, ਕੋਈ ਨਹੀਂ। ਅੱਛਾ, ਉਹ ਹੁਣ ਨਿੱਜਰ ਸਾਹਿਬ ਫੇਰ ਦੁਬਾਰਾ ਮੈਂ ਸੁਣ ਰਿਹਾ ਸੀ ਤੁਹਾਡੇ ਇਹੋ ਹੀ ਵਿਚਾਰ। ਹਾਂਜੀ। ਤੇ ਆਖਰ ਤੇ ਜਿਹੜਾ ਗੁਰੂ ਜੀ ਨੇ ਸਮਝਾਉਣਾ ਕੀਤਾ ਹੈ ਨਾ, ਦੇਖੋ ਉਹ ਕਹਿੰਦੇ ਨੇ ਕਿ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ, ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾ ਦੁਖ ਪਾਵੇ। ਹਾਂਜੀ, ਮਤਲਬ ਇੱਥੇ ਹੈ ਕਿ ਕਹਿੰਦੇ ਕਿ ਗਿਆਨ ਤੋਂ ਬਿਨਾ ਜੇ ਕੋਈ ਐਵੇਂ ਜੀਵਨ ਬਤੀਤ ਕਰਦਾ ਹੈ ਜਾਂ ਆਪਣੇ ਆਪ ਨੂੰ ਧਾਰਮਿਕ ਸਮਝ ਲੈਂਦਾ ਹੈ, ਉਹਦੇ ਲਈ ਕੋਈ ਵਧੀਆ ਚੀਜ਼ ਨਹੀਂ ਹੈ, ਕਿਉਂਕਿ ਉਹਨੂੰ ਪਤਾ ਨਹੀਂ ਹੈ। ਬਿਲਕੁਲ, ਉਹ ਅਚੀਵਮੈਂਟ ਨਹੀਂ ਆਏਗੀ। ਹਾਂ, ਉਹਦੀ ਦੇਖੋ ਜਿੱਦਾਂ ਬਦਾਮ ਦੇ ਵਿੱਚ ਰੋਗਨ ਕੱਢਣਾ ਹੈ, ਤੇ ਹੁਣ ਤੁਸੀਂ ਮੈਨੂੰ ਬਦਾਮ ਵੀ ਦੇ ਦਿਓ, ਕੋਲੀ ਵੀ ਦੇ ਦਿਓ, ਕਿੱਦਾਂ ਕੱਢਾਂਗਾ ਮੈਂ? ਵੇਸਟ ਕਰਾਂਗਾ ਨਾ ਮੈਂ, ਕੀ ਪਤਾ ਕਿੰਨਾ ਵੇਸਟ ਕਰ ਜਾ। ਤੇ ਜੀਵਨ ਬਹੁਤ ਕੀਮਤੀ ਹੈ, ਬਦਾਮ ਥੋੜੀ ਕਿ ਦੁਬਾਰਾ ਪਾਲੋਗੇ ਤੁਸੀਂ। ਇਹ ਤੇ ਵਨ ਟਾਈਮ
ਓਪਰਚੁਨਿਟੀ ਹੈ। ਇਸ ਕਰਕੇ ਕਹਿੰਦੇ ਕਿ ਜੇਕਰ ਤੁਸੀਂ ਇਸ ਮਾਰਗ ਤੇ ਚੱਲਣਾ ਹੈ ਤੇ ਪਲੀਜ਼ ਇਹ ਗ੍ਰੰਥਾਂ ਦਾ ਜਿਹੜਾ ਤੁਹਾਨੂੰ ਰੈਫਰੈਂਸ ਲੈਣਾ ਬੜਾ ਜ਼ਰੂਰੀ ਹੈ। ਕਿਤੇ ਤੁਸੀਂ ਗਲਤ ਮੈਪ ਨਾ ਲੈ ਕੇ ਚੱਲ ਪਿਓ ਹਾਂ ਔਰ ਅਗਲੇ ਬੰਨੇ ਫਿਰ ਉਹ ਤੁਸੀਂ ਰੋਂਗ ਸਾਈਡ ਤੇ ਚੱਲ ਗਏ, ਕਿਉਂਕਿ ਸ਼ਬਦ ਪ੍ਰਮਾਣ ਬੜਾ ਜ਼ਰੂਰੀ ਹੈ। ਹੁਣ ਕੱਲ ਦੀ ਵਿਚਾਰ ਮੈਂ 1 ਮਿੰਟ ਬੋਲਾਂਗਾ, ਟਾਈਮ ਹੈਗੇ ਆਪਣੇ ਕੋਲ ਥੋੜਾ ਜਿਹਾ ਮਿੰਟ ਹੈਗੇ, ਮਿੰਟ ਨਾ ਨਿਜਰ ਸਾਹਿਬ? ਹਾਂਜੀ ਹਾਂਜੀ 10-15 ਮਿੰਟ ਬਿਲਕੁਲ ਵੀ ਆਪਣੇ ਕੋਲ ਹੈਗੇ 20-25 ਮਿੰਟ। ਠੀਕ ਹੈ ਠੀਕ ਹੈ ਜੀ। ਕੱਲ ਦੀ ਵਿਚਾਰ ਜਿਹੜੀ ਚੱਲੀ ਸੀ ਨਾ, ਦੇਖੋ ਕੱਲ ਦੀ ਲੜੀ ਤੇ ਇਹੋ ਚੱਲੀ ਸੀ ਕਿ ਜੋ ਬੁਨਿਆਦੀ ਹੈਗਾ ਧਰਮ ਤੇ ਮਜ਼ਹਬ ਦੇ ਵਿੱਚ ਅੰਤਰ ਕੀ ਹੈ। ਮੋਸਟਲੀ ਲੋਕ ਕਨਫਿਊਜ਼ਡ ਨੇ, ਲੋਕ ਵੀ ਸੋਚਦੇ ਨੇ ਕਿ ਮੈਂ ਧਾਰਮਿਕ ਆ। ਉਹ ਧਾਰਮਿਕ ਨਹੀਂ ਆ, ਤੂੰ ਇੱਕ ਮਜ਼ਹਬ ਦੇ ਨਾਲ ਅਟੈਚ ਆ। ਉਹਦੇ ਜਿਹੜੀ ਯੂਨੀਫਾਰਮ ਆ, ਉਹਦੇ ਜੋ ਚਿੰਨ੍ਹ ਹੈਗੇ ਤੂੰ ਉਹ ਗ੍ਰਹਿਣ ਕੀਤੇ ਆ। ਮਤਲਬ ਜਿੱਦਾਂ ਆਪਾਂ ਸਕੂਲ ਦੀ ਯੂਨੀਫਾਰਮ ਲੈ ਲਈਏ ਤੇ ਬਾਅਦ ਚ ਕਹੀਏ ਕਿ ਬਸ ਕੰਮ ਖਤਮ ਨਹੀਂ, ਉਸ ਤੋਂ ਅੱਗੇ ਕਿਤਾਬਾਂ ਪੜ੍ਹਨੀਆਂ, ਕਿਤਾਬਾਂ ਪੜ੍ਹਨੀਆਂ ਵੀ ਆ ਤੇ ਕਿਤਾਬਾਂ ਦੇ ਅੰਦਰ ਜਿਹੜਾ ਗਿਆਨ ਲਿਖਣ ਉਹਨੂੰ ਸਮਝਣਾ। ਇੱਕ ਪਾਰਟੀਕਲ ਆਪਾਂ ਉਹ ਯੂਨੀਫਾਰਮ ਤੇ ਲੈ ਲਈ ਆ, ਪਰ ਉਸ ਤੋਂ ਅੱਗੇ ਪ੍ਰੋਗਰੈਸ ਕਰਨੀ ਆ। ਪਰ ਜ਼ਿਆਦਾਤਰ ਜਿਹੜੇ ਮਨੁੱਖ ਨੇ, ਦੇਖੋ ਇਹ ਜਿਹੜੇ ਗੁਰਦੁਆਰੇ ਮੰਦਿਰ 'ਚ ਜਾਂਦੇ ਨੇ ਲੋਕ ਸਾਰੇ ਤਾਮਸਿਕ ਲੋਕ ਨੇ। ਇਹਨਾਂ ਦੇ ਅੰਦਰ ਪੁੱਛੋ ਤੇ ਕਿਸੇ ਨੂੰ ਧੀ ਚਾਹੀਦੀ, ਕਿਸੇ ਨੂੰ ਪੁੱਤ ਚਾਹੀਦਾ ਵਾ, ਕਿਸੇ ਕੋ ਪੁੱਤ ਹੈਗਾ ਉਹਨੂੰ ਨੌਂ ਚਾਹੀਦੀ ਆ। ਹੁਣ ਜੇ ਕਿਸੇ ਕੋ ਨੌਂ ਹੈਗੀ ਉਹ ਕਹਿੰਦਾ ਮੈਨੂੰ ਬੱਚਾ ਦੋ, ਫਿਰ ਬੱਚਾ ਕੁੜੀ ਹੋਈ ਉਹ ਕਹਿੰਦਾ ਮੈਨੂੰ ਮੁੰਡਾ ਚਾਹੀਦਾ, ਫਿਰ ਮੁੰਡੇ ਦੇ ਬੱਚੇ, ਮੁੰਡੇ ਦੇ ਗਾਂ ਨੌਕਰੀਆਂ, ਉਹਨਾਂ ਦੇ ਲਈ ਘਰ-ਬਾਰ। ਮੋਸਟਲੀ ਇਹ ਲੋਕ ਜ਼ਿਆਦਾਤਰ ਜਿਹੜੇ ਤੁਹਾਨੂੰ ਧਾਰਮਿਕ ਦਿਖਾਈ ਦਿੰਦੇ ਨੇ ਕਿ ਜਾਂ ਗੁਰਦੁਆਰੇ ਮੰਦਿਰ 'ਚ ਪ੍ਰਸ਼ਾਦ ਚੜਾਉਂਦੇ ਨੇ, ਇਹ ਸਭ ਲੋਕ ਇਹਨਾਂ ਦੀਆਂ ਡਿਮਾਂਡਾਂ ਨੇ। ਅਸਲ 'ਚ ਕੋਈ ਧਾਰਮਿਕ ਮਨੁੱਖ ਨਹੀਂ ਆ। ਤੇ ਔਰ ਅਸਲ ਦੇ ਵਿੱਚ ਇਸੇ ਨੂੰ ਹੀ ਜ਼ਿਆਦਾਤਰ ਲੋਕ ਜਿਹੜੇ ਉਹ ਧਾਰਮਿਕ ਸਮਝ ਲੈਂਦੇ ਨੇ। ਔਰ ਜਿਹੜੇ ਪ੍ਰਚਾਰਕ ਵੀ ਆ ਮੋਸਟਲੀ ਉਹ ਵੀ ਇੱਥੋਂ ਤੱਕ ਹੀ ਗੱਲ ਖਤਮ ਕਰ ਦਿੰਦੇ ਆ ਕਿ ਇੱਥੇ ਆਓ, ਮੱਥਾ ਟੇਕੋ ਜਾਂ ਥੋੜੀ ਜੋ ਵੀ ਕਿਰਿਆ ਬੇਸਿਕ ਕਰੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਗੱਲ ਤੇ ਬਹੁਤ ਵੱਡਾ ਕੁਐਸਚਨ ਖੜਾ ਕਰਤਾ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਮੈਂ ਜਨੇਊ ਨੂੰ ਗ੍ਰਹਿਣ ਨਹੀਂ ਕਰਾਂਗਾ। ਕਿਉਂ? ਕਿਉਂਕਿ ਮੈਨੂੰ ਦੱਸੋ ਕਿ ਇਹਦਾ ਆਊਟਪੁੱਟ ਕੀ ਆ। ਫਿਰ ਦੂਸਰੀ ਤਰਫ ਤੇ ਉਹਨਾਂ ਨੇ ਫਿਰ ਜਦੋਂ ਨਮਾਜ਼ ਦੀ ਗੱਲ ਚੱਲੀ, ਉਹ ਉੱਥੇ ਨਮਾਜ਼ ਵੀ ਉਹਨਾਂ ਨੇ ਉਸ ਇੱਕ ਰੀਤ ਦਾ ਵੀ ਖੰਡਨ ਕੀਤਾ। ਇਹ ਚੀਜ਼ ਅਸੀਂ ਭੁੱਲ ਗਏ ਆ। ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਕਿ ਜੇ ਨਮਾਜ਼ ਦੀ ਗੱਲ ਕੀਤੀ ਆ ਤੇ ਇੱਥੇ ਮੱਥਾ ਟੇਕਣ ਦੀ ਵੀ ਗੱਲ ਸੇਮ ਆ। ਬਿਲਕੁਲ ਸੇਮ ਚੀਜ਼ ਆ। ਆਪਾਂ ਉਹਨਾਂ ਦੇ ਉੱਤੇ ਲਾ ਕੇ ਬੜੇ ਮਸਾਲੇ ਲਾ ਕੇ ਖੁਸ਼ ਹੁੰਨੇ ਆ, ਇਹ ਨਹੀਂ ਪਤਾ ਵੀ ਇਹ ਸਾਡੇ ਉੱਤੇ ਹੀ ਹੈਗਾ। ਹਾਂ, ਅਸਲ ਦੇ ਵਿੱਚ ਉਹ ਤੇ ਸਾਨੂੰ ਹੀ ਉਹ ਸਾਨੂੰ ਸਮਝਾ ਕੇ ਗਏ ਸੀ। ਉਹ ਬਿਲਕੁਲ ਆਪਾਂ ਲੋਕੀ ਬੜੇ ਸਾਡੇ ਪ੍ਰਚਾਰਕ ਵੀ ਕਹਿ ਦਿੰਦੇ ਜੀ ਮੁਸਲਮਾਨ ਨੂੰ ਕਿਹਾ ਨਾ 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 ਬਿਲਕੁਲ। ਉਹ ਤਾਂ ਸਾਰਿਆਂ ਨੂੰ ਕਿਹਾ, ਹਰੇਕ ਧਰਮ ਨੂੰ ਕਿਹਾ। ਜੇ ਮਨ ਨਹੀਂ ਹੈਗਾ ਨਾ, ਮਨ ਭਗਤੀ ਮਨ ਨੇ ਕਰਨੀ ਆ। ਜੇ ਮਨ ਨਹੀਂ ਹੈਗਾ ਤੇ ਕੋਈ ਭਗਤੀ ਭੁਗਤੀ ਹੈ ਨਹੀਂ। ਹਾਂ, ਤੇ ਉਹ ਗੱਲ ਤੇ ਇਹੋ ਹੀ ਆ ਕਿ ਉਹ ਕਹਿੰਦੇ ਕਿ ਤੁਸੀਂ ਨਮਾਜ਼ ਅਦਾ ਕੀਤੀ ਨਹੀਂ ਆ ਤੇ ਫਿਰ ਤੁਸੀਂ ਆਪਣੇ ਆਪ ਨੂੰ ਧਾਰਮਿਕ ਕਿੱਥੋਂ ਸਮਝਦੇ ਜੋ। ਉਹ ਕਹਿੰਦੇ ਕਿ ਕਿੱਦਾਂ ਨਹੀਂ, ਮਤਲਬ ਮੈਂ ਤੇ 5 ਟਾਈਮ ਆਉਣਾ ਨਮਾਜ਼ ਪੜ੍ਹ ਲਓ। ਉਹ ਕਹਿੰਦੇ ਭਾਵੇਂ ਤੂੰ 20 ਟਾਈਮ ਆ, ਜੇ ਤੇਰਾ ਮਨ ਹੀ ਨਹੀਂ ਉੱਥੇ ਮੌਜੂਦ, ਤੂੰ ਮਾਨਸਿਕ ਤੌਰ ਤੇ ਉੱਥੇ ਮੌਜੂਦ ਹੀ ਨਹੀਂ ਹੈਗਾ। ਬਿਲਕੁਲ। ਇਹ ਤੇ ਤੂੰ ਸਰੀਰਕ ਐਕਸਰਸਾਈਜ਼ ਹੀ ਕਰ ਰਿਹਾ, ਬਸ ਆ ਜਾ ਤੇ ਮੱਥਾ ਟੇਕ ਕੇ ਘਰ ਚੱਲ ਜਾ। ਕਿਉਂਕਿ ਆਊਟਪੁੱਟ ਨਹੀਂ ਨਿਕਲਣੀ ਜਦ ਤੱਕ ਤੇਰਾ ਮਨ ਨਹੀਂ ਉੱਥੇ ਆਉਂਦਾ। ਸੋ ਉਹ ਕਹਿੰਦੇ ਕਿ ਨਮਾਜ਼ ਜਿਹੜੀ ਤੂੰ ਕਰ ਰਿਹਾ ਹੈ ਨਾ, ਇਹ ਅਸਲ 'ਚ ਤੇਰਾ ਅੰਦਰ ਪਿਆਰ ਨਹੀਂ ਹੈਗਾ। ਜੇ ਤੇਰਾ ਪਿਆਰ ਹੋਵੇ, ਤੇਰੀ ਅੰਦਰੋਂ ਖਿੱਚ ਹੋਵੇ ਤੇ ਤੇਰੀ ਨਮਾਜ਼, ਨਿੱਜਰ ਸਾਹਿਬ ਕਹਿੰਦੇ ਜਿੱਥੇ ਮਰਜ਼ੀ ਬਹਿ ਕੇ ਕਰ ਲੈ, ਉਹ ਸਵੀਕਾਰ ਆ। ਪਰ ਜ਼ਿਆਦਾਤਰ ਆਪਣਾ ਪਿਆਰ ਪੂਰ ਨਹੀਂ ਹੁੰਦਾ, ਆਪਣੀ ਹੁੰਦੀ ਆ ਡਿਮਾਂਡ। ਤੁਸੀਂ ਵੇਖੋ ਜਿਹੜਾ ਪ੍ਰਸ਼ਾਦ ਚੜਾਉਂਦੇ ਨੇ, ਜਿਹੜਾ ਲੰਗਰ ਵੀ ਆਪਾਂ ਉੱਥੇ ਦਾਨ ਕਰਦੇ ਨਾ ਥੋੜਾ, ਜੇ ਕੋਈ ਲੂਣ ਦਾ ਢੇਲਾ ਚੜਾਉਂਦਾ ਹੈ, ਜੇ ਕੋਈ ਝਾੜੂ ਚੜਾਉਂਦਾ ਹੈ, ਇੱਕ ਇੱਕ ਚੀਜ਼ ਦੇ ਪਿੱਛੇ ਸਾਡੀ ਇੱਕ ਡਿਮਾਂਡ ਹੁੰਦੀ ਆ। ਜੇ ਸੋਚੋ ਕਿ ਉਹ 10 ਰੁਪਈਆਂ ਦੇ ਬਦਲੇ ਤੁਹਾਡੀਆਂ ਕੋਠੀਆਂ, ਬੰਗਲੇ, ਏਦਾਂ ਦੀਆਂ ਡਿਮਾਂਡਾਂ ਪੂਰੀਆਂ ਕਰੇ ਤੇ ਉਹ ਕਿੱਦਾਂ ਦਾ ਪਰਮਾਤਮਾ ਹੋਊਗਾ। ਜਸਟ ਆਪ ਸੋਚੋ, ਏਦਾਂ ਦਾ ਸਿਸਟਮ ਵਧੀਆ ਹੋਊਗਾ। ਤੁਸੀਂ ਇੱਕ ਝਾੜੂ ਚੜਾਇਆ, ਫਿਰ ਤੇ ਲੂਣ ਦਾ ਢੇਲਾ ਚੜਾਇਆ। ਇਹ ਜ਼ਿਆਦਾਤਰ ਆਪਾਂ ਉੱਥੇ ਕਿਉਂ ਜਾਂਦੇ ਆ ਕਿ ਜਦੋਂ ਸਾਡੇ ਸਾਰੇ ਹੱਥ ਖੜੇ ਹੋ ਜਾਂਦੇ ਆ, ਕੋਈ ਕੰਮ ਨਹੀਂ ਬਣਦਾ, ਫਿਰ ਅਗਲੇ ਕਹਿੰਦੇ ਵੀ ਗੁਰਦੁਆਰੇ ਜਾ ਕੇ ਏਦਾਂ ਕਰੋ, ਆਹ ਕੰਮ ਕਰ ਰਿਹਾ। ਜਿੱਦਾਂ ਪੰਡਤ ਲੋਕ ਨਹੀਂ ਕਹਿ ਦਿੰਦੇ ਕਿੱਦਾਂ ਕਰੋ ਕਿ ਤੁਹਾਡੇ ਤੇ ਗ੍ਰਹਿ ਬੜਾ ਭਾਰੂ ਆ, ਸ਼ਨੀ ਦਾ ਗ੍ਰਹਿ ਆ, ਏਦਾਂ ਕਰੋ ਸ਼ਨੀਵਾਰ ਨੂੰ ਨਿੱਜਰ ਸਾਹਿਬ ਤੁਸੀਂ ਤੇਲ ਦੋ। ਰਾਹੂ ਕੇਤੂ ਤਕੜੇ ਆ ਤੁਹਾਡੇ ਉੱਤੇ। ਹਾਂ, ਬੰਦਾ ਪੁੱਛੇ ਤੂੰ ਵੇਖਣ ਗਿਆ ਤੇ ਉਹ ਜਿਹੜਾ ਚਰਨਜੀਤ ਆ, ਚਰਨਜੀਤ ਨਾਮ ਦੇ ਇੱਕ ਨਹੀਂ ਪਤਾ ਨਹੀਂ ਕਿੰਨੇ ਲੱਖਾਂ ਚਰਨਜੀਤ ਹੋਣੇ ਆ। ਤੇ ਫਿਰ ਹੁਣ ਚਰਨਜੀਤ ਦਾ ਨਾਮ ਮਤਲਬ ਚੱਚੇ ਤੇ ਰਾਸ਼ੀ ਬਣਾਤੀ। ਜੇ ਮੇਰੇ ਦਿਨ ਦੇ ਵੀ ਜੇ ਰਾਸ਼ੀ ਬਣਦੀ ਆ
ਤੇ ਉਸ ਟਾਈਮ ਤੇ ਪਤਾ ਨਹੀਂ ਕਿੰਨੇ ਸੇਮ ਟਾਈਮ ਤੇ ਜੰਮੇ ਹੋਣੇ ਆ, ਤੇ 12 ਹੀ ਰਾਸ਼ੀਆਂ ਬਸ। ਇਹ ਦੇਖੋ ਆਪਾਂ ਲੋਕ ਸਵਾਲ ਹੀ ਨਹੀਂ ਕਰਦੇ, ਆਪਾਂ ਕਹਿੰਦੇ ਛੱਡੋ ਖੜਾ ਜੀ, ਕੀ ਲੈਣਾ ਦੇਣਾ। ਇਹ ਸਵਾਲ ਸਾਡੇ ਬਣਦੇ ਨੇ। ਇੱਕ ਚਿੱਚੇ ਤੇ ਗੱਲ ਥੋੜੀ ਖਤਮ ਹੋ ਗਈ ਆ, ਪਤਾ ਨਹੀਂ ਕਿੰਨਾ ਸਿਸਟਮ ਹੈ ਮਗਰ, ਉਹ ਕਿੰਨੇ ਲੋਕ ਨੇ, ਸਿਰਫ ਸਾਰਿਆਂ ਦੀ ਫਿਰ ਇੱਕੋ ਹੀ ਰਾਸ਼ੀ। ਉਹ ਕਹਿੰਦੇ ਫਿਰ ਟਾਈਮ ਦਾ ਫਰਕ ਪਾਓ, ਉਸ ਟਾਈਮ ਤੇ ਵੀ ਬੜੇ ਲੋਕ ਜੰਮੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇੱਥੇ ਗਿਆਨ ਦੀ ਲੋੜ ਆ, ਸਾਨੂੰ ਸੋਚ ਵਿਚਾਰ ਕਰਨ ਦੀ ਲੋੜ ਆ। ਜ਼ਿਆਦਾਤਰ ਧਾਰਮਿਕ ਸਥਾਨਾਂ ਤੇ ਦਿਖਾਈ ਦੇਣ ਵਾਲੀਆਂ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਨਾ, ਉਹ ਆਪਣੀਆਂ ਜਿਹੜੀਆਂ ਦਿਖਾਈ ਦੇਣ ਵਾਲੀਆਂ ਜ਼ਰੂਰਤਾਂ ਔਰ ਜ਼ਿਆਦਾਤਰ ਜਿਹੜਾ ਧਾਰਮਿਕ ਮਨੁੱਖ ਹੁੰਦਾ, ਕੇਵਲ ਉਹੀ ਚੀਜ਼ ਗ੍ਰਹਿਣ ਕਰਦਾ ਹੈ ਜਿਹਦੀ ਲੋਕ ਉਸਤਤ ਕਰਨ। ਅੰਦਰੋਂ ਧਾਰਮਿਕ ਹੋਣਾ ਇੱਕ ਅਲੱਗ ਚੀਜ਼ ਆ। ਹੁਣ ਮੈਂ ਧਾਰਮਿਕ ਆ, ਹੋ ਸਕਦਾ ਮੇਰੇ ਘਰਦਿਆਂ ਨੂੰ ਨਾ ਪਤਾ ਹੋਵੇ ਨਜ਼ਰ ਸਾਹਿਬ, ਪਰ ਜਦੋਂ ਮੈਂ ਪਹਿਰਾਵਾ ਚੇਂਜ ਕਰ ਲਿਆ ਤੇ ਸਾਰੇ ਪਿੰਡ ਨੂੰ ਪਤਾ। ਉਹਨਾਂ ਨੇ ਕਹਿਣਾ ਵੀ ਬੜਾ ਧਾਰਮਿਕ ਬੰਦਾ ਜੀ, ਸਵੇਰੇ 5 ਵਜੇ ਜਾਂਦਾ ਜੀ, ਉੱਥੇ ਪਤਾ ਨਹੀਂ ਕੀ ਕਰਦਾ, ਸੇਵਾ ਬਹੁਤ ਕਰਦਾ। ਕਈ ਕਹਿੰਦੇ 3 ਵਜੇ ਜਾਂਦਾ, ਪਰ 3 ਵਜੇ ਜਾਣ ਦਾ ਮਤਲਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਤੂੰ ਜਾ ਜ਼ਰੂਰ, ਪਰ ਕਿਤੇ ਨਮਾਜ਼ ਵਾਲਾ ਸਿਸਟਮ ਤੇ ਨਹੀਂ ਕਰ ਰਿਹਾ ਤੂੰ। ਕਰ ਰਹੇ ਆ ਆਪਾਂ ਵੀ 3 ਟਾਈਮ ਨਮਾਜ਼ ਕਰਦੇ ਹਾਂ, ਸਵੇਰੇ ਨਿਤਨੇਮ ਕਰਦੇ ਹਾਂ, ਰਾਤ ਨੂੰ ਸ਼ਾਮ ਨੂੰ ਰਹਿਰਾਸ ਕਰਦੇ ਹਾਂ, ਫਿਰ ਸੌਣ ਵੇਲੇ ਕੀਰਤਨ ਸੋਲਾ ਕਰਦੇ ਹਾਂ। 3 ਵਾਰੀ ਤਾਂ ਹੈਗੀ ਆ, ਅੱਗੇ ਦੇਖੋ। ਹਾਂ, ਤੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਮਝਾਇਆ ਸੀ, ਤੇ ਸਾਨੂੰ ਉਹ ਦੇਖੋ ਇਹ ਚੀਜ਼ ਸਮਝਾ ਕੇ ਗਏ ਸੀ ਕਿ ਜਿਹੜੇ ਲੋਕ ਤੁਹਾਨੂੰ ਬਾਹਰੀ ਕਿਰਿਆ ਕਰਨ ਵਾਸਤੇ ਪ੍ਰੇਰਿਤ ਕਰਦੇ ਨੇ, ਸਮਝਾਉਂਦੇ ਨੇ, ਇਹਦੇ ਨਾਲ ਤੁਹਾਡੇ ਜੀਵਨ 'ਚ ਉਚਾਈ ਨਹੀਂ ਆਉਣੀ। ਉਹ ਕੰਮ ਤਾਂ ਕਰ ਹੀ ਨਹੀਂ ਰਹੇ। ਜਿਹੜੀ ਨਮਾਜ਼ ਕਹਿ ਰਹੀ ਆ, ਜਿਹੜਾ ਨਿਤਨੇਮ ਕਹਿ ਰਿਹਾ, ਜਿਹੜਾ ਰਹਿਰਾਸ ਕਹਿ ਰਹੀ ਆ, ਜਿਹੜਾ ਕੀਰਤਨ ਸੋਲਾ ਕਹਿ ਰਿਹਾ, ਉਹ ਕੰਮ ਤਾਂ ਕਰ ਹੀ ਨਹੀਂ ਰਹੇ ਆਪਾਂ। ਹਾਂ, ਔਰ ਜਦ ਕਿ ਤੁਹਾਨੂੰ ਇਹ ਦੱਸਦੇ ਨਹੀਂ ਆ ਕਿ ਤੁਹਾਡਾ ਪ੍ਰਮਾਤਮਾ ਦੇ ਨਾਲ ਜਿਹੜਾ ਸੰਬੰਧ ਟੁੱਟ ਕਿਉਂ ਰਿਹਾ, ਉਹ ਜੁੜਨਾ ਕਿੱਦਾਂ। ਇਹ ਜਿਹੜਾ ਕੰਮ ਕਰਦੇ ਆ, ਇਹ ਕੜਾਹ ਚੜਾ ਕੇ ਜਾਂ ਤੁਸੀਂ ਮੰਦਿਰ 'ਚ ਚੱਲ ਜਾਓ ਤੇ ਉੱਥੇ ਪ੍ਰਸ਼ਾਦ ਚੜਾ ਦਿਓ, ਰਾਜਮਾ ਚੜਾ ਦਿਓ, ਉਹ ਤੁਹਾਡੇ ਰਾਜਮਾ ਪਰਮਾਤਮਾ ਨੇ ਕੀ ਕਰਨੇ ਆ, ਦੱਸੋ ਮੈਨੂੰ। ਪਰਮਾਤਮਾ ਤਾਂ ਅੰਦਰ ਬੈਠਾ ਦੇਖਦਾ ਹੈ ਵਿਚਾਰਾ, ਕਾਹਦੇ ਮੇਰੇ ਵੱਲ ਨੂੰ ਮੁੜੂਗਾ। ਉਹਦੇ ਵੱਲ ਨੂੰ ਤਾਂ ਆਪਾਂ ਜਾਂਦੇ ਹੀ ਨਹੀਂ, ਆਪਾਂ ਤਾਂ ਨਿਤਨੇਮ ਕਰੀ ਜਾ ਰਹੇ ਹਾਂ। ਨਹੀਂ, ਸੱਚੀ ਪਰਮਾਤਮਾ ਕਿਲੋ ਰਾਜਮਾ ਦੇ ਲਈ ਸਾਡਾ ਕੰਮ ਕਰ ਦੂਗਾ ਨਾ ਜੀ ਸਾਹਿਬ, ਆਪਾਂ ਇਹ ਵਿੱਚ ਮੰਨਦੇ ਆ, ਪਰ ਲੋਕ ਵਿਸ਼ਵਾਸ ਕਰਦੇ ਆ। ਉੱਥੇ ਲਿਉਣ ਦਾ ਢਿੱਲਾ ਚੜਾਓ। ਸੋ ਦੇਖੋ, ਪਰਮਾਤਮਾ ਤੇ ਸਾਡੇ ਵਿੱਚ ਜਿਹੜੀ ਵਿਰਥਿਆ, ਉਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਧਾਰਮਿਕ ਨਹੀਂ ਆ। ਬਿਲਕੁਲ ਨਹੀਂ ਆ, ਬਿਲਕੁਲ ਧਾਰਮਿਕ ਨਹੀਂ ਆ। ਔਰ ਖਾਸ ਕਰਕੇ ਜਿਹੜੇ ਲੋਕ ਆਪਣੇ ਆਪ ਨੂੰ ਧਾਰਮਿਕ ਸਮਝਦੇ ਆ, ਇਹ ਜਿਨ੍ਹਾਂ ਨੇ ਤੁਹਾਨੂੰ ਸਰਟੀਫਿਕੇਟ ਵੀ ਦੇਤੇ ਨਾ, ਇਹ ਸਭ ਉਸੇ ਕੈਟਾਗਰੀ ਚ ਆਉਂਦੇ ਨੇ। ਆਹ ਦੇਖੋ, ਜਿਹੜੇ ਕਹਿੰਦੇ ਨਾ ਬਾਅਦ ਦੇ ਵਿੱਚ ਦੁੱਖ ਪਾਉਣਗੇ, ਕਿਉਂਕਿ ਉਹਨਾਂ ਨੇ ਗਲਤ ਚੀਜ਼ ਨੂੰ ਸਹੀ ਚੀਜ਼ ਸਮਝ ਲਿਆ। ਆਪਣੇ ਵਿੱਚ ਗੁਰਕੀ ਸਾਹਿਬ 10% ਵੀ ਸੱਚ ਹੈ ਨਹੀਂਗਾ। ਧਾਰਮਿਕ ਕਿਵੇਂ ਹੋ ਸਕਦੇ ਆ ਆਪਾਂ? ਧਾਰਮਿਕ ਦਾ ਮਤਲਬ ਹੀ ਸਭ ਤੋਂ ਪਹਿਲਾਂ ਦੱਸੋ, ਇਮਾਨਦਾਰੀ, ਵਫਾਦਾਰੀ ਹੈਗੀ ਆ ਨਾ? ਸੱਚ ਹੈਗਾ ਨਾ? ਧੋਖਾ ਨਹੀਂ ਕਰਨਾ ਹੈਗਾ? ਬਿਲਕੁਲ ਨਹੀਂ। ਹੱਕ ਦਾ ਖਾਣਾ ਹੈ ਕਿੱਥੇ ਹੈਗੇ ਆ? ਤੇ ਜੇ ਇਹ ਚੀਜ਼ਾਂ ਨਹੀਂ ਹੈਗੀਆਂ, ਫਿਰ ਆਪਾਂ ਉਹ ਬੰਦੇ ਧਾਰਮਿਕ ਜਾਂ ਆਪਾਂ ਧਾਰਮਿਕ ਹੈਗੇ ਆ? ਨਹੀਂ, ਬਿਲਕੁਲ ਨਹੀਂ। ਕੋਈ ਧਰਮ ਨਹੀਂ ਹੈਗਾ ਆਪਣਾ, ਕੋਈ ਧਰਮ ਨਹੀਂ ਹੈ। ਥੋੜੇ ਜਿਹੇ ਪੈਸੇ $100 ਦੇ ਉੱਤੇ ਤਾਂ ਆਪਾਂ ਤਾਂ ਧਰਮ ਵੇਚ ਦਿੰਨੇ ਆ। ਮੁਸ਼ਕਿਲ ਹੋ ਜਾਏਗੀ। ਹੁਣ ਵੇਖੋ, ਪੰਜਾਬ ਦੇ ਵਿੱਚ ਕਿੰਨੇ ਲੋਕ ਉਹ ਜਿਹੜੇ ਕ੍ਰਿਸਚਨ ਬਣ ਰਹੇ ਨੇ, ਕੀ ਹੈ? ਉਦੋਂ ਸਿਰ ਵੱਢ ਦਿੰਦੇ ਸੀ, ਹੁਣ ਉਹ ਪੈਸੇ ਦਿੰਦੇ, ਕਹਿੰਦੇ ਛੱਡੋ ਖੜਾ, ਸਿਰ ਵੱਢਣ ਦੀ ਲੋੜ ਨਹੀਂ, ਥੋੜਾ ਜਿਹਾ ਪੈਸਾ ਦਿਓ, ਲਾਲਚ ਦੇ ਨਾਲ ਹੀ ਧਰਮ ਬਦਲੋ ਅਗਲੇ ਦਾ ਬਸ। ਔਰ ਮੈਨੂੰ ਕੁੜੀ ਮਿਲੀ, ਕਹਿੰਦੀ ਹੈ ਕਿ ਮੈਂ ਤੂੰ ਮਸੀਹ ਮਗਰ ਲਿਖਾ ਲਿਆ, ਕੋਮਲਪ੍ਰੀਤ ਤੇਰਾ ਨਾਂ ਸੀ, ਕੌਰ ਸੀ, ਤੂੰ ਆਹ ਕੀ ਕਰ ਲਏ? ਕਹਿੰਦੀ ਮੈਨੂੰ ਬਹੁਤ ਫਾਇਦਾ ਹੋ ਗਿਆ। ਮੈਂ ਤੈਨੂੰ ਕੀ ਫਾਇਦਾ ਹੋਇਆ? ਇਹ ਮੇਰੇ ਨਾ ਉਹਨਾਂ ਨੂੰ ਨਾ ਭੂਤ ਚਿੰਬੜੇ ਸੀ, ਤੇ ਮੈਂ ਭੂਤ ਤੇ ਮੈਂ ਕੱਢ ਦਿੰਦਾ, ਮੇਰੇ ਤੋਂ ਕਢਾ ਲਾ, ਕਿਹੜਾ ਭੂਤ ਹੈ? ਉਹ ਕਹਿੰਦੀ ਏਦਾਂ ਹੈ। ਮੈਂ ਇਹ ਤਾਂ ਸਭ ਮਾਨਸਿਕ ਬਿਮਾਰੀਆਂ, ਉੱਥੇ ਪਾਗਲਖਾਨਾ ਹੈਗਾ, ਉੱਥੇ ਜਾ ਕੇ ਇਲਾਜ ਕਰਾਓ। ਉਹਨੂੰ ਤੇਰੀ ਨੁਕਸ ਹੈ ਕੋਈ? ਭੂਤ ਕਿੱਥੋਂ ਆ ਗਏ? ਮੈਂ ਭੂਤ ਵੇਖਿਆ ਤੂੰ ਕਿਤੇ? ਮੈਂ ਜਿੰਨੇ ਵੀ ਭੂਤ ਬਣਾਏ ਸਾਰੀਆਂ ਮੁਸਲਮਾਨਾਂ ਦੀਆਂ ਤੇ ਕ੍ਰਿਸਚਨ ਲੋਕਾਂ ਦੀਆਂ ਫਿਲਮਾਂ ਚੋਂ ਆਏ ਨੇ। ਉਹਨਾਂ ਦੇ ਕੱਪੜੇ, ਫਿਰ ਭੂਤਾਂ ਕੋਲ ਕੱਪੜੇ ਕਿੱਥੋਂ ਆ ਜਾਂਦੇ? ਜਦੋਂ ਭੂਤ ਤੇ ਸੜ ਗਿਆ ਸੀ, ਉਹਦੇ ਕੱਪੜੇ ਦੇ ਨਾਲ ਹੀ ਸਾੜਤੇ ਨਿੱਜਰ ਸਾਹਿਬ। ਬਿਲਕੁਲ। ਉਹ ਜਿਹੜਾ ਅਜੇ ਤੱਕ ਗੋਰਖੀ ਸਾਹਿਬ, ਜਿਹੜਾ ਬੰਦਾ ਜਿਹੜਾ ਹੈਗਾ ਸੂਖਸ਼ਮ ਸਰੀਰ ਦੇ ਵਿੱਚ ਆ, ਜਿਹੜਾ ਅਸਥੂਲ ਜਿਹੜਾ ਸਰੀਰ ਹੈਗਾ, ਜੇ ਖਤਮ ਹੋ ਗਿਆ, ਉਹ ਕੁਛ ਵੀ ਨਹੀਂ ਕਰ ਸਕਦਾ। ਉਹ ਤਾਂ ਕਿੰਨੀਆਂ ਰੂਹਾਂ ਆਪਣੇ ਨੇੜੇ ਤੇੜੇ ਘੁੰਮਦੀਆਂ ਹੋਣੀਆਂ, ਆਪਾਂ ਨੂੰ ਕੀ ਪਤਾ ਹੈ ਕਾਹਦੇ, ਆਪਾਂ ਨੂੰ ਕੀ ਕਹਿੰਦੇ ਵਿਚਾਰੇ। ਨਹੀਂ ਨਿੱਜਰ ਸਾਹਿਬ, ਘੁੰਮਦੇ ਵੀ ਹੋਣ, ਨਾਲੇ ਬੰਦਾ ਪੁੱਛੇ ਉਹਦੇ ਭੂਤ ਹੁੰਦੇ ਆ, ਵੱਡੇ ਵੱਡੇ ਬੰਦੇ ਕਿਉਂ ਦਿਖਾਈ ਦਿੰਦੇ ਆ? ਜਿਹੜਾ ਛੋਟੇ ਬੱਚੇ ਦੇ ਸਰੀਰ 'ਚ ਇੰਟਰ ਕਰਦਾ, ਜਦੋਂ ਮਾਂ ਦੇ ਗਰਭ 'ਚ ਬੱਚਾ ਪੈਦਾ ਹੁੰਦਾ ਵਾ,
ਉਹ ਤੇ ਭੂਤ ਦਾ ਕਾਰ ਫਿਰ ਤੇ ਇਹ ਭੂਤ ਦਾ ਕਾਰ ਫਿਰ ਕਿੱਥੋਂ ਗੱਲ ਬਣੂਗੀ? ਇਹ ਤੇ ਹਾਂ। ਸਾਨੂੰ ਸੋਚਣ ਦੀ ਲੋੜ ਹੈ ਨਾ। ਬਿਲਕੁਲ ਸੋਚਣ ਦੀ ਲੋੜ ਹੈ, ਬਿਲਕੁਲ ਸੋਚਣ ਦੀ ਲੋੜ ਇਹ ਤੇ ਹੈ। ਇਹ ਤੇ ਭੂਤ ਬੰਦਿਆਂ ਜਿਹੜੇ ਆ, ਫਿਰ ਉਹ ਭੂਤ ਉਹ ਭੂਤ ਤਾਂ ਜਿਹੜਾ ਹੈਗਾ ਉਹ ਸਪਰਮ ਦੇ ਵਿੱਚ ਫਿੱਟ ਆ ਜਾਂਦਾ ਹੈ। ਔਰ ਇਹ ਜਿਹੜੇ ਭੂਤ ਇਹਨਾਂ ਨੂੰ ਬੂਟਾਂ ਦੀ ਕੀ ਲੋੜ ਪਈ ਫਿਰ, ਜਿਹੜੇ ਫਿਲਮਾਂ 'ਚ ਪਾ ਕੇ ਘੁੰਮਦੇ ਆ? ਇਹ ਸਭ ਇਨਸਾਨ ਦੀ ਕਲਪਨਾ ਹੈ। ਇਹ ਤਾਂ ਲੋਕਾਂ ਦੇ ਮਨ 'ਚ ਡਰ ਪਾ ਦਿੰਦੇ ਆ। ਤੁਸੀਂ ਆ ਇੱਥੇ ਤਰਨਤਾਰਨ ਰੋਡ ਤੇ ਆਪਣੇ ਕੋਈ ਗੁਰਦੁਆਰਾ ਹੈਗਾ, ਹੁਣ ਅਕਸਰ ਮੈਂ ਲੰਘਦਾ, ਮੈਂ ਨਹੀਂ ਰੋਕਦਾ, ਮਾਤਾ ਬੈਠੀ ਹੋਈ ਤੇ ਮੈਂ ਰੋਕ ਦਿੰਦਾ ਗੱਡੀ, ਕਿਉਂਕਿ ਉਹਦੀ ਭਾਵਨਾ ਹੈ। ਕਿਉਂ ਕਿ ਉਹ ਬਾਬਾ ਵਿਹਲਾ ਬੈਠਾ ਮੇਰੀ ਗੱਡੀ ਪਲਟਣ ਵਾਸਤੇ? ਨਿਜਰ ਸਾਹਿਬ ਬਸ ਇਹੋ ਡਰਾਇਆ ਲੋਕਾਂ ਨੂੰ, ਲੋਕੀ ਡਰ ਜਾਂਦੇ ਆ। ਲੋਕਾਂ ਨੂੰ ਕਹਿੰਦੇ ਵੀ ਤੂੰ ਆ ਨਹੀਂ ਨਾ ਕੀਤਾ, ਤੂੰ ਆ ਨਹੀਂ ਬਣਨਾ, ਰੱਬ ਨੇ ਤੈਨੂੰ ਸਜ਼ਾ ਦੇ ਦੇਣੀ। ਹਾਂ, ਉੱਥੇ ਚੜਾਵਾ ਨਹੀਂ ਚੜਾਇਆ ਤੇ ਗੱਡੀ ਪਲਟੀ ਲੈ ਫਿਰ। ਆਹੋ, ਫਿਰ ਗੱਲਾਂ ਜੋੜੀਆਂ ਜੀ। ਇੱਕ ਬੰਦਾ ਜੀ ਉਹ ਗੱਡੀ ਉੱਥੇ, ਮੈਨੂੰ ਤਾਂ ਪਤਾ ਨਹੀਂ, ਮੇਰੀ ਤਾਂ 43 ਸਾਲ ਉਮਰ ਹੀ, ਮੈਂ ਪਤਾ ਨਹੀਂ ਕਿੰਨੀ ਲੰਘਿਆ, ਤੇ ਉਹ ਚਲੋ ਚਾੜ ਚੱਕ ਕਿਤੇ ਪਲਟ ਗਈ ਹੋਣੀ ਵਿਚਾਰੇ ਦੀ। ਹੁਣ ਰੱਬ ਨੂੰ, ਬਾਬੇ ਨੂੰ ਕੀ ਲੋੜ ਪਈ ਕਿਸੇ ਦੀ ਗੱਡੀ ਪਲਟੇ ਉੱਥੇ? ਨਿਜਰ ਸਾਹਿਬ ਬਿਲਕੁਲ। ਇਹ ਤੇ ਲੋਕਾਂ ਨੂੰ ਐਵੇਂ ਵਹਿਮ ਪਾਤਾ, ਔਰ ਲੋਕੀ ਸੱਚੀ ਮੰਨਣ ਡੈ ਪੈਂਦੇ। ਹੁਣ ਵੇਖੋ ਕੋਈ ਹੈਗਾ ਮਾਈ ਦਾ ਲਾਲ ਬਿਨਾਂ ਰੋਕੇ ਤੋਂ ਕੱਢ ਕੇ ਗਾਂਹ ਜਾਵੇ? ਨਹੀਂ, ਕਿਉਂਕਿ ਡਰਾਤਾ ਹੈ ਲੋਕਾਂ ਨੂੰ, ਬਹੁਤ ਵੱਡੇ ਲੈਵਲ ਤੇ ਡਰੇ ਨੇ ਲੋਕ। ਔਰ ਕਈ ਇੱਕ ਦੋ ਵਿਚਾਰਿਆਂ ਦਾ ਵੈਸੇ ਮਾੜਾ ਮੋਟਾ ਕਿਤੇ ਖਹਿ ਖੂ ਗਈ ਨਹੀਂ ਆ, ਤੇ ਉਹਨੇ ਦੂਜਿਆਂ ਨੂੰ ਵੀ ਕਹਿ ਦੇਣਾ ਭਾਈ ਮੈਂ ਉਦਾਂ ਲੰਘ ਗਿਆ ਹਾਂ, ਤੇ ਉਹ ਫਿਰ ਮੇਰੀ ਗੱਡੀ ਲੱਗ ਗਈ। ਪਰ ਉਹ ਇਨਸਾਨ ਨੂੰ ਏਦਾਂ ਡਰਾ ਦਿੰਦੇ ਨੇ। ਠੀਕ ਹੈ, ਸਾਧ ਸੰਗਤ ਜੀ ਪਲੀਜ਼ ਧਿਆਨ ਦਿਆ ਕਰੋ, ਬਾਣੀ 'ਚ ਏਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ। ਉਹ ਕਹਿੰਦੇ ਕਿ ਜੇ ਤੂੰ ਧਾਰਮਿਕ ਆ, ਸਭ ਤੋਂ ਪਹਿਲੀ ਵੇਖੋ ਗੱਲ, ਧਾਰਮਿਕ ਹੋਣ ਦਾ ਮਤਲਬ ਹੈ ਕਿ ਤੁਹਾਡਾ ਮਨ ਨਿਰਮਲ ਹੋ ਗਿਆ। ਕਿਉਂਕਿ ਨਿਰਮਲ ਜਿਹੜੀ ਆ ਉਹ ਇੱਕ ਬਹੁਤ ਵੱਡੀ ਅਵਸਥਾ ਹੈ, ਔਰ ਤੁਹਾਨੂੰ ਮਿਲਣੀ ਬੜੀ ਜ਼ਰੂਰੀ ਹੈ। ਜਿਹੜੀ ਦੇਖੋ, ਜਿਹੜਾ ਬੰਦਾ ਆਪਣੇ ਆਪ ਨੂੰ ਧਾਰਮਿਕ ਸਮਝਦਾ ਹੈ, ਉਹਦੀ ਬੁੱਧੀ ਮਲੀਨ ਨਹੀਂ ਆ, ਉਹਦਾ ਮਨ ਮਲੀਨ ਨਹੀਂ ਆ, ਉਹਦੀ ਸੋਚ ਮਲੀਨ ਨਹੀਂ ਆ, ਉਹਦੇ ਵਿਚਾਰ ਮਲੀਨ ਆ, ਉਹਦਾ ਮਨ ਦੇ ਅੰਦਰ ਈਰਖਾ ਭਰੀ ਆ, ਉਹ ਦੂਜੇ ਨਾਲ ਨਫ਼ਰਤ ਕਰਦਾ ਹੈ, ਕਿ ਇਹ ਬੰਦਾ ਧਾਰਮਿਕ ਹੈਗਾ ਨਾ। ਪਰ ਆਪਾਂ ਲੋਕ ਤੇ ਕਹਿੰਦੇ ਨਾ ਕਿ ਮੈਂ ਧਾਰਮਿਕ ਹਾਂ, ਜਦਕਿ ਤਾਂ ਆਪਾਂ ਧਾਰਮਿਕ ਥੋੜੀ, ਆਪਣੇ ਅੰਦਰ ਤੇ ਕੁਝ ਹੈਗਾ। ਬਿਲਕੁਲ ਬਿਲਕੁਲ। ਕਬੀਰ ਸਾਹਿਬ ਤੇ ਕਹਿੰਦੇ ਆ ਕਿ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੇ ਹਰ ਫਿਰੇ ਕਹਿਤ ਕਬੀਰ। ਜੇ ਕਬੀਰ ਦੇ ਪਿੱਛੇ ਹਰ ਲੱਗਿਆ ਫਿਰਦਾ ਹੈ ਤੇ ਉਹਦੀ ਰਿਕੁਆਇਰਮੈਂਟ ਉਹਨਾਂ ਨੇ ਪੂਰੀ ਕੀਤੀ ਹੈ, ਮਨ ਨੂੰ ਨਿਰਮਲ ਕੀਤਾ, ਤੇ ਫਿਰ ਉਹ ਧਾਰਮਿਕ ਹੋਏ ਨੇ। ਫਿਰ ਉਹ ਰਸਤਾ ਉੱਥੇ ਤੈਅ ਹੋਇਆ। ਤੇ ਪਰ ਸਾਨੂੰ ਤੇ ਦੱਸਦੇ ਨਹੀਂ ਕਿ ਤੇਰਾ ਮਨ ਨਿਰਮਲ ਹੋਣਾ ਜ਼ਰੂਰੀ ਹੈ। ਉਹ ਕਹਿੰਦੇ ਬਾਹਰ ਦੀ ਜਿਹੜਾ ਭੇਸ ਤੂੰ ਚੇਂਜ ਕਰ ਲਾ, ਮਨ ਦੀ ਤੂੰ ਟੈਨਸ਼ਨ ਨਾ ਲੈ। ਇਹ 5 ਬਾਣੀਆਂ ਦਾ ਪਾਠ ਪੜ੍ਹਨਾ ਹੀ, ਸਵੇਰੇ ਸ਼ਾਮ 2 ਟਾਈਮ ਗੁਰਦੁਆਰੇ ਆ, ਬਹੁਤੀ ਗੱਲ ਤੇ ਕੇਸੀ ਇਸ਼ਨਾਨ ਕਰ ਲਾ, ਬਸ। ਮਨ ਨਿਰਮਲ ਦੀ ਗੱਲ ਕਹਿੰਦੇ ਉਹ ਯੋਗ ਮਤ 'ਚ ਹੈ, ਇੱਥੇ ਨਹੀਂ ਲਿਖੀ ਗੱਲ, ਪਰ ਬਾਣੀ 'ਚ ਵੇਖੋ ਲਿਖੀ ਆ। ਬਾਣੀ ਤਾਂ ਸਿਰਫ ਇਹੀ ਲਿਖਿਆ, ਮਨ ਦੀ ਭਗਤੀ ਹੈ। ਬਾਣੀ ਤਾਂ ਸ਼ੁਰੂ ਤੋਂ ਆਖਰੀ ਤੱਕ ਬਾਣੀ ਕਹਿੰਦੀ ਹੈ ਮਨ ਦੀ ਭਗਤੀ ਹੈ ਪਿਆਰਿਆ, ਔਰ ਤੇਰੇ ਅੰਦਰ ਪਰਮਾਤਮਾ, ਤੇਰੀ ਆਤਮਾ ਹੈਗੀ, ਉੱਥੇ ਤੱਕ ਜਾਣਾ ਹੈ, ਬਸ ਆਹੀ ਸਫ਼ਰ ਹੈਗਾ ਤੇਰਾ। ਹਾਂਜੀ ਵੀਰ ਜੀ। ਹਾਂ, ਬਿਲਕੁਲ ਸਹੀ ਗੱਲ ਤੇ ਇਹ ਆ ਕਿ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਸ਼ੁੱਧ ਕਰੀਏ। ਵਿਚਾਰ ਸ਼ੁੱਧ ਹੋ ਗਏ ਤੇ ਫਿਰ ਤੁਹਾਡਾ ਮਨ ਥੋੜਾ ਸ਼ੁੱਧ ਹੋਊਗਾ। ਜਦੋਂ ਮਨ ਸ਼ੁੱਧ ਹੋ ਗਿਆ ਤੇ ਉਸ ਤੋਂ ਬਾਅਦ ਹੀ ਤੁਹਾਡਾ ਚਰਿੱਤਰ ਬਣਨਾ ਹੈ, ਉਦਾਂ ਚਰਿੱਤਰ ਨਹੀਂ ਬਣੇਗਾ। ਬਾਕੀ ਜੇ ਨਕਲੀ ਧਰਮ ਚਾਹੀਦਾ ਹੈ ਤੇ ਫਿਰ ਤੇ ਕੋਈ ਗੱਲ ਹੀ ਨਹੀਂ ਹੈ। ਫਿਰ ਤਾਂ ਨਾਨਕ ਸਾਹਿਬ ਕਹਿੰਦੇ ਆ ਕਿ ਤੇਰਾ ਜਨਮ ਖਤਮ ਹੋ ਜਾਣਾ, ਵੇਸਟ ਕਰ ਲੇਗਾ ਤੂੰ। ਕਿਉਂਕਿ ਗ੍ਰੰਥਾਂ 'ਚ ਏਦਾਂ ਦਾ ਕੋਈ ਧਰਮ ਨਹੀਂ ਹੈਗਾ ਜਿਹੜਾ ਆਪਾਂ ਬਣਾ ਕੇ ਬਹਿ ਗਏ ਆ। ਔਰ ਖਾਸ ਕਰਕੇ ਜਿਹੜੇ ਲੋਕ ਸਾਨੂੰ ਪ੍ਰਚਾਰ ਕਰ ਰਹੇ ਨੇ, ਇਹ ਵਿਚਾਰੇ ਤੇ ਖੁਦ ਉਲਝੇ ਨੇ। ਉਹ ਅੰਨਾ ਬੰਦਾ ਦੂਜੇ ਇਹਨਾਂ ਨੂੰ ਰਸਤਾ ਦਿਖਾ ਰਿਹਾ, ਉਹ ਕਿਉਂਕਿ ਉਹ ਵਿਚਾਰਾ ਖੂਹ 'ਚ ਬੈਠਾ ਹੈ, ਉਹਨੂੰ ਇਹ ਭਰਮ ਪੈ ਜਾਂਦਾ ਕਿ ਮੈਨੂੰ ਬੜਾ ਗਿਆਨ ਹੋ ਗਿਆ, ਕਿਉਂਕਿ ਗ੍ਰੰਥਾਂ ਨੂੰ ਪੜ੍ਹ ਲਿਆ ਨਾ ਉਹਨੇ। ਬਾਣੀ ਤੇ ਕਹਿੰਦੀ ਹੈ ਵੇਦ ਪੜ੍ਹੇ ਔਰ ਪਾਠ ਪੜ੍ਹੇ ਔਰ ਵੇਦ ਵਿਚਾਰੇ ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, प्यारे इन विध मिलन न जाई, मैं किए कर्म अनेका, हार पर्यो स्वामी के द्वारे, दीजे बुद्ध विवेका। हाँ जी वीर जी। वो कहते सारा काम आउटपुट नहीं निकल रही तो फायदा की होया? सही है, बिल्कुल। और जिंदगी ते विच देखो, सब तो पहला तुहाडा मन निर्मल होण लगा ना, ते तुहाडे अंदर एक चीज पैदा होनी, उहनूं कहंदे ने वैराग। क्योंकि अटैचमेंट जिहड़ी है ना, बड़ी खतरनाक चीज है कि चीज नाल जुड़ जाना। और जब तक तुहाडे अंदर विराग नहीं ना पैदा होंदा, अजी मेरी एक प्लीज आप अंडरस्टैंड करो, विराग तुहाडे अंदर जदों पैदा हो गया तो निशानी की है?
ਫਿਰ ਸੰਸਾਰ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦਾ। ਕੋਈ ਚੀਜ਼ ਆ ਗਈ ਤੇ ਕੋਈ ਚੀਜ਼ ਚਲੀ ਗਈ, ਕੋਈ ਫਰਕ ਨਹੀਂ ਪਵੇਗਾ, ਬਹੁਤ ਥੋੜਾ ਜਿਹਾ ਅਸਰ ਹੁੰਦਾ ਹੈ। ਕਿਉਂਕਿ ਖੁਸ਼ੀ ਆਈ ਤੇ ਤੁਸੀਂ ਚੀਕਾਂ ਨਹੀਂ ਮਾਰੀਆਂ। ਹੁਣ ਜਿੰਨੀਆਂ ਬੰਦਾ ਖੁਸ਼ੀ ਦੇ ਟਾਈਮ ਤੇ ਚੀਕਾਂ ਮਾਰਦਾ ਹੈ ਨਾ, ਤੇ ਜਦੋਂ ਕਸ਼ਟ ਆਉਂਦਾ ਹੈ ਉਸ ਤੋਂ ਡਬਲ ਚੀਕਾਂ ਉਹਨੇ ਉਦੋਂ ਮਾਰਨੀਆਂ ਨੇ। ਕਿਉਂਕਿ ਹਰ ਐਕਸ਼ਨ ਇਜ਼ ਆਪੋਜਿਟ ਰਿਐਕਸ਼ਨ। ਤੁਸੀਂ ਜਿੰਨੀ ਖੁਸ਼ੀ ਫੀਲ ਕਰਦੇ ਜੋ ਨਾ, ਜਦੋਂ ਦੁੱਖ ਆਇਆ ਨਾ ਉਸ ਤੋਂ ਵੱਧ ਦੁੱਖ ਨੇ ਤੁਹਾਨੂੰ ਪ੍ਰਭਾਵਿਤ ਕਰਨਾ ਹੈ। ਇਸੇ ਕਰਕੇ ਸਾਧ ਕਹਿੰਦੇ ਨੇ ਕਿ ਬਈ ਤੂੰ ਨਿਮਰਤਾ ਚ ਰਹਿ। ਖੁਸ਼ੀ ਆਈ ਹੈ ਨਾ ਤੇ ਦੂਜੀ ਸਾਈਡ ਤੇ ਦੁੱਖ ਵੀ ਬੈਠਾ ਵਾ, ਤੂੰ ਕਿਉਂ ਭੁੱਲ ਰਿਹਾ? ਅੱਜ ਤੂੰ ਚੀਕਾਂ ਮਾਰੇਗਾ ਨਾ ਤੇ ਕੱਲ ਨੂੰ ਤੈਨੂੰ ਬੜੀ ਪ੍ਰੋਬਲਮ ਹੋ ਜਾਣੀ ਹੈ। ਹੁਣ ਜਿਹੜੇ ਬੰਦੇ ਬੜੇ ਵੱਡੇ ਸਟਾਰ ਬਣ ਜਾਂਦੇ, ਫਿਰ ਉਹ ਸਟਾਰ ਤੋਂ ਥੱਲੇ ਆਉਂਦੇ ਆ, ਉਹਨਾਂ ਦਾ ਜੀਵਨ ਫਿਰ ਪਤਾ ਕੀ ਹੁੰਦਾ, ਸ਼ੈਡੋ ਬਣ ਜਾਂਦਾ। ਕਿਉਂਕਿ ਉਦੋਂ ਚੀਜ਼ ਵੇਖੋ ਉਹ ਕਿੱਡੀ ਖਤਰਨਾਕ ਹੈ। ਹੁਣ ਅੱਜ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਹੈ, ਚਲੋ ਕਹਿ ਦਿੰਦਾ, ਹੁਣ ਆਹ ਜਿਹੜੇ ਵੀਰ ਦਾ ਉਹਨਾਂ ਨੇ ਕਤਲ ਕਰਤਾ, ਇਹ ਦੇਖੋ ਕਿ ਪੰਜਾਬ ਦੇ ਲੋਕਾਂ ਨੂੰ ਮੋਸਟਲੀ ਇਹਨਾਂ ਨੇ ਬਹੁਤ ਜ਼ਿਆਦਾ ਮਿਸਗਾਈਡ ਕਰਤਾ ਹੈ। ਗਲੋਟ ਲਿਆਂਦਾ ਹੈ, ਮੈਂ ਇੰਝ ਕਰ ਦੂੰ, ਮੈਂ ਉੱਥੇ ਇੰਝ ਕਰ ਦੂੰ। ਜਿੱਦਾਂ ਦਾ ਤੁਸੀਂ ਪ੍ਰਚਾਰ ਕਰੋਗੇ, ਦੇਖੋ ਉਹ ਚੀਜ਼ ਨੇ ਕੀ ਕੀਤਾ ਕਿ ਆਖਰ ਤੇ ਇਹਨਾਂ ਦੇ ਪਿੱਛੇ ਹੀ ਆ ਗਈ ਉਹ ਨਿੱਜਰ ਸਾਹਿਬ। ਕਿਉਂਕਿ ਲੋਕੀ ਉਹਨੂੰ ਕਾਪੀ ਕਰਦੇ ਆ ਨਾ। ਬਿਲਕੁਲ। ਕਿਉਂਕਿ ਕਿਸੇ ਦੀ ਗੱਲ ਕੋਈ ਸੁਣਦਾ ਹੀ ਨਹੀਂ। ਕਿਉਂਕਿ ਐਗਰੈਸਿਵ ਸੌਂਗ ਨੇ। ਤੁਸੀਂ ਉਹਨਾਂ ਗਾਣਿਆਂ ਨੂੰ ਤੁਸੀਂ ਸੁਣੋ, ਭਾਵੇਂ ਕਿਸੇ ਦੇ ਵੀ ਗਾਣਾ ਹੋਵੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਉਹਨੂੰ ਕਾਰ 'ਚ ਪਲੇ ਕਰੋ, ਤੁਹਾਡਾ ਵੇਖੋ ਬਲੱਡ ਕਿੱਦਾਂ ਪੰਪ ਹੋਣ ਡਿਆ ਪੈਂਦਾ। ਕਿਉਂਕਿ ਉਹ ਗਾਣੇ 'ਚ ਐਸੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਐਸੀਆਂ, ਫਿਰ ਲੋਕੀ ਨੂੰ ਕਾਪੀ ਕਰਦੇ। ਜਿੱਦਾਂ ਪੁਰਾਣੇ ਜ਼ਮਾਨੇ 'ਚ ਫਿਲਮਾਂ ਹੁੰਦੀਆਂ ਸੀ, ਉਹ ਹੀਰੋਆਂ ਦੇ ਵਰਗੇ ਲੋਕੀ ਵਾਲ ਬਣਾਉਂਦੇ ਸੀ, ਉਹਨਾਂ ਵਰਗੇ ਕੱਪੜੇ ਪਾਉਂਦੇ ਸੀ। ਇਸੇ ਹੀ ਤਰ੍ਹਾਂ ਇਹ ਲੋਕੀ ਕਰਦੇ ਕਿ ਇਹ ਲੋਕ ਜਿੱਦਾਂ ਦਾ ਪ੍ਰਚਾਰ ਕਰਦੇ ਆ, ਬਾਰ-ਬਾਰ ਗਾਣਾ ਵੇਖਣਾ, ਫਿਰ ਲੋਕ ਉਹਨੂੰ ਕਾਪੀ ਕਰਦੇ, ਉਹਨੂੰ ਫੈਸ਼ਨ ਬਣਾਉਂਦੇ। ਉਹ ਚੀਜ਼ ਕਿੱਡੀ ਮਾੜੀ ਆ। ਅੱਜ ਵੇਖੋ ਉਹ ਉਸ ਬੰਦੇ ਦੇ ਕੋਲ ਆ ਗਈ, ਉਹਨੂੰ ਲੈ ਵੀ ਗਈ। ਕਿਉਂਕਿ ਜਿਹੜੀ ਚੀਜ਼ ਆਪਾਂ ਸੰਸਾਰ ਨੂੰ ਦੇ ਰਹੇ ਹਾਂ, ਜੋ ਆਪਾਂ ਲੈਸਨ ਦੇ ਰਹੇ ਹਾਂ ਨਾ ਸੰਸਾਰ ਨੂੰ, ਸੰਸਾਰ ਸਾਡੇ ਲਾ ਰਿਹਾ ਉਹੀ ਚੀਜ਼ ਲੈ ਕੇ। ਇਸ ਕਰਕੇ ਸੰਸਾਰ ਨੂੰ ਕੋਈ ਐਸੀ ਚੀਜ਼ ਨਾ ਦਿਓ, ਔਰ ਖਾਸ ਕਰਕੇ ਪੈਸੇ ਦੇ ਲਈ ਬਿਲਕੁਲ ਨਾ, ਏਦਾਂ ਦਾ ਕੁਛ ਨਾ ਕਰੋ। ਜਦੋਂ ਆਪਾਂ ਕਿਸੇ ਦੀ ਨਿੰਦਿਆ ਕਰਦੇ ਆ ਨਾ, ਤੇ ਇਹ ਮਨ ਚੋਂ ਵਰਕਾ ਪਾੜ ਦੋ ਕਿ ਤੁਹਾਡੇ ਬੋਲੇ ਲਫ਼ਜ਼ਾਂ ਨੇ ਦੂਸਰਿਆਂ ਨੂੰ ਤੁਹਾਡੀ ਨਿੰਦਿਆ ਕਰਨ ਲਈ ਮਜਬੂਰ ਕਰ ਦੇਣਾ। ਜੋ ਆਟੋਮੈਟਿਕਲੀ ਸੰਸਾਰ 'ਚ ਤੁਸੀਂ ਜੋ ਦੇਵੋਗੇ ਨਿੱਜਰ ਸਾਹਿਬ, ਉਹ ਮਲਟੀਪਲਾਈ ਹੋ ਕੇ ਤੁਹਾਨੂੰ ਮਿਲਣਾ ਵਾ। ਬਿਲਕੁਲ ਮਿਲਣਾ। ਜੇ ਤੁਸੀਂ ਲੋਕਾਂ ਨੂੰ ਛੱਡ ਦੋ ਨਾ, ਪਲੀਜ਼ ਇੱਕ ਚੀਜ਼ ਮੇਰੀ ਨੋਟਿਸ ਕਰੋ, ਆਪ ਕਰਕੇ ਦੇਖ ਲਿਓ। ਤੁਸੀਂ ਲੋਕਾਂ ਦੇ ਬਾਰੇ ਕਹਿਣਾ ਬੰਦ ਕਰ ਦੋ, ਉਹ ਲੋਕਾਂ ਨੇ ਤੁਹਾਡੇ ਬਾਰੇ ਭੁੱਲ ਹੀ ਜਾਣਾ ਕਿ ਤੁਸੀਂ ਧਰਤੀ ਤੇ ਹੈਗੇ ਜੋ। ਕਿਉਂਕਿ ਆਪਾਂ ਵਾਈਬ੍ਰੇਸ਼ਨ ਭੇਜ ਰਹੇ ਹਾਂ, ਉਹੀ ਵਾਈਬ੍ਰੇਸ਼ਨ ਘੁੰਮ ਘੰਮ ਕੇ ਸਾਡੇ ਲਾ ਰਹੀ ਹੈ। ਇਹ ਸੰਸਾਰ ਆ। ਜਿੱਦਾਂ ਢੋਲ ਵਜਾਈਦਾ ਤੇ ਆਵਾਜ਼ ਆਉਂਦੀ ਹੈ ਨਾ, ਤੁਸੀਂ ਨਹੀਂ ਵਜਾਓਗੇ ਤੇ ਨਹੀਂ ਆਵਾਜ਼ ਆਊਗੀ। ਇਹ ਪ੍ਰਕਿਰਤੀ ਹੈ। ਪ੍ਰਕਿਰਤੀ ਕੀ ਕਰਦੀ ਆ, ਮਲਟੀਪਲਾਈ ਕਰਕੇ ਉਸ ਨੂੰ ਸਾਡੇ ਕੋਲ ਵਾਪਸ ਭੇਜਦੀ। ਜੋ ਆਪਾਂ ਕਰਾਂਗੇ ਉਸ ਚੀਜ਼ਾਂ ਸਾਡੇ ਕੋਲ ਰਿਵਰਸ ਹੋ ਕੇ ਆ ਰਹੀਆਂ ਨੇ। ਜਿੱਦਾਂ ਆਪਾਂ ਕਿਸੇ ਨੂੰ ਗਾਲ ਕੱਢੀ, ਉਹ ਗਾਲ ਆਪਣੇ ਕੋਲ ਆਉਂਦੀ ਹੈ ਨਾ ਨਿੱਜਰ ਸਾਹਿਬ। ਬਿਲਕੁਲ। ਤੇ ਜੇ ਆਪਾਂ ਸਤਿ ਸ੍ਰੀ ਅਕਾਲ ਪਿਆਰ ਨਾਲ ਬੋਲਾਂਗੇ, ਵੀਰ ਜੀ ਕੀ ਹਾਲ ਨੇ, ਤੇ ਉਹ ਵੀ ਕਹਿੰਦਾ ਹਾਂਜੀ ਵੀਰ ਜੀ ਕੀ ਹਾਲ ਨੇ, ਬਹੁਤ ਵਧੀਆ। ਇਹ ਸੰਸਾਰ ਹੈ। ਤੁਸੀਂ ਜੋ ਸੰਸਾਰ ਨੂੰ ਦੋਗੇ, ਸੰਸਾਰ ਨੇ ਵਾਪਸ ਤੁਹਾਨੂੰ ਦੇ ਦੇਣਾ। ਕਿਉਂਕਿ ਸ਼ੀਸ਼ਾ ਹੈ, ਇਹ ਸ਼ੀਸ਼ਾ ਹੈ। ਜੇ ਆਪਾਂ ਕਿਸੇ ਨੂੰ ਚਪੇੜ ਦਿਖਾਵਾਂਗੇ, ਅਗਲੇ ਨੇ ਤੁਹਾਡੇ ਹੀ ਅਕਸ ਨੇ ਅਗਲੇ ਬੰਨੇ ਵੇਖੋ ਤੁਹਾਨੂੰ ਚਪੇੜ ਦਿਖਾਉਣੀ ਹੈ। ਠੀਕ ਹੈ ਜੀ। ਬਿਲਕੁਲ। ਕਥਾ ਅੱਜ ਦੀ ਥੋੜੀ ਇੱਧਰ ਉੱਧਰ ਚੱਲ ਜਾ ਰਹੀ ਆ। ਨਹੀਂ ਕੋਈ ਅਸ਼ਾਂਤ ਮਨ ਜਿਹੜਾ ਹੈ ਨਾ, ਦੇਖੋ ਉਸ ਨੂੰ ਸ਼ਾਂਤ ਕਰਨ ਦਾ ਸਾਰਾ ਵਿਸ਼ਾ ਹੈ। ਲਾਸਟ ਤੇ ਮੈਂ ਗੱਲ ਨੂੰ ਖਤਮ ਕਰਦਾ। ਧਰਮ ਦਾ ਮਤਲਬ ਹੀ ਇਹੋ ਹੈ ਕਿ ਤੂੰ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਚਲਾ ਤੇ ਤੇਰਾ ਮਨ ਆਪਣੇ ਆਪ ਹੀ ਸ਼ਾਂਤ ਹੋ ਜਾਏਗਾ। ਤੇਰਾ ਮਨ ਅਸ਼ਾਂਤ ਆ, ਤੇਰੇ ਮਨ 'ਚ ਜ਼ਿਆਦਾ ਵਿਚਾਰ ਨੇ, ਜ਼ਿਆਦਾ ਚਿੰਤਾ, ਜ਼ਿਆਦਾ ਪਰੇਸ਼ਾਨੀ ਹੈ, ਇਹਦਾ ਮਤਲਬ ਕਿ ਕੁਝ ਏਦਾਂ ਦਾ ਤੂੰ ਕੰਮ ਕਰ ਰਿਹਾ ਹੈ ਜਿਹਦੇ ਕਰਕੇ ਤੇਰੇ ਅੰਦਰ ਇਹ ਅਸ਼ਾਂਤੀ ਪੈਦਾ ਹੋ ਰਹੀ ਹੈ। ਜਿੱਦਾਂ ਕੋਈ ਚੀਜ਼ ਨੂੰ ਛੇੜਾਂਗੇ ਆਪਾਂ, ਪਾਣੀ ਨਿੱਜਰ ਸਾਹਿਬ, ਤੇ ਉਹ ਪਾਣੀ 'ਚ ਕੋਈ ਚੰਦਰਮਾ ਥੋੜੀ ਦਿਖਣਾ, ਉਹ 'ਚ ਲਹਿਰਾਂ ਦਿਖਾਈ ਦੇਣੀਆਂ, ਤਰੰਗਾਂ ਪੈਦਾ ਕੀਤੀਆਂ ਨੇ ਆਪਾਂ। ਇਹਦਾ ਮਤਲਬ ਕਿ ਉਹ ਪਾਣੀ ਦੇ ਵਿੱਚ ਆਪਾਂ ਕੁਛ ਤੇ ਪਾ ਕੇ ਬੈਠੇ ਆ, ਡੰਡਾ ਡੁੰਡਾ। ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਜੇ ਸੱਚ ਦੇ ਨਾਲ, ਜੇ ਆਪਾਂ ਸੱਚ ਦੇ ਨਾਲ ਜੁੜਨਾ ਚਾਹੁੰਦੇ, ਸੱਚ ਨੂੰ ਦੇਖਣਾ ਚਾਹੁੰਦੇ ਹਾਂ, ਤੇ ਸੱਚ ਨੂੰ ਲੈ ਕੇ ਆਉਣਾ ਪੈਣਾ ਹੈ ਆਪਣੇ ਜੀਵਨ ਦੇ ਵਿੱਚ। ਹਾਂ, ਜੇ ਤੂੰ ਕਾਮ ਦਾ ਡੰਡਾ ਪਾਇਆ, ਕ੍ਰੋਧ ਦਾ ਪਾਇਆ, ਲੋਭ ਦਾ ਪਾਇਆ, ਮੋਹ ਦਾ ਪਾਇਆ, ਉਹ ਪਾਣੀ ਨੇ ਉਸੇ ਕਿਸਮ ਦੀ ਤਰੰਗ ਪੈਦਾ ਕਰੀ ਜਾਣੀ। ਔਰ ਜੇਕਰ ਆਪਾਂ ਚਾਹੁੰਦੇ ਹਾਂ ਕਿ ਇਹ ਤਰੰਗਾਂ ਬੰਦ ਹੋ ਜਾਣ,
ਤੇ ਫਿਰ ਇੱਕ ਗੱਲ ਯਾਦ ਰੱਖੋ, ਬਾਣੀ ਕਹਿੰਦੀ ਐਸਾ ਕਰਮ ऐसा काम मूल्य न मूल न कीचे जित अंत पछुताई है। ਹਾਂ ਏਦਾਂ ਦਾ ਕੰਮ ਹੀ ਨਾ ਕਰੋ, ਕਿਉਂਕਿ ਉਹ ਜਦੋਂ ਤੂੰ ਕਰ ਲਿਆ ਤੇ ਤਰੰਗ ਪੈਦਾ ਹੋ ਜਾਣੀ, ਫਿਰ ਉਹਨੂੰ ਤੂੰ ਮਿਟਾ ਨਹੀਂ ਸਕਦਾ। ਕਿਉਂਕਿ ਪ੍ਰਕਿਰਤੀ ਜਿਹੜੀ ਹੈ ਉਹ ਬੀਜ ਬੀਜਣ ਤੱਕ ਸਾਨੂੰ ਪਰਮਿਸ਼ਨ ਦਿੰਦੀ ਹੈ, ਪਰ ਜਦੋਂ ਬੀਜ ਬੀਜਿਆ ਗਿਆ ਫਿਰ ਪ੍ਰਕਿਰਤੀ ਦੇ ਹੱਥ ਹੈ। ਨਜਰ ਸਾਹਿਬ बिल्कुल सही गल है, बिल्कुल सही गल है। ਭਾਵੇਂ 10 ਬੀਜ ਲਾਵੇ, 20 ਲਾਵੇ, 30 ਲਾਵੇ, ਆਪਾਂ ਤੇ ਇੱਕ ਬੀਜ ਬੀਜਣਾ ਹੈ ਤੇ ਜੋ ਤੁਸੀਂ ਬੀਜਿਆ ਉਗਣਾ ਜ਼ਰੂਰ। ਇਸ ਕਰਕੇ ਬਾਣੀ ਕਹਿੰਦੀ ਐਸਾ ਬੀਜ ਨਾ ਬੀਜੋ, ਕਿਉਂਕਿ ਬੀਜ ਤੂੰ ਬੀਜ ਲਿਆ ਘਰੇ ਆਪਣੇ, ਤੋਂ ਇੱਥੇ ਉਲਟੇ ਪੁਲਟੇ ਰੁੱਖ ਲਾ ਕੇ ਬਹਿ ਜਾਏਗਾ, ਮੁੜ ਕੇ ਤੈਨੂੰ ਉੱਥੇ ਰਹਿਣਾ ਪੈਣਾ, ਪੰਗਾ ਤੇ ਹੈ, बिल्कुल ਤੂੰ ਭੱਜ ਨਹੀਂ ਸਕਦਾ। ਠੀਕ ਹੈ, ਆ ਜਾਓ ਨਿਜਰ ਸਾਹਿਬ ਵਾਪਸ ਬਾਣੀ ਤੇ। हाँ पौड़ी आखिरी है गोरखी साहब, ਅੱਜ ਜਿਹੜੀ ਹੈਗੀ ਇਹ ਵਾਰ ਜਿਹੜੀ ਹੈਗੀ ਖਤਮ ਹੋ ਰਹੀ ਹੈ। ਚੌਥੀ ਪਾਤਸ਼ਾਹੀ ਦੀ ਆਖਰੀ ਵਾਰ ਦੀ ਆਖਰੀ ਪੌੜੀ ਹੈਗੀ ਆ, ਔਰ ਆਪਾਂ ਨੂੰ ਇਹਦੇ ਵਿੱਚ ਜਿਹੜੇ ਹੈਗੇ ਮਹਾਰਾਜ ਦੱਸ ਰਹੇ ਬਈ ਪਰਮਾਤਮਾ ਹੈਗਾ ਇੱਕ ਕੱਲਾ ਪਰਮਾਤਮਾ ਨੇ ਜਿਹੜਾ ਹੈਗਾ ਇੱਕ ਖੇਡ ਜਿਹੜੀ ਹੈਗੀ ਆ ਖੇਡ ਬਣਾਈ, ਆਪਣੇ ਚੋਂ ਜੀਵ ਜਿਹੜੇ ਹੈਗੇ ਆਪਣੇ ਚੋਂ ਜਿਹੜੀ ਹੈਗੀ ਜੋਤ ਜਿਹੜੀ ਹੈਗੀ ਉਹ ਜੀਵ ਦੇ ਰੂਪ ਦੇ ਵਿੱਚ ਦੁਨੀਆ ਦੇ ਵਿੱਚ ਭੇਜੀ, ਉਹਦੇ ਵਿੱਚ ਜਿਹੜੀ ਹੈ ਉਸਨੇ ਸਰੀਰ ਦਿੱਤਾ, ਔਰ ਉਹ ਜੀਵ ਹੈਗਾ ਦੋਨਾਂ ਦਾ ਕੰਬੀਨੇਸ਼ਨ ਹੈਗਾ, ਔਰ ਸੁਰਤ ਮਤ ਮਨ ਬੁੱਧੀ ਆ ਚੀਜ਼ਾਂ ਦੇ ਕੇ ਹੱਡੀਆਂ ਚਮੜੀ ਉਹ ਸਾਰਾ ਸਰੀਰ ਬਣਾ ਕੇ ਮਾਲਕ ਨੇ ਦੇ ਦਿੱਤਾ ਆਪਾਂ ਨੂੰ। ਇਹ ਦੇ ਕੇ ਮਾਲਕ ਨੇ ਜਿਹੜਾ ਹੈਗਾ ਬਈ ਤੂੰ ਮੈਨੂੰ ਲੱਭ ਲਾ, ਤੂੰ ਆਪਣੀ ਜੋਤ ਨੂੰ ਜਿਹੜਾ ਹੈਗਾ ਲੱਭਣਾ ਹੈ, ਆਪਣੇ ਆਪ ਨੂੰ, ਆਪਣੀ ਤੂੰ ਸੱਚ ਹੈਗਾ, ਤੂੰ ਕੱਚ ਦੇ ਨਾਲ ਮਾਲਕ ਨੇ ਬਿਲਕੁਲ ਆਪਾਂ ਨੂੰ ਜਿਹੜਾ ਹੈਗਾ ਦੁਨੀਆ 'ਚ ਭੇਜਿਆ ਹੈ, ਔਰ ਆਪਾਂ ਨੂੰ ਕੋਈ ਪਤਾ ਨਹੀਂ ਹੈ। ਔਰ ਬ੍ਰਹਮ ਗਿਆਨੀ ਵੀ ਗੁਰੂ ਵੀ ਉਹ ਵੀ ਦੁਨੀਆ ਦੇ ਵਿੱਚ ਮਾਲਕ ਨੇ ਭੇਜਤੇ ਬਈ ਉਹਨਾਂ ਤੋਂ ਗਿਆਨ ਲੈ ਕੇ ਔਰ ਤੂੰ ਜਿਹੜਾ ਹੈਗਾ ਮੈਨੂੰ ਮਿਲ ਸਕਦਾ ਹੈ। ਮਾਲਕ ਨੇ ਆਪਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਮਾਲਕ ਨੇ ਪਾਇਆ ਹੋਇਆ ਆ, ਮਾਲਕ ਨੇ ਆਪਾਂ ਨੂੰ ਲੇਖੇ ਦੇ ਵਿੱਚ ਪਾਇਆ ਹੈ ਕਰਮਾਂ ਦੇ, ਮਾਲਕ ਨੇ ਲੇਖਾ ਹਟਾਉਣਾ ਆ, ਮਾਲਕ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਹਟਾਉਣਾ ਹੈਗਾ, ਔਰ ਹਟਾਉਣਾ ਹੈ ਜਿਹਦਾ ਉਹ ਗੁਰੂ ਦੇ ਦੁਆਰਾ ਹਟਾਉਣਾ ਹੈ ਭਾਈ। ਆਖਰੀ ਪੌੜੀ ਆਪਾਂ ਨੂੰ ਇਹ ਗਿਆਨ ਦੇਗੀ। ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ, ਤੋਹ ਜੇਵੜ ਤੂੰ ਵੱਡ ਵੱਡੇ। ਦੇਖੋ ਕਹਿੰਦੇ ਤੂੰ ਸੱਚਾ ਸਾਹਿਬ ਹੈ, ਸਾਹਿਬ ਕਹਿੰਦੇ ਆ ਮਾਲਕ, ਕੰਟਰੋਲਰ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਔਰ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈ, ਔਰ ਅਤ ਵੱਡਾ ਹੈ, ਉਸ ਤੋਂ ਉੱਪਰ ਕੋਈ ਨਹੀਂ ਹੈ। ਤੋਹ ਜੇਵੜ ਤੂੰ ਵੱਡ ਵੱਡੇ, ਉਹਦੇ ਬਰੋਬਰ ਦਾ ਉਹ ਕੱਲਾ ਆਪ ਹੀ ਹੈਗਾ। ਜਿਸ ਤੂੰ ਮਿਲੇ ਸੋ ਤੁਧ ਮਿਲੇ, ਤੂੰ ਆਪੇ ਬਖਸ਼ ਲੈ ਲੇਖਾ ਛੱਡੇ। ਜਿਸ ਤੂੰ ਮਿਲੇ, ਦੇਖੋ ਮਿਲਾਉਣਾ ਮਾਲਕ ਨੇ ਹੈਗਾ, ਔਰ ਪ੍ਰੋਬੇਬਿਲਿਟੀ यहाँ ਆਪਾਂ ਨੇ ਜਿਹੜਾ ਹੈਗਾ ਪਾਤਰ ਆਪਾਂ ਨੇ ਬਣਨਾ ਹੈ, ਔਰ ਕਿਰਿਆ ਆਪਾਂ ਨੇ ਕਰਨੀ ਹੈ। ਮਾਲਕ ਨੇ ਜਿਹੜਾ ਹੈਗਾ ਆਪਣੀ ਜਜਮੈਂਟ ਕਰਨੀ ਹੈ ਵੀ ਇਹ ਮਿਲਾਉਣ ਜੋਗਾ ਹੋ ਗਿਆ, ਖਰਾ ਹੋ ਗਿਆ, ਕਿਉਂਕਿ ਮਾਲਕ ਨੇ ਖੋਟ ਪਾਈ ਹੈ। ਜਿਸ ਤੂੰ ਮਿਲੇ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲਹਿ ਲੇਖਾ ਛੱਡੇ। ਉੱਥੇ ਲੇਖਾ ਛੁੱਟਣਾ ਹੈ ਭਾਈ, ਮਾਲਕ ਨੇ ਲੇਖੇ ਤੋਂ ਬਾਹਰ ਕੱਢਣਾ ਹੈ ਆਪਾਂ ਨੂੰ ਜਨਮ ਮਰਨ ਦੇ ਗੇੜ ਚੋਂ। ਜਿਸਨੂੰ ਤੂੰ ਆਪ ਮਿਲਾਏਂਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ। ਆ ਲਓ ਕਹਿੰਦੇ ਜਿਹਨੂੰ ਤੂੰ ਮਿਲਾਉਣਾ ਹੈ ਇਹ ਤੇਰਾ ਇੱਕ ਕਾਨੂੰਨ ਹੈਗਾ। ਉਹ ਬ੍ਰਹਮ ਗਿਆਨੀਆਂ ਦੇ ਥਰੂ, ਸਤਿਗੁਰੂ ਦੇ ਥਰੂ ਉਹ ਸੇਵਾ ਕਰਦਾ ਹੈ, ਧਿਆਨ ਸਿਮਰਨ ਕਰਦਾ ਹੈ, ਉਹ ਮਾਇਆ ਨੂੰ ਛੱਡਦਾ ਹੈ। ਮਨ ਜਿਹੜਾ ਹੈਗਾ ਮਨ ਗੱਡ ਕੇ ਸੇਵਾ ਕਰਦਾ ਹੈ, ਮਨ ਦੇ ਨਾਲ ਭਗਤੀ ਕਰਦਾ ਹੈ, ਉਹਨੂੰ ਤੂੰ ਮਿਲਾ ਲੈਣਾ ਹੈ। ਤੂੰ ਸੱਚਾ ਸਾਹਿਬ ਸੱਚ ਤੂੰ, ਸਭ ਜਿਉ ਪਿੰਡ ਚੰਮ ਤੇਰਾ ਹੱਡੇ। ਤੂੰ ਹਮੇਸ਼ਾ ਰਹਿਣ ਵਾਲਾ ਹੈ, ਮਾਲਕ ਹੈਗਾ ਹੈ, ਔਰ ਸੱਚ ਹੈਗਾ, ਔਰ ਸਾਨੂੰ ਜਿਹੜਾ ਜਿਉ ਦਿੱਤਾ ਹੈ, ਜੀਵ ਜਿਹੜਾ ਹੈਗਾ, ਇਹ ਜੀਵ ਜਿਹੜਾ ਹੈਗਾ ਕੰਬੀਨੇਸ਼ਨ ਹੁੰਦਾ ਹੈ ਸਾਰਾ ਜਿਹੜਾ ਹੈਗਾ, ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸੁਰਤ ਮਤ ਮਨ ਬੁੱਧ ਔਰ ਆਤਮਾ। ਕਹਿੰਦੇ ਇਹ ਜਿਹੜਾ ਹੈਗਾ ਇਹ ਪਿੰਡ, ਸਰੀਰ, ਚੰਮ, ਚਮੜੀ ਤੇ ਹੱਡੀਆਂ ਇਹ ਤੇਰਾ ਦਿੱਤਾ ਹੋਇਆ ਮਾਲਕਾ, ਤੇਰਾ ਦਿੱਤਾ ਹੋਇਆ। ਤੂੰ ਦਿੱਤਾ ਹੈ, ਤੂੰ ਇਹ ਸਾਰਾ ਕੁਝ ਖਾਣ ਪੀਣ ਨੂੰ ਸਾਰਾ ਕੁਝ ਦੇ ਰਿਹਾ ਹੈ, ਹਵਾ ਪਾਣੀ। ਜਿਉਂ ਭਾਵੈ ਤਿਉਂ ਰੱਖ ਤੂੰ ਸੱਚਿਆ, ਨਾਨਕ ਮਨੇ ਆਸ ਤੇਰੀ ਵੱਡ ਵੱਡੇ। ਜਿਸ ਤਰ੍ਹਾਂ ਵੀ ਹੁੰਦਾ ਆ ਮਾਲਕਾ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਆ, ਤੂੰ ਮੈਨੂੰ ਜਿਹੜਾ ਹੈਗਾ, ਮੈਨੂੰ ਜਿਸ ਹਾਲਤ 'ਚ ਰੱਖਣਾ ਚਾਹੁੰਦਾ ਹੈ ਉਹਦੇ ਵਿੱਚ ਰੱਖ, ਪਰ ਮੇਰੇ ਅੰਦਰ
ਤੈਨੂੰ ਮਿਲਣ ਦੀ ਆਸ ਹੈਗੀ ਆ, ਤੂੰ ਵੱਡਾ ਆ, ਮੈਨੂੰ ਜਿਹੜਾ ਹੈਗਾ ਮੇਰਾ ਆਹ ਕੰਮ ਕਰ ਦੇ, ਮੈਨੂੰ ਜਿਹੜਾ ਹੈਗਾ ਆਪਣੇ ਨਾਲ ਮਿਲਾ ਲਾ। ਸੁੱਧ, ਹਾਂਜੀ ਸੁੱਧ ਵੀ ਇਹ ਬਾਅਦ ਵਿੱਚ ਦੁਬਾਰਾ ਫਿਰ ਦੇਖਦੇ ਸੀ, ਜਦ ਮਹਾਰਾਜ ਬਾਣੀ ਜਿਹੜੀ ਹੈਗੀ ਲਿਖਾਉਂਦੇ ਸੀਗੇ, ਇਹ ਫਿਰ ਜਿਹੜੀ ਹੈਗੀ ਸ਼ੁੱਧ ਸਟੈਂਪ ਲੱਗੀ ਹੋਈ, 33 ਪੌੜੀਆਂ ਸੀਗੀਆਂ। ਆਹ ਵਾਰ ਪੂਰੀ ਹੋ ਗਈ ਜੀ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਉਹ ਆਖਰ ਤੇ ਸਾਨੂੰ ਸਮਝਾ ਰਹੇ ਨੇ ਕਿ ਦੇਖੋ, ਜੇਕਰ ਦੇਖਿਆ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਇਹ ਉਹਦੀ ਰਹਿਮਤ ਹੈ। ਸੰਗਤ ਵੀ ਉਹਦੀ ਰਹਿਮਤ ਤੋਂ ਬਿਨਾਂ ਕਿੱਥੋਂ ਮਿਲੂਗੀ? ਰਸਤਾ, ਔਰ ਖਾਸ ਕਰਕੇ ਪ੍ਰਮਾਤਮਾ ਦੇ ਘਰ ਦਾ ਰਸਤਾ ਬੰਦਾ ਨਹੀਂ ਦੱਸ ਸਕਦਾ। ਇਹ ਬਹੁਤ ਵੱਡੀ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਆ। ਲੋਕ ਕਹਿੰਦੇ ਆ ਕਿ ਉਹ ਜੀ ਉਹ ਫਲਾਨਾ ਉਹ ਬੰਦਾ ਜਾਂ ਗੁਰੂ ਤੁਹਾਨੂੰ ਦੇ ਦੇਗਾ ਰਸਤਾ। ਨਹੀਂ, ਇਟ ਇਜ਼ ਨਾਟ ਪੋਸੀਬਲ। ਉਹ ਜਿਹੜੀ ਨਿਰਵਿਚਾਰ ਸਮਾਧੀ ਮਿਲਦੀ ਹੈ ਨਾ ਨਿੱਜਰ ਸਾਹਿਬ, ਇਹ ਪ੍ਰਮਾਤਮਾ ਦਿੰਦਾ ਹੈ। ਉਹਦਾ ਤੁਹਾਡਾ, ਮੈਂ ਕਿੱਥੋਂ ਤੁਹਾਡਾ ਮਨ ਰੋਕ ਦੂੰਗਾ? ਮੈਂ ਤੁਹਾਨੂੰ ਦੱਸ ਸਕਦਾ ਵਾਂ ਕਿ ਤੁਸੀਂ ਆਹ ਤਰੀਕਾ ਕਰ ਲਓ। ਉਹ ਕੋਈ ਦੇ ਨਹੀਂ ਸਕਦਾ। ਵੈਸੇ ਬਹੁਤ ਵੱਡੀ ਪ੍ਰੋਬਲਮ ਖੜੀ ਕਰ ਦਿੰਦੇ ਨੇ ਲੋਕ। ਉਹ ਕਹਿੰਦੇ ਜੀ ਗੁਰੂ ਦਊਗਾ ਤੁਹਾਨੂੰ ਗਿਆਨ। ਉਹ ਗੁਰੂ ਕਿੱਥੋਂ ਗਿਆਨ ਦੇ ਦੂਗਾ? ਨਾ ਨਾ ਨਾ, ਇਟ ਇਜ਼ ਨਾਟ ਪੋਸੀਬਲ, ਪ੍ਰੈਕਟੀਕਲੀ ਪੋਸੀਬਲ ਨਹੀਂ। ਕਿਉਂਕਿ ਉਹ ਤੇ ਆਤਮਾ ਦਾ ਗਿਆਨ ਹੈ। ਔਰ ਫਿਰ ਜੇ ਮੈਂ ਆਤਮਾ ਦਾ ਗਿਆਨ ਮੈਂ ਦੇ ਦਾਂ ਤੇ ਫਿਰ ਆਤਮਾ ਕੀ ਕਰੂਗੀ? ਉਹ ਕਿੱਥੋਂ ਗਿਆਨ ਦੇਊਗੀ? ਇਹ ਗਿਆਨ ਜਿਹੜਾ ਹੈ ਸਰੋਤ ਹੈ। ਦੇਖੋ, ਜਦ ਤੱਕ ਅਸੀਂ ਮਨ ਦੇ ਲੈਵਲ ਤੇ ਜੀਵਨ ਬਤੀਤ ਕਰਦੇ ਹਾਂ, ਸਾਡਾ ਬਹੁਤ ਹਲਕਾ ਤੇ ਘਟੀਆ ਕਿਸਮ ਦਾ ਜੀਵਨ ਹੈ। ਉਹ ਤੁਹਾਨੂੰ ਵੀ ਪਤਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਜਿਹੜਾ ਜੀਵਨ ਭਰਿਆ ਉਹ ਕਿੱਡਾ ਕੁ ਵਧੀਆ ਹੈ। ਵਧੀਆ ਥੋੜੀ ਆ। ਔਰ ਜਦੋਂ ਅਸੀਂ ਆਤਮਾ ਚ ਜਾਂਦੇ ਹਾਂ, ਜੀਵਨ ਤੇ ਉਦੋਂ ਹੀ ਸ਼ੁਰੂ ਹੁੰਦਾ ਵਾ। ਸੱਚ ਚਿੱਤ ਆਨੰਦ, ਹਿੰਦੂਆਂ ਨੇ ਕਹਿ ਦਿੱਤਾ ਸੱਚ ਚਿੱਤ ਆਨੰਦ, ਤੂੰ ਸੱਚ ਹੈ, ਤੂੰ ਹੈ ਨਾ, ਸੱਚ ਚਿੱਤ ਆਨੰਦ। ਬਿਲਕੁਲ। ਉਹ ਸੱਚ ਚ ਜਿਹੜਾ ਸੱਚ ਦਾ ਹੋ ਜਾਣਾ, ਸੱਚ ਚ ਮੇਲ ਹੋ ਜਾਣਾ, ਇਹ ਤਾਂ ਉਹਦੀ ਰਹਿਮਤ ਹੈ। ਕੋਈ ਜ਼ਬਰਦਸਤੀ ਥੋੜੀ ਮੈਂ ਕਿਸੇ ਦੇ ਘਰ ਵੜ ਸਕਦਾ। ਨਿਜਰ ਸਾਹਿਬ, ਮੈਂ ਤੇ ਬੂਹੇ ਘੜੀ ਆ ਕੇ ਖਲੋ ਸਕਦਾ। ਰਾਈਟ, ਬਿਲਕੁਲ। ਤੇ ਜੇ ਆਊਂਗਾ ਤਾਂ ਫਿਰ ਚੋਰਾਂ ਦੀ ਤਰ੍ਹਾਂ ਆਊਂਗਾ, ਉਹਦੀ ਕੋਈ ਸ਼ੋਭਾ ਨਹੀਂ ਹੈਗੀ। ਏਦਾਂ ਤੇ ਆ ਹੀ ਨਹੀਂ ਸਕਦਾ ਪ੍ਰਮਾਤਮਾ ਦੇ ਘਰ। ਤੇ ਉਹ ਆਪਾਂ ਜਾ ਕੇ ਉੱਥੇ ਜਾ ਕੇ ਬਹਿ ਸਕਦੇ ਹਾਂ। ਔਰ ਆਉਣਾ ਕਿ ਨਹੀਂ ਆਉਣਾ, ਇਹ ਬਾਣੀ ਨੇ ਪਹਿਲਾਂ ਵੀ ਕਿਹਾ, ਤੂੰ ਆਵਣ ਦੇਵੇਂ ਤੇ ਮੈਂ ਆਵਾਂ। ਬਾਣੀ ਤੋਂ ਕਈ ਨਿਜਰ ਸਾਹਿਬ, ਬਿਲਕੁਲ, ਆਵਣ ਦੇ ਤਾਂ ਆਵਾਂ, ਬਿਲਕੁਲ ਆਈ ਹੈ। ਵੇਖ ਲੋ, ਯਾਦ ਆ ਗਈ ਤੁਕ ਕਿੰਨੀ ਪੁਰਾਣੀ, ਮੈਮਰੀ ਕਿੰਨੀ ਪਾਵਰਫੁਲ ਰੱਬ ਨੇ ਦਿੱਤੀ ਹੈ ਕਿ ਇੱਥੇ ਬੈਠਾ ਬੈਠਾ ਮਨ ਚ ਆਇਆ ਵਿਚਾਰ। ਤੇ ਓਦਾਂ ਮੈਨੂੰ ਤੁਕ ਯਾਦ ਵੀ ਨਹੀਂ। ਆਵਣ ਦਵੇ ਤੇ ਮੈਂ ਆਵਾਂ, ਤੂੰ ਮੈਨੂੰ ਪਰਮਿਸ਼ਨ ਦਵੇਂਗਾ ਤਾਂ ਹੀ ਮੈਂ ਆ ਸਕਦਾ। ਉਹਨਾਂ ਇਹ ਨਹੀਂ ਕਿਹਾ ਕਿ ਮੈਨੂੰ ਬਾਬੇ ਨੇ ਮੈਨੂੰ ਅੰਦਰ ਵਾੜ ਦਿੱਤਾ। ਨਿਜਰ ਸਾਹਿਬ, ਬਿਲਕੁਲ। ਆਖਰੀ ਦੇ ਵਿੱਚ ਇਹੀ ਕਹਿ ਰਹੇ ਨਾ ਗੁਰਕੀ ਸਾਹਿਬ, ਜਿਉਂ ਭਾਵੇ ਤਿਉਂ ਰੱਖ ਤੂੰ ਸੱਚਿਆ, ਨਾਨਕ ਮਨੇ ਆਸ ਤੇਰੀ ਵੱਡ ਵੱਡੇ। ਮੇਰੇ ਮਨ ਚ ਆਸ ਹੈਗੀ ਮਿਲਣ ਦੀ, ਤੇ ਅੱਗੇ ਮਾਲਕਾ ਤੇਰੀ ਮਰਜ਼ੀ ਹੈ। ਹਾਂ, ਬਸ ਇੰਨਾ ਹੀ ਹੈ ਮੈਂ ਚਾਹੁੰਦਾ ਮਿਲਣ। ਪਰ ਨਹੀਂ ਵੀ ਆਸ ਹੈਗੀ ਨਾ, ਤੁਸੀਂ ਬਸ ਸੰਗਤ ਕਰੀ ਜਾਓ, ਭਗਤੀ ਕਰੀ ਜਾਓ, ਆਟੋਮੈਟਿਕਲੀ ਆਸ ਬਣ ਜਾਣੀ ਆ। ਕਈ ਵਾਰੀ ਬੰਦਾ ਸੋਚਦਾ, ਕਹਿੰਦਾ ਜੀ ਮੇਰੇ ਮਨ ਚ ਨਾ ਸ਼ਰਧਾ ਨਹੀਂ ਪੈਦਾ ਹੁੰਦੀ, ਪਰਮਾਤਮਾ ਦੇ ਪ੍ਰਤੀ ਪਿਆਰ ਨਹੀਂ ਪੈਦਾ ਹੁੰਦਾ। ਮੈਂ ਕਹਿੰਦਾ ਨਹੀਂ ਪੈਦਾ ਹੁੰਦਾ, ਕੋਈ ਗੱਲ ਨਹੀਂ। ਮੈਂ ਦੇਖੋ, ਬਾਣੀ ਚ ਲਿਖਿਆ ਕਿ ਜਦੋਂ ਚੰਦਨ ਦੇ ਰੁੱਖ ਦੇ ਸੰਪਰਕ ਚ ਕੋਈ ਚੀਜ਼ ਆਉਂਦੀ ਆ ਤੇ ਉਹਦੇ ਚ ਉਹਦੇ ਗੁਣ ਆ ਜਾਂਦੇ ਆ। ਬਿਲਕੁਲ, ਸੰਗਤ ਦੇ ਨਾਲ ਆ ਜਾਣੀ, ਸ਼ਰਧਾ ਆ ਜਾਣੀ, ਪਿਆਰ ਵੀ ਪੈਦਾ ਹੋ ਜਾਣਾ, ਸਭ ਕੁਝ ਹੋ ਜਾਣਾ। ਹਾਂ, ਮੈਂ ਮਿੱਟੀ, ਕਹਿੰਦੇ ਮਿੱਟੀ ਚ ਵੀ ਉਹਦੀ ਖੁਸ਼ਬੂ ਆ ਜਾਂਦੀ ਹੈ। ਮਿੱਟੀ ਨੂੰ ਥੋੜੀ ਨਾ ਸੱਦਿਆ ਸੀ, ਪਰ ਉਹ ਚ ਹੈਗੀ ਆ। ਤੇ ਜਿੱਥੇ ਸੱਚ ਦੀ ਕਥਾ ਹੈਗੀ ਆ, ਉੱਥੇ ਆਟੋਮੈਟਿਕਲੀ ਤੁਹਾਡੇ ਜੀਵਨ ਚ ਉਚਾਈ ਆਣੀ ਆ। ਜੇਕਰ ਸੱਚ ਸੁਣਨ ਤੇ ਬਾਵਜੂਦ ਵੀ ਉਚਾਈ ਨਹੀਂ ਆ ਰਹੀ, ਇਹਦਾ ਮਤਲਬ ਕਿ ਬਾਣੀ ਫਿਰ ਕਹਿੰਦੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੇ ਕੱਚ ਵਖਾਣੀ। ਫਿਰ ਇੱਥੇ ਗੜਬੜ ਹੈ। ਫਿਰ ਆਪਾਂ ਸੰਗਤ ਨਹੀਂ ਕਰ ਰਹੇ ਭਾਈ, ਆਪਣਾ ਮਨ ਕਿਤੇ ਘੁੰਮ ਰਿਹਾ ਹੈ। ਹਾਂ, ਫਿਰ ਉਹ ਗੜਬੜ ਹੈ। ਜਾਂ ਤੇ ਆਪਣੇ ਚ ਕਮੀ ਹੈ, ਜਾਂ ਫਿਰ ਸੁਣਨ ਵਾਲਿਆਂ ਚ ਕਮੀ ਆ, ਜਾਂ ਫਿਰ ਕਹਿਣ ਵਾਲਿਆਂ ਚ ਕਮੀ ਆ। ਕਿਤੇ ਤੇ ਕਿਤੇ ਗੜਬੜ ਹੈਗੀ ਹੈ। ਅੱਜ ਦੀ ਵਿਚਾਰ ਨਿਜਰ ਸਾਹਿਬ ਇੱਥੇ ਸਮਾਪਤ। ਹਾਂਜੀ, ਬਹੁਤ ਵਧੀਆ ਗੋਪੀ ਸਾਹਿਬ, ਬਿਲਕੁਲ ਠੀਕ। ਹਾਂ, ਬਸ ਠੀਕ ਹੈ ਸਾਧ ਸੰਗਤ ਜੀ, ਗੱਲਾਂ ਜੋ ਵੀ ਆ ਘੁੰਮ ਘੁਮਾ ਕੇ ਆ ਜਾਂਦੀਆਂ ਨੇ ਧਰਮ ਦੇ ਉੱਪਰ। ਔਰ ਧਰਮ, ਬਾਣੀ ਕਹਿੰਦੀ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਹਨੇ ਸੂਤ। ਉਹ ਧਰਮ ਦਾ ਪੁੱਤ ਹੈ, ਦਇਆ ਦਾ ਪੁੱਤ ਧਰਮ ਆ। ਹਾਂ, ਤੇ ਦਇਆ ਦਾ ਪੁੱਤ ਹੈ ਜਿਹੜਾ ਧਰਮ ਆ। ਉਹ ਫਿਰ ਦਇਆ ਤੇ ਤੁਹਾਨੂੰ ਪਤਾ ਹੈ, ਦਇਆ ਦਾ ਮਤਲਬ ਕੀ ਹੈ? ਬਾਣੀ ਤੇ ਕਹਿੰਦੀ ਮਾਫ ਕਰ ਦੇ, ਦੂਜੇ ਦਾ
ਦੂਜੀ ਦਾ ਜੇ ਤੂੰ ਗੁਣ ਗ੍ਰਹਿਣ ਨਹੀਂ ਕਰ ਸਕਦਾ ਤੇ ਫਿਰ ਉਹਦਾ ਔਗਣ ਕਿਉਂ ਗ੍ਰਹਿਣ ਕਰਦਾ? ਔਰ ਆਪਾਂ ਏਦਾਂ ਨਹੀਂ ਮਾਫ ਥੋੜੀ ਕਰਦਾ, ਬੰਦਾ ਨਹੀਂ ਮਾਫ ਕਰਦਾ ਕਦੇ। ਬੰਦਾ ਤੇ ਜ਼ਿੰਦਗੀ ਭਰ ਉਸ ਗੱਲ ਨੂੰ ਛੱਡਦਾ ਨਹੀਂ। ਔਰ ਫਿਰ ਇਹ ਤੇ ਗੱਲ ਹੈ ਕਿ ਉਸਨੂੰ ਯਾਦ ਕਰਕੇ ਅਸੀਂ ਹਰ ਦਿਨ ਆਪਣੇ ਆਪ ਨੂੰ ਸਜ਼ਾ ਦਿੰਦੇ ਹਾਂ ਬਾਰ-ਬਾਰ। ਇਹ ਡਿਪਰੈਸ਼ਨ, ਐਂਗਜ਼ਾਇਟੀ ਇਹ ਕਿਉਂ ਹੋ ਰਹੀ ਹੈ? ਬਾਣੀ ਵੀ ਕਹਿੰਦੀ ਚਿੰਤਾ ਕਾਹੇ ਕੀਜੀਏ। ਬਾਣੀ ਕਿਹਾ ਜੋ ਹੋਣੀ ਅਨहोनी होवे। हाँ, चिंता ताकि कीजिए जो अनहोनी होए, ये मार्ग संसार को नानक थिर नहीं कोए। चिंता ਤਾਂ ਉਹਦੀ ਕਰੋ ਜਿਹੜੀ ਅਣਹੋਣੀ ਹੈਗੀ। ਜੋ ਕੁਝ ਹੋ ਰਿਹਾ ਆ ਉਹ ਸਾਰੀ ਹੋਣੀ ਆ, ਮਾਲਕ ਦਾ ਪ੍ਰੋਵੀਜ਼ਨ ਹੈਗਾ ਉਹਦਾ। ਹਾਂਜੀ ਵੀਰ ਜੀ। ਹਾਂ, ਤੀਰ ਚੱਲਿਆ ਤੇ ਉਹ ਤੀਰ ਪਹੁੰਚੇਗਾ ਕਿਤੇ ਨਾ ਕਿਤੇ। ਛੱਡਿਆ ਇੱਥੇ ਜੋ ਵੀ ਕੁਝ ਕਰ ਰਿਹਾ ਨਾ, ਇਹ ਸੰਸਾਰ ਹੈ। ਇਹ ਹਰ ਕੋਈ ਬੰਦਾ ਆਪਣੀ ਇੱਕ ਗਤੀ ਤੇ ਤੁਰਿਆ ਹੋਇਆ ਹੈ। ਉਹ ਸਾਨੂੰ ਨਹੀਂ ਦਿਖਦਾ ਕਿਉਂਕਿ ਸਾਡੀ ਵਿਜ਼ਨ ਬਹੁਤ ਕਮਜ਼ੋਰ ਹੈ। ਸਾਨੂੰ ਤੇ 20-25 ਫੁੱਟ 30 ਫੁੱਟ ਤੋਂ ਅੱਗੇ ਨਹੀਂ ਦਿਖਦਾ। ਤੇ ਪਰ ਉਹ ਜਿਹੜਾ ਪ੍ਰਕਿਰਤੀ ਦਾ ਵਿਧਾਨ ਤੇ ਹੈ, ਜਿਹੜਾ ਧਰਮ ਆ, ਉਹਦੇ ਵਿੱਚ ਬੜਾ ਕੰਮ ਸਿਸਟਮੈਟਿਕਲੀ ਚੱਲਦਾ ਹੈ। ਆਪ ਜਸਟ ਦੇਖੋ, ਕਹਿੰਦੇ ਕਿ ਇੱਥੇ ਇੰਡੀਆ ਦੇ ਵਿੱਚ ਨਾ ਉਹ ਜਦੋਂ ਆਜ਼ਾਦੀ ਦੇ ਟਾਈਮ ਤੇ ਲਾਗੇ ਨਿੱਜਰ ਸਾਹਿਬ ਉਦੋਂ ਇੱਕ ਸਪੈਨਿਸ਼ ਫਲੂ ਆਇਆ ਸੀ ਨਾ। ਪਤਾ ਨਹੀਂ ਸਪੈਨਿਸ਼ ਫਲੂ ਹੀ ਸ਼ਾਇਦ ਜਾਂ ਕੋਈ ਕੀ ਨੁਕਸ ਸੀ, ਕੋਈ ਬਿਮਾਰੀ ਜੀ ਆਈ। ਕਹਿੰਦੇ ਏਡੀ ਭਿਆਨਕ ਬਿਮਾਰੀ ਸੀ, ਟ੍ਰੇਨ ਦੇ ਵਿੱਚ ਅੱਧੇ ਬੰਦੇ ਮਰ ਜਾਂਦੇ ਸੀ, ਕਰੋੜਾਂ ਬੰਦੇ ਮਰੇ ਸੀ ਉਦੋਂ। ਤੇ ਫਿਰ ਉਹਦਾ ਇਲਾਜ ਵੀ ਨਹੀਂ ਹੋਇਆ। ਪ੍ਰਕਿਰਤੀ ਵੱਲੋਂ ਹੀ ਜਿੱਦਾਂ ਕੋਈ ਐਟਮੋਸਫੇਅਰ ਦੇ ਵਿੱਚ ਹੀ ਕੋਈ ਏਦਾਂ ਦੀਆਂ ਕਿਰਨਾਂ ਆ ਗਈਆਂ ਸੀ, ਉਹ ਚੀਜ਼ ਨੇ ਜੇ ਸਭ ਕੁਦਰਤ ਨੇ ਖਤਮ ਕਰਤੀ। ਦੇਖੋ, ਇਹਦਾ ਮਤਲਬ ਕੁਦਰਤ ਵੀ ਨਹੀਂ ਚਾਹੁੰਦੀ ਕਿ ਧਰਤੀ ਖਤਮ ਹੋ ਜਾਏ, ਇੱਥੋਂ ਦੇ ਲੋਕ ਮਰ ਜਾਣ। ਕੋਵਿਡ ਆ, ਇਹ ਵੀ ਖਤਮ ਹੋ ਜਾਊਗਾ ਫਿਰ ਤਾਂ ਇਹ ਵੀ ਕਰ ਲੂਗੀ, ਇਹ ਵੀ ਨਿਕਲ ਜਾਣਾ। ਹਾਂ, ਨਿਕਲ ਗਿਆ ਨਿੱਜਰ ਸਾਹਿਬ, ਆਲਮੋਸਟ ਹੀ ਹੈ। ਇਹ ਬੰਦੇ ਦਾ ਲੋਭ ਵੱਧ ਗਿਆ ਜੀ। ਲੋਕ ਕੋਵਿਡ ਤੇ ਨਹੀਂ ਹੈਗਾ, ਇਹ ਬੰਦਾ ਨਾ, ਬੰਦੇ ਦਾ ਲਾਲਚ ਵੱਧ ਗਿਆ। ਬੰਦਾ ਪੈਸੇ ਲਈ ਕੁਛ ਵੀ ਕਰ ਸਕਦਾ। ਤੇ ਇਹ ਫਿਰ ਪ੍ਰਕਿਰਤੀ ਦੇ ਵਿੱਚ ਫਿਰ ਜਦੋਂ ਤੁਹਾਨੂੰ ਪਤਾ ਹੀ ਹੈ ਕੋਈ ਵੀ ਚੀਜ਼ ਆ, ਉਹ ਜਦੋਂ ਉਹਨੂੰ ਬਾਰ-ਬਾਰ ਡਿਸਟਰਬ ਕਰੀ ਜਾਵਾਂਗੇ ਫਿਰ ਉਹ ਧਰਤੀ ਫਿਰ ਉਹਦੇ ਅੰਦਰ ਨੈਗੇਟਿਵ એનર્ਜੀ ਪੈਦਾ ਹੋ ਜਾਂਦੀ ਹੈ ਨਿੱਜਰ ਸਾਹਿਬ। ਤੇ ਉਹ ਫਿਰ ਉਹ ਤੁਹਾਨੂੰ ਪਤਾ ਫਿਰ ਉਹ ਸਾਰੇ ਐਟਮੋਸਫੇਅਰ ਦੇ ਵਿੱਚ ਜਦੋਂ ਨੈਗੇਟਿਵਿਟੀ ਵਧੂਗੀ, ਜਦੋਂ ਧਰਮ ਤੋਂ ਬੰਦਾ ਦੂਰ ਤੁਰਿਆ ਜਾਂਦਾ, ਨਹੀਂ ਵਹਿੰਦਾ ਹੈ ਕੀ ਹੈ ਮੇਰਾ ਜਾਂ ਬਗਾਨੇ ਦਾ। ਸਭ ਹਰ ਕੋਈ ਆਪਣਾ ਹੀ ਸੁੱਖ ਵੇਂਦਾ ਹੈ। ਤੇ ਫਿਰ ਨੈਚੁਰਲੀ ਇਹ ਧਰਤੀ ਤੇ ਬੋਝ ਵੱਧਦਾ ਨਿੱਜਰ ਸਾਹਿਬ। ਇਹ ਫਰਕ ਪੈਂਦਾ ਵਾ ਕਿਉਂਕਿ ਇਨਸਾਨ ਆਪਣੇ ਪੋਜੀਸ਼ਨ ਤੋਂ ਥੱਲੇ ਆ ਜਾ ਰਿਹਾ ਹੈ। ਕਿਉਂਕਿ ਇਨਸਾਨ ਜਾਨਵਰ ਥੋੜੀ ਹੈਗਾ, ਸਾਨੂੰ ਤੇ ਬੁੱਧੀ ਦਿੱਤੀ ਹੈ, ਸ੍ਰੇਸ਼ਟ ਜੂਨੀ ਹੈ। ਇਸ ਕਰਕੇ ਬਾਣੀ ਤੇ ਕਹਿੰਦੀ ਆ ਕਿ ਨਹੀਂ, ਚਲੋ ਲੋਕ ਕੀ ਕਰਦੇ ਆ, ਇਟ ਇਜ਼ ਨਾਟ ਵੈਰੀ ਇੰਪੋਰਟੈਂਟ। ਮੈਟਰ ਤੇ ਇਹ ਕਰਦਾ ਕਿ ਮੈਂ ਕੀ ਕਰਦਾ, ਨਿੱਜਰ ਸਾਹਿਬ ਖੁਦ ਕੀ ਕਰਦੇ ਆ ਤੇ ਤੁਸੀਂ ਕੀ ਕਰਦੇ ਜੀ। ਦੂਜੇ ਕੀ ਕਰਦੇ ਆ ਉਹ ਐਡਾ ਵੱਡਾ ਇੰਪੋਰਟੈਂਟ ਨਹੀਂ ਆ। ਕਿ ਮੈਂ ਸਹੀ ਚੱਲਣ ਨੂੰ ਤਿਆਰ ਹਾਂ, ਮੈਂ ਇੱਕ ਇਮਾਨਦਾਰ ਬਣਨ ਨੂੰ ਤਿਆਰ ਹਾਂ, ਕਿ ਮੈਂ ਵਫਾਦਾਰ ਬਣਨ ਨੂੰ ਤਿਆਰ ਹਾਂ। ਸੱਚੀ ਮੈਂ ਆਪਣੇ ਬਚਨ ਤੇ ਮੈਂ ਅੰਦਰੋਂ ਸੇਮ ਹੈ ਮੇਰੇ ਬਚਨ, ਕਿਤੇ ਮੈਂ ਉਹ ਚੀਜ਼ ਨਹੀਂ ਬੋਲ ਰਿਹਾ ਜੋ ਮੇਰਾ ਅਨੁਭਵ ਨਹੀਂ ਆ। ਕਈ ਲੋਕ ਏਦਾਂ ਬੋਲ ਦਿੰਦੇ ਨੇ, ਪਰ ਬਾਣੀ ਕਹਿੰਦੀ ਕਿ ਉਹ ਬੋਲੋ ਜੋ ਤੈਨੂੰ ਪਤਾ ਹੈ। ਜੋ ਤੈਨੂੰ ਨਹੀਂ ਪਤਾ ਪਲੀਜ਼ ਉਹਦੇ ਬਾਰੇ ਨਾ ਬੋਲ। ਕਿਉਂ ਬੋਲ ਰਿਹਾ ਤੂੰ, ਕਿਉਂ ਕਲੇਮ ਕਰ ਰਹੇ ਹੈ? ਪਰ ਲੋਕ ਕਰ ਲੈਂਦੇ ਨੇ, ਫਿਰ ਪ੍ਰੋਬਲਮ ਹੋ ਜਾਂਦੀ ਹੈ। ਅੱਛਾ, ਅੱਜ ਦੀ ਵਿਚਾਰ ਇੱਥੇ ਸਮਾਪਤ ਜੀ। ਵੀਰ ਜੀ ਇੱਕ ਨਾ ਪਿਛਲੇ ਮਹੀਨੇ ਅਰਦਾਸ ਕਰਵਾਈ ਸੀ ਨਾ ਬੱਚੇ ਦਾ, ਜਿਹਦਾ ਏਮਸ ਦੇ ਵਿੱਚ ਆਪਰੇਸ਼ਨ ਹਾਰਟ ਦਾ ਕਾਫੀ ਕੰਪਲੀਕੇਟਡ ਸੀ। ਉਹ ਹੁਣ ਛੁੱਟੀ ਮਿਲੀ ਆ ਉਹਨੂੰ ਜਾ ਕੇ, ਤੇ ਉਹ ਬਿਲਕੁਲ ਉਹਦੀ ਸ਼ੁਕਰਾਨੇ ਦੀ ਅਰਦਾਸ ਵੀਰ ਜੀ ਕਰੋ। ਠੀਕ ਹੈ ਜੀ, ਠੀਕ ਹੈ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਮਿਹਰ ਕਰੋ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਤੰਦਰੁਸਤੀ ਬਖਸ਼ਣੀ, ਸੁਖ ਸ਼ਾਂਤੀ ਬਖਸ਼ਣੀ, ਸਮਤ ਬਖਸ਼ਣੀ। ਬਾਣੀ ਦਾ ਭਾਵ ਸੰਗਤ ਦੇ ਹਿਰਦੇ ਚ ਵਸਾਉਣਾ। ਮੇਰੇ ਪਿਤਾ ਆਪ ਜੀ ਦਾ ਅਸੀਂ ਸ਼ੁਕਰਾਨਾ ਕਰਨਾ ਚਾਹੁੰਦੇ ਹਾਂ। ਜਿਸ ਬੱਚੇ ਦੀ ਅਰਦਾਸ ਕੀਤੀ ਸੀ ਉਹ ਬੱਚਾ
ਆਪ ਜੀ ਦੀ ਮਿਹਰ ਸਦਕਾ ਤੰਦਰੁਸਤ ਹੋ ਚੁੱਕਿਆ ਹੈ। ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤਾਂ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।